ਲਓ ਜੀ, ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅੱਜ ਫੇਰ ਇੱਕ ਹੋਰ ਜਗ੍ਹਾ ਬੈਠੇ ਆ, ਪਰ ਜਗ੍ਹਾ ਇਹ ਹੈ ਪ੍ਰਾਈਮ ਏਸ਼ੀਆ ਦੀ। ਥੋੜ੍ਹਾ ਜਿਹਾ ਜਦੋਂ ਕੈਮਰਾ ਖੋਲੂਗਾ, ਫਰੇਮ ਖੋਲ੍ਹਿਆ, ਫਿਰ ਤੁਹਾਨੂੰ ਆਪੇ ਆਈਡੀਆ ਹੋ ਜਾਣਾ ਵੀ ਇੱਧਰ ਉੱਧਰ ਸਟਿੱਕਰ ਲਾਏ ਨੇ। ਸੋ ਕਹਿਣ ਤੋਂ ਭਾਵ ਇਹ ਹੋ ਗਿਆ ਵੀ ਅੱਜ ਹੈ ਤਾਂ ਸਟੂਡੀਓ, ਪਰ ਸਟੂਡੀਓ ਕੋ ਹੋ ਰਿਹਾ ਪ੍ਰਾਈਮ ਏਸ਼ੀਆ ਦਾ। ਨਾਲ ਵੀਰ ਪਰਮਜੀਤ ਸਿੰਘ ਜੀ ਬਾਠ ਹੋਰੀ, ਇਹਨਾਂ ਨੂੰ ਨਾਲ ਰੱਖੀਦਾ। ਇੱਕ ਤਾਂ ਇਹਨਾਂ ਨੂੰ ਕੱਲ੍ਹ ਦੀ ਥੋੜ੍ਹੀ ਜਿਹੀ ਠੰਡ ਲੱਗੀ, ਤੁਸੀਂ ਹਾਲ ਚਾਲ ਪੁੱਛ ਲਿਓ, ਤੇ ਮੈਂ ਵੀ ਪੁੱਛ ਲੈਣਾ ਕੀ ਹਾਲ ਬਾਠ ਸਾਹਿਬ ਤੁਹਾਡਾ। ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ। ਆ ਚੰਗਾ ਹੋਇਆ ਤੁਸੀਂ ਦੱਸਤਾ ਕਿ ਥੋੜ੍ਹੀ ਜਿਹੀ ਠੰਡ ਲੱਗ ਗਈ ਆ। ਇਹਦੇ ਨਾਲ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿ ਭਾਈ ਜਦੋਂ ਨਾਲ ਦੇ ਬੰਦੇ ਨੂੰ ਠੰਡ ਲੱਗੀ ਉਹਨੂੰ ਪੂਰੀ ਬਾਂਹ ਦਾ ਝੱਗਾ ਲੈ ਕੇ ਦੇਈਦਾ। ਨਹੀਂ ਤੇ ਮੈਂ ਕਿਹੜਾ ਲਿਆ, ਜਿਹੜੇ ਬੰਦੇ ਨੇ ਲੈ ਕੇ ਦੇਣਾ ਉਹਦੇ ਕੋਲ ਕਿਹੜਾ ਹੈਗਾ। ਨਹੀਂ, ਤੁਹਾਨੂੰ ਠੰਡ ਨਹੀਂ ਨਾ ਲੱਗੀ। ਨਹੀਂ, ਠੰਡ ਲੱਗਣ ਦਾ ਕਾਰਨ ਵੀ ਦੱਸੋ ਨਾ। ਵੀ ਜਿਹੜੇ ਬੰਦੇ ਨੂੰ ਜਦੋਂ ਵਰਜਿਆ ਸੀ ਵੀ ਇੱਥੇ ਛਿੱਟਾਂ ਪੈਂਦੀਆਂ, ਆਪਾਂ ਬਾਹਰ ਨਹੀਂ ਜਾਣਾ, ਉਦੋਂ ਕਿੰਨੇ ਗਿਆ ਨਹੀਂ ਯਾਰ ਵਾਹਵਾ ਗਰਮੀ, ਆਪਾਂ ਕੋਈ ਨਹੀਂ ਥੋੜ੍ਹਾ ਜਿਹਾ ਮੀਂਹ ਤੇ ਪੰਜਾਬ ਵਾਂਗੂ ਮਹਿਸੂਸ ਕਰੀਏ, ਹੈ ਨਾ। ਮੋਬਾਈਲ ਦੇ ਉੱਤੇ ਲਿਫਾਫਾ ਪਾ ਕੇ 2 ਘੰਟਾ ਦੇ ਕੇ, ਹੈ ਨਾ। ਹੁਣ ਪੰਜਾਬ ਵਾਲਾ ਮੀਂਹ ਪੰਜਾਬ ਦਾ, ਕੈਨੇਡਾ ਵਾਲਾ ਮੀਂਹ ਕੈਨੇਡਾ ਦਾ, ਇਦਾਂ ਥੋੜ੍ਹਾ ਗੱਲ ਹੁੰਦੀ। ਨਹੀਂ ਚਲੋ ਠੀਕ ਆ, ਅੱਗੇ ਤੋਂ ਧਿਆਨ ਰੱਖਾਂਗੇ। ਮੈਂ ਦੇਖੋ ਜਦੋਂ ਵੀ ਬਜ਼ੁਰਗਾਂ ਦੀ ਗੱਲ ਨਹੀਂ ਮੰਨੀ, ਮੈਂ ਘਾਟੇ 'ਚ ਗਿਆ। ਤੰਗ ਹੋਏ ਤੁਸੀਂ ਉਦੋਂ? ਤੰਗ ਹੋਇਆ ਮੈਂ ਉਦੋਂ। ਇਸੇ ਕਰਕੇ ਮੈਂ ਅੱਗੇ ਵੀ ਬੇਨਤੀ ਕਰ ਦਿੰਦਾ ਵੀ ਜਿਹੜੀ ਉਹ ਸੰਦੂਕ ਵਾਲੀ ਗੱਲ ਹੈ ਨਾ, ਹਾਂਜੀ, ਐਵੇਂ ਨਹੀਂ ਉਹਨਾਂ ਨੇ ਬਾਪੂ ਸੰਦੂਕ 'ਚ ਪਾ ਕੇ। ਨਾਲੇ ਤੁਸੀਂ ਉਦਮ ਕਿੰਨਾ ਕੀਤਾ ਸੀ, ਕਿਉਂਕਿ ਤਕਾਣਾ ਦਾ ਵੇਲਾ ਸੀ, ਬੱਦਲਬਾਈ ਹੋਈ ਸੀ, ਮੇਰਾ ਜੀ ਕੀਤਾ ਮੀਂਹ 'ਚ ਨਾਵਾਂ। ਤੁਸੀਂ ਰੋਕਣਾ ਹੀ, ਪਹਿਲਾਂ ਤੁਸੀਂ ਕਿਹਾ ਤੁਹਾਨੂੰ ਸਮਝ ਨਹੀਂ ਆਈ, ਫਿਰ ਤੁਸੀਂ ਉਸੇ ਵੇਲੇ ਦੰਦਾਂ ਦਾ ਪੀੜ ਲਾਇਆ, ਦੁਬਾਰਾ ਕਿਹਾ ਮੈਨੂੰ ਫੇਰ ਸਮਝ ਨਹੀਂ। ਟੱਕਰਿਆ ਵੀ ਮੈਂ ਉਦੋਂ ਆਵਾਜ਼ਾਂ ਮਾਰਦਿਆਂ ਨਿਆਣੇ ਨਿੱਕੇ ਬਾਹਰ ਨਿਕਲ ਜਾਂਦੇ ਜੀ, ਕੀ ਕਰੀਏ, ਤੁਹਾਨੂੰ ਬਥੇਰਾ ਵਰਜਿਆ। ਉਹਨਾਂ ਨੇ ਹਲੇ ਕੁੰਡਾ ਲਾ ਕੇ ਰੱਖਿਆ ਕਰੋ। ਬਾਕੀ ਚਲੋ ਇੰਨਾ ਵੀ ਉਹਦੇ ਤੋਂ ਬਾਅਦ ਅਸੀਂ ਕੀ ਕੀਤਾ, ਜਦੋਂ ਨਿਆਣਾ ਭਿੱਜ ਕੇ ਆਉਂਦਾ ਘਰੇ, ਉਹ ਅਸੀਂ ਕੈਮਰੇ ਤੇ ਨਹੀਂ ਦੱਸਾਂਗੇ। ਹਾਂ, ਕਿਉਂਕਿ ਇੱਥੇ ਦਾ ਕਾਨੂੰਨ ਆਗਿਆ ਨਹੀਂ ਦਿੰਦਾ। ਕੁਛ ਗੁਪਤ ਚੀਜ਼ਾਂ ਕਰ ਲਈਆਂ ਨੇ, ਪਰ ਉਹਦਾ ਕਾਨੂੰਨ ਦੇ ਹਿਸਾਬ ਨਾਲ ਬਚਾ ਕੇ ਰੱਖੀਦੇ ਨੇ। ਨਹੀਂ ਠੀਕ ਹੈ ਸੰਧਾਲੀਆ ਸਾਹਿਬ, ਇਹ ਵੀ ਬੜਾ ਰੌਲਾ ਨਾ ਵੈਸੇ ਇੱਥੇ, ਮਤਲਬ ਨਿਆਣੇ ਵਾਲਾ। ਉਹ ਕਹਿੰਦਾ ਵੀ ਤੂੰ ਨਿਆਣੇ ਨੂੰ ਕਹਿ ਸਹੀ, ਨਿਆਣਾ ਦਾ ਯਾਦ ਕਰੀ ਬੈਠਾ ਵੀ ਨੰਬਰ ਕਿਹੜੇ ਦੱਬਣੇ। ਨਿਆਣੇ ਦੇ ਅਧਿਕਾਰ ਬਹੁਤ ਨੇ, ਹਾਂ, ਸਕੂਲੇ ਹੀ ਦੱਸਦੇ ਉਹਨਾਂ ਨੂੰ। ਮਤਲਬ ਬੰਦਾ ਸੋਚਦਾ ਵੀ ਯਾਰ ਨਿਆਣਾ ਮੇਰਾ ਤੇ ਮੇਰਾ ਇਹ ਤੇ ਅਧਿਕਾਰ ਘੱਟ ਹੈ, ਇਹਦੇ ਆਪਣੇ ਅਧਿਕਾਰ ਜ਼ਿਆਦਾ ਤੁਰੇ ਫਿਰਦੇ। ਇੱਕ ਸੰਧਾਲੀਆ ਸਾਹਿਬ, ਮੈਂ ਦੇਖਦਾ ਸੀ ਕਿ ਤਜਰਬਾ ਜਿਹੜਾ ਨਾ ਕਿਤੇ ਨਾ ਕਿਤੇ ਉਹ ਕੰਮ ਆਉਂਦਾ। ਆਪਾਂ ਜਦੋਂ ਛੋਟੇ ਹੁੰਦੇ ਸੀ, ਤੁਸੀਂ ਤਾਂ ਚਲੋ ਨਹੀਂ, ਤੁਹਾਨੂੰ ਤਾਂ ਗੁਬਾਰੇ ਮਿਲਦੇ ਹੋਣੇ ਉਦੋਂ, ਬੈਲੂਨ। ਤੁਸੀਂ ਛੋਟੇ ਹੁੰਦੇ ਵੀ ਬੈਲੂਨ ਕਹਿੰਦੇ ਹੋਣੇ ਆ ਨਾ। ਹਾਂ, ਨਹੀਂ ਮੈਂ ਤੇ ਭਕਾਨੇ ਵਾਲੇ ਪਿੰਡ ਰਹੇ ਨਹੀਂ ਨਾ। ਹਾਂ, ਨਹੀਂ ਇਦਾਂ ਹੀ ਆ। ਉਦੋਂ ਜਿਹਨੂੰ ਬੈਲੂਨ ਨਹੀਂ ਮਿਲਣਾ, ਭਕਾਨਾ ਨਹੀਂ ਮਿਲਣਾ, ਉਹਨੇ ਲਿਫਾਫੇ ਨੂੰ ਰੱਸੀ ਪਾ ਲੈਣੀ। ਜਦੋਂ ਮਾੜੀ ਜਿਹੀ ਹਨੇਰੀ ਵਗਣੀ, ਚੱਲ ਫੇ ਪਿੱਛੇ ਨੂੰ ਜ਼ਰੂਰ ਦੇਖਣਾ ਮੇਰੇ ਵਾਲਾ ਲਿਫਾਫਾ ਉੱਪਰ ਨੂੰ ਉੱਡਦਾ ਕਿ ਨਹੀਂ ਉੱਡਦਾ। 2 ਤਰੀਕੇ ਹੁੰਦੇ ਸੀ, ਇੱਕ ਤੇ ਲਿਫਾਫੇ ਵਾਲਾ ਜੀ, ਤੇ ਲਿਫਾਫਾ ਵੀ ਜੇ ਥੋੜਾ ਜਿਹਾ ਹਲਕਾ ਹੋਵੇ ਤੇ ਫੇਰ ਉੱਡਦਾ, ਜੇ ਭਾਰਾ ਹੋਵੇ ਨਾ ਤੇ ਉਹ ਮਾੜਾ ਜਿਹਾ ਜਾ ਕੇ ਫੇਰ ਥੱਲੇ, ਮਾੜਾ ਜਿਹਾ ਜਾ ਕੇ ਫੇਰ ਥੱਲੇ। ਦੂਜਾ ਮੈਨੂੰ ਲੱਗਦਾ ਹੁੰਦਾ ਵੀ ਇੱਕ ਪਤਾ ਨਹੀਂ ਕਿਸੇ ਨੇ ਬਣਾਇਆ ਕਿ ਨਹੀਂ ਬਣਾਇਆ, ਕਿ ਕੁੱਪ ਜਿਹਾ ਹੁੰਦਾ ਵੀ ਕਾਪੀ ਦਾ ਪੇਜ ਇੱਦਾਂ ਪਹਿਲਾਂ ਸਿੱਧਾ, ਫਿਰ ਉਹਨੂੰ ਮੈਂ ਸਾਈਡਾਂ ਤੋਂ ਮੋੜ ਲੈਣਾ, ਹੈ ਨਾ। ਜਿੱਦਾਂ ਆਪਾਂ, ਇਹਨੂੰ ਮੈਂ ਬਿਲਕੁਲ ਸਹੀ ਦੱਸਾਂ ਤੇ ਜਿੱਦਾਂ ਟੋਕੇ ਦੇ ਪਿੱਛੇ ਚੀਰਨੀ ਲਾਉਣ ਵਾਲੀ ਨਹੀਂ ਹੁੰਦੀ, ਉਹ ਫਟੀ ਜੀ, ਉਹਦਾ ਜਾਂ ਹੜੰਬੇ ਦੇ ਪਿੱਛੇ ਜਿਹੜਾ ਦਾ ਮੂੰਹ ਜਿਹਾ ਹੁੰਦਾ, ਪਾੜਸ਼ਾ ਜਿਹਾ, ਜਿਹੜਾ ਪਤਾ ਨਹੀਂ ਕੀ ਕਹਿੰਦੇ ਹੁੰਦੇ, ਪਾੜਸ਼ਾ ਕਹਿੰਦੇ ਨੇ ਉਹ ਬਿਲਕੁਲ ਉਦਾਂ ਦਾ ਬਣਾ ਲੈਣਾ ਕਾਗਜ਼ ਨਾਲ। ਉਹਨੂੰ ਅਗਲੇ ਪਾਸੇ 2 ਬੰਨ ਲੈਣੀਆਂ ਰੱਸੀਆਂ, ਬਰਾਬਰ ਗੁੱਡਿਆਂ ਨੂੰ, ਜਿੱਦਾਂ ਪਤੰਗਾਂ ਨੂੰ ਤਲਾਵਾਂ ਜਿਹੀਆਂ ਪਾ ਕੇ ਉਹਨੂੰ ਫਿਰ ਰੱਸੀ ਪਾਉਣੀ। ਜੇ ਤੇ ਉਹ ਸਹੀ ਬਣਿਆ ਹੋਵੇ ਤੇ ਉਹ ਬਹੁਤ ਉੜਦਾ, ਮਤਲਬ ਉਹਨੂੰ ਆਪਾਂ ਕਹਿੰਦੇ ਵੀ ਕਾਗਜ਼ੀ ਪੈਰਾਸ਼ੂਟ ਟਾਈਪ। ਤੇ ਜੇ ਉਹ ਨਾ ਠੀਕ ਬਣਿਆ ਹੋਵੇ ਫਿਰ ਉਹਦਾ ਹਾਲ ਵੀ ਉਸੇ ਭਾਰੀ ਲਿਫਾਫੇ ਵਾਲਾ ਹੀ ਹੁੰਦਾ। ਚਲੋ ਸੰਧਾਲੀਆ ਸਾਹਿਬ, ਆਪਾਂ ਗੱਲਾਂ ਬਾਤਾਂ ਤਾਂ ਹੋਰ ਵੀ ਕਈ ਕਰਨੀਆਂ ਸੀ, ਪਰ ਇੱਕ ਚੀਜ਼ ਜਿਹੜੀ ਆਪਾਂ, ਕਿਉਂਕਿ ਜਦੋਂ ਬਚਪਨ ਚੇਤੇ ਆਉਂਦਾ ਤਾਂ ਬਹੁਤ ਕੁਝ ਜਿਹੜਾ ਉਹ ਅੱਗੇ ਪਿੱਛੇ ਹੋ ਜਾਂਦਾ। ਕਲਾਈ ਹੁੰਦੀ ਸੀ ਕਿ ਜਦੋਂ ਚੱਪਲ ਘਸ ਗਈ, ਟੁੱਟਣ ਵਾਲੀ ਹੋ ਗਈ, ਤੇ ਉਹ ਕਹਿੰਦਾ ਹੁਣ ਇਹ 'ਚ ਹੋਰ ਬੱਦਰੀ ਨਹੀਂ ਭੈਣ ਜੀ ਤੁਸੀਂ ਪਾਉਣੀ, ਹੁਣ ਚੱਪਲ ਨਵੀਂ ਲਿਆ ਦਿਓ ਨਿਆਣੇ ਨੂੰ। ਉਦੋਂ ਫਿਰ ਉਹਦੇ ਵਿੱਚੋਂ ਜਿਹੜੇ ਟਾਇਰ ਕੱਟਣੇ, ਤੁਸੀਂ ਦੇਖੋ ਕਿ ਟਾਇਰ ਗੋਲ ਕਿੱਦਾਂ ਕੱਟ ਹੁੰਦੇ ਸੀ, ਉਹ ਆਪਣੇ ਆਪ ਦੇ ਵਿੱਚ ਇੱਕ ਕਲਾ ਹੀ ਹੁੰਦੀ ਸੀ, ਕਿਉਂਕਿ ਨਾ ਤਾਂ ਉੱਡੀ ਕੈਂਚੀ ਹੋਣੀ। ਤੁਸੀਂ ਦੱਸੋ ਕਾਹਦੇ ਨਾਲ ਗੋਲ ਕੱਟੇ ਜਾਂਦੇ ਸੀ? ਮੈਂ ਤੇ ਆਪ ਪੈਪ ਨਾਲ ਕੱਟਦਾ ਰਿਹਾ ਜੀ, ਕਿਹੜੀ ਗੱਲ, ਤੇ ਪੈਪ ਲੱਭ ਜਾਂਦਾ ਹੁੰਦਾ ਸੀ। ਹੁਣ ਤੁਸੀਂ ਪੁੱਛਣਾ ਕਾਹਦਾ ਜੀ, ਨਾਲ ਕਿਹਦਾ, ਨਾਲ ਹੱਥੀ ਲਾ ਕੇ ਹੱਥੀ ਦੇ ਪਿਛਲੇ ਪਾਸੇ। ਉਹ ਤੇ ਬੜਾ ਸੌਖਾ ਤਰੀਕਾ ਹੈ। ਇੱਕ ਹੋਰ ਵੀ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜਾ ਇੱਕ ਤੇ ਹੋ ਗਿਆ ਵੀ ਜਿਹੜੀ ਚੱਪਲ ਦੇ ਟਾਇਰ ਬਣਾ ਕੇ ਰੇੜੀ ਬਣਾਉਣਾ ਜੀ, ਇੱਕ ਇਕੱਲੀ ਤਾਰ ਦਾ ਰੇੜੂ ਵੀ ਬਣਾਉਂਦੇ ਹੁੰਦੇ, ਜਿਹੜੀਆਂ ਲੋਹੇ ਦੀਆਂ, ਹਾਂ ਲੋਹੇ ਦੀ ਮੋਟੀ ਤਾਰ ਦਾ, ਤੇ ਉਹ ਕਿਸੇ ਬੰਦੇ ਨੂੰ ਬੜਾ ਵਧੀਆ ਬਣਾਉਣਾ ਆਉਂਦਾ ਹੁੰਦਾ। ਤੇ ਮੇਰੇ ਕਿਸੇ ਜਿਵੇਂ ਫਰੜ ਜਾ ਪਿਆ ਕਿ ਇਹਦੇ ਟਾਇਰ ਜੇ ਗੋਲ ਨਾ ਬਣਨੇ, ਜੇ ਬਣ ਜਾਣਾ ਤੇ ਇੱਕ ਵੱਡਾ ਬਣ ਜਾਣਾ, ਇੱਕ ਨਿੱਕਾ ਬਣ ਜਾਣਾ। ਜੇ ਉਹ ਵੱਡਾ ਨਿੱਕਾ ਬਣ ਜਾਣਾ ਤੇ ਉਹਦੀ ਮੁਸ਼ਕਿਲ ਇਹ ਆਉਂਦੀ ਹੁੰਦੀ ਵੀ ਜਿਹੜਾ ਪਾਸੇ ਵਾਲਾ ਟਾਇਰ ਨਿੱਕਾ ਨਾ, ਉਹਨੇ ਉਧਰ ਨੂੰ ਐ ਮੁੜੀ ਜਾਣਾ, ਜਿੱਦਾਂ ਉਹ ਪੁਰਾਣੀਆਂ ਰੋਡਵੇਜ਼ ਦੀਆਂ ਬੱਸਾਂ ਨਹੀਂ ਐ ਟੇਢੀਆਂ ਜਿਹੀਆਂ ਹੋ ਗਈਆਂ, ਹਰ 2 ਸਕਿੰਟਾਂ ਤੋਂ ਐਂ ਝਟਕਾ ਮਾਰਨਾ ਪੈਣਾ, ਝਟਕਾ ਮਾਰਨਾ ਵੀ ਐ ਥੋੜਾ ਜਿਹਾ ਸਿੱਧਾ ਚੱਲੇ। ਉਹ ਵੇਖੋ, ਮੈਂ ਇਸ ਹੈਰਾਨ ਆ ਵੀ ਜਿੰਨਾ ਸ਼ਾਇਦ ਉਹ ਵਾਲੇ ਜਿਹੜੇ ਖਿਡੌਣੇ ਭਾਵੇਂ ਆਪ ਇਜਾਦ ਕੀਤੇ ਸੀ, ਹੁਣ ਤੁਸੀਂ ਭਾਵੇਂ ਸਾਈਕਲ ਦਾ ਟਾਇਰ ਰੇੜਨ ਵਾਲਾ ਲਾ ਲਓ, ਭਾਵੇਂ ਭਾਵੇਂ ਆਪਾਂ ਉਹ ਜਿਹੜਾ ਉਹ ਰੇੜੂ ਜਿਹਾ ਬਣਾ ਲਈਏ, ਭਾਵੇਂ ਆਪਾਂ ਚੱਪਲ ਦੀ ਵੱਧਰੀ ਵਾਲੀ ਚੀਜ਼ ਬਣਾ ਲਈਏ ਜੀ, ਜੇ ਹੋਰ ਕੁਛ ਨਹੀਂ ਤੇ ਜਿਹੜੀ ਆਪਾਂ ਇਹ ਤੋਂ ਪਹਿਲਾਂ ਉਹ ਲਿਫਾਫੇ ਵਾਲੀ ਜਾਂ ਉਹ ਪਤਰਾ ਜਿਹਾ ਬਣਾ ਕੇ ਡਾਉਣ ਵਾਲੀ ਗੱਲ ਕਰ ਲਈ,
ਇਹ ਸਾਰੀਆਂ ਖੇਡਾਂ ਉਹ ਆ ਜਿਹੜੀਆਂ ਬਦੋ ਬਦੀ ਨਿਆਣੇ ਦੀ ਐਕਸਰਸਾਈਜ਼ ਕਰਾ ਦਿੰਦੀਆਂ ਜੀ। ਹੁਣ ਨਿਆਣੇ ਨੂੰ ਆਪਾਂ ਪਥਾਲਾ ਮਰਾ ਕੇ ਬਿਠਾਇਆ, ਉਹਦੀ ਪਹੁੰਚ ਦੇ ਵਿੱਚ ਘੇਰੇ ਘੇਰੇ ਖਿਡਾਉਣੇ ਆ, ਗੱਦਾ ਵਿਛਿਆ ਤੇ ਨਿਆਣਾ ਭਾਵੇਂ ਇਹਨੂੰ ਹੱਥ ਮਾਰੇ ਤਾਂ ਖਿਡਾਉਣੇ ਜਾਂ ਇਹਨੂੰ ਹੱਥ ਮਾਰੇ ਤਾਂ ਖਿਡਾਉਣੇ। ਜੇ ਹੋਰ ਕੁਝ ਉਹਨੂੰ 15 ਮਿੰਟ ਨਹੀਂ ਚੇਤਾ ਆ ਗਿਆ ਤੇ ਚੱਲ ਚਿਪਸ, ਤੇ ਫਿਰ ਆਪਾਂ ਇਹਨੇ ਢਿੱਲਾ ਰਹਿੰਦਾ ਨਿਆਣਾ, ਉਹਨੂੰ ਹੋਰ ਕੀ ਕਰੀ ਦੱਸ। ਇਹਦਾ ਨੱਕ ਵਗਦਾ ਹੈ ਨਾ। ਫਿਰ ਡਾਕਟਰ ਦੇ ਭੈਣ ਜੀ ਲੈ ਕੇ ਜਾਣਾ ਪੈਣਾ। ਸੰਧਾਲੀਆ ਸਾਹਿਬ, ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੈ, ਤਬਦੀਲੀ ਜਿੱਧਰਲੇ ਪਾਸੇ ਨੂੰ ਜਾਂਦੀ ਹੈ, ਕਿਉਂਕਿ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਹੋਏ, ਟੱਬਰ ਹੋਏ, ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ, ਦੂਜਿਆਂ ਨੂੰ ਲੱਗਣਾ ਅਜੇ। ਅੱਗੇ ਆਪਾਂ ਬਣਾਉਂਦੇ ਹੁੰਦੇ ਸੀ, ਚੱਪਲ ਦਾ ਟਾਇਰ ਬਣਾ ਲਿਆ, ਰੇਹੜੀ ਬਣਾ ਲਈ, ਸਾਈਕਲ ਦਾ ਟਾਇਰ ਪਾਟ ਗਿਆ, ਪੈਂਚਰ ਹੋ ਗਿਆ, ਉਹ ਤੋਂ ਖਿਡਾਉਣਾ ਸ਼ੁਰੂ ਕਰ ਲਿਆ ਕੰਮ, ਲਿਫਾਫੇ ਦਾ ਜਹਾਜ਼ ਬਣਾ ਲਿਆ, ਕੁਛ ਹੋਰ ਬਣਾ ਲਿਆ, ਪੁਰਾਣੀ ਕਾਪੀ ਦਾ ਵਰਕਾ ਪਾੜ ਕੇ ਉੱਤੋਂ ਜਹਾਜ਼ ਵੀ ਬਣਾ ਲਿਆ, ਉੱਤੋਂ ਕਿਸ਼ਤੀ ਵੀ ਬਣਾ ਲਈ। ਜਾਣੀ ਬੱਚਾ ਹਰ ਚੀਜ਼ ਤੋਂ ਕੁਛ ਨਾ ਕੁਛ ਬਣਾਉਂਦਾ ਸੀ। ਅੱਜ ਦੇ ਬਹੁਤੇ ਬੱਚੇ ਤੋੜਦੇ ਆ। ਕਾਰ ਲਿਆ ਕੇ ਦਿੱਤੀ ਆ, ਦੁਕਾਨਾਂ ਤੱਕ ਉਹਨੇ ਪੇਚ ਖੋਲ੍ਹ ਲੈਣਾ ਉਹਦਾ। ਜਾਣੀ ਇਹ ਮੈਨੂੰ ਨਹੀਂ ਪਤਾ ਕਿ ਇਹ ਤਬਦੀਲੀ ਕਿਉਂ ਆਈ। ਹੋ ਸਕਦਾ ਕੋਈ ਬੰਦਾ ਕਹੇ ਜੀ ਜਗਿਆਸੂ ਸੁਭਾਅ ਆ ਵੀ ਇਹਦੇ ਵਿੱਚ ਕੀ ਹੈ, ਇਹਦਾ ਇੰਜਣ ਦੇਖਣਾ ਜੀ, ਇਹਦਾ ਕੀ ਚੱਲਦਾ ਜੀ, ਪਰ ਉਹ ਤੋੜਨ, ਜਿਹੜਾ ਬਣਾਉਣ ਤੋਂ ਤੋੜਨ ਤੱਕ ਦਾ ਜਿਹੜਾ ਸਫ਼ਰ ਆ, ਉਹਨੇ ਖਰਾਬੀ ਵੀ ਕੀਤੀ ਬਾਬਾ। ਵੈਸੇ ਨਹੀਂ ਕੀਤੀ ਆ, ਮੈਨੂੰ ਲੱਗਦਾ ਵੀ ਹੁਣ ਚੀਜ਼ਾਂ ਜ਼ਿਆਦੀਆਂ ਗੁੰਝਲਾਂ ਵਾਲੀਆਂ ਆ ਗਈਆਂ ਵੀ ਉਹ ਪਹਿਲਾਂ ਬਣੀਆਂ ਹੁੰਦੀਆਂ, ਬਾਅਦ 'ਚ ਬਣਦੀਆਂ ਨਹੀਂ। ਹੁਣ ਪਹਿਲਾਂ ਜੇ ਅਗਲੇ ਕੋਲੇ ਕਾਪੀ ਆ ਤੇ ਕਾਪੀ ਦਾ ਵਰਕਾ ਪਾੜੀ ਦਾ ਹੀ ਠੀਕ ਹੈ ਨਾ। ਪੁਰਾਣੀ ਕਾਪੀ ਦਾ ਵਰਕਾ ਪਾੜ ਕੇ ਉਹ ਵੀ ਤਾਂ ਹੁੰਦਾ ਨਾ ਵੀ ਇਹ ਪੜ੍ਹਨ ਨੂੰ ਰੱਖੀ ਹੈ, ਪਰ ਨਹੀਂ ਉਹਨੂੰ ਹੁੰਦਾ ਵੀ ਨਹੀਂ ਮੈਂ ਹੁਣ ਇਤੋਂ ਗਾਂ ਅਗਲੀ ਚੀਜ਼। ਤੇ ਤੁਹਾਡੇ ਵਰਗੇ ਬੰਦੇ ਕਿਸੇ ਹੋਰ ਦੀ ਕਾਪੀ ਦਾ ਵਰਕਾ ਪਾੜਦੇ ਹੁੰਦੇ ਸੀ। ਨਹੀਂ ਮੈਂ ਨਾ ਕੋਈ ਬੋਲ ਸਕਦਾ ਮੂਹਰੇ, ਨਾ ਕੁਛ ਹੋਰ, ਉਹਦੀ ਫੱਟੀ ਦੀਦੀ ਜੀ। ਨਹੀਂ ਮੈਂ ਕੋਸ਼ਿਸ਼ ਕਰਦਾ ਨਾ ਵੀ ਵਿਚਾਲਿਓਂ ਸੂਈ ਵਾਲਾ ਕੱਢਣਾ, ਜਿਹਦੇ ਨਾਲ ਪਤਾ ਨਾ ਲੱਗੇ, ਜਿਹਦੇ ਨਾਲ ਇੱਕ ਤੇ ਪਤਾ ਨਾ ਲੱਗੇ ਗੱਬ। ਹਾਂ, ਦੂਜੇ ਦੀ ਮੁਸ਼ਕਿਲ ਇਹ ਹੁੰਦੀ ਵੀ ਜੇ ਐਂਡ ਵਾਲਾ ਪਾੜੋ ਦੇਖਦੇ ਪਾਟਾ ਪਤਾ ਲੱਗ ਜਾਂਦਾ, ਦੂਜਾ ਵਿਚਾਲਣਾ ਕੱਢੋ ਤੇ ਫਿਰ ਦੋ ਨਿਕਲ ਆਉਂਦੇ। ਕੀ ਬਾਤ। ਹਾਂ, ਮਤਲਬ ਦੋ ਰਾਂ ਕੰਮ ਆ ਜਾਂਦੀ ਚੀਜ਼। ਸੰਧਾਲੀਆ ਸਾਹਿਬ, ਜਿਹੜਾ 8 ਕਰੋੜ 8.5 ਕਰੋੜ ਰੁਪਈਏ ਦੀ ਲੁੱਟ ਹੋਈ ਸੀ ਲੁਧਿਆਣੇ, ਉਹਦੇ ਵਿੱਚ ਨਾ ਕਈ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ। 5-6 ਬੰਦੇ ਫੜ ਲਿਆ ਗਿਆ ਸੀ, ਬਾਕੀਆਂ ਨੂੰ ਭਾਲਦੀ ਹੈ ਪੁਲਿਸ। ਜਿਹੜੇ ਟੀਮ ਨੂੰ ਲੀਡ ਕਰ ਰਹੇ ਨੇ ਆਫੀਸਰ, ਉਹ ਕਹਿੰਦੇ 1 ਕਰੋੜ ਰੁਪਈਆ ਖਰਚਾ ਆ ਚੁੱਕਾ ਇਹ ਡਕੈਤਾਂ ਨੂੰ ਫੜਨ ਦੇ ਲਈ। 1 ਕਰੋੜ। ਅੱਛਾ ਜੀ। ਹੁਣ ਤਕਨੀਕ ਦਾ ਸਹਾਰਾ ਲਿਆ ਹੋਊਗਾ। ਮੈਂ ਕਹਿੰਦਾ ਚੰਗਾ, ਜੇ ਕਰੋੜ ਵੀ ਲੱਗ ਗਿਆ ਤਾਂ ਵੀ ਕੋਈ ਨਹੀਂ। ਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਕਿਉਂਕਿ ਕੰਪਨੀ ਦੀ ਗਲਤੀ ਸੀ, ਉਹਨਾਂ ਨੇ ਜਗਾੜੂ ਪ੍ਰਬੰਧ ਕੀਤੇ ਸੀ, ਕੰਪਨੀ ਨੇ ਸਿਕਿਉਰਿਟੀ ਵਾਲੇ ਉਹਨੇ ਨਹੀਂ ਰੱਖੇ ਸੀ, ਜਾਂ 2 ਸਾਲ ਪਹਿਲਾਂ ਤੋਂ ਕਿਹਾ ਸੀ ਕਿ ਇਹ ਖਤਰਨਾਕ ਏਰੀਆ, ਕਿ ਉਹਨਾਂ ਨੇ ਠੀਕ ਸਮੇਂ ਤੇ ਐਕਸ਼ਨ ਨਹੀਂ ਲਿਆ। ਤੇ ਉਹ ਕਹਿੰਦੇ ਮੈਂ ਤਾਂ ਇਹ ਵੀ ਸਿਫਾਰਿਸ਼ ਕਰਨੀ ਹੈ, 1 ਕਰੋੜ ਰੁਪਈਆ ਕੰਪਨੀ ਤੋਂ ਵਸੂਲੋ। ਚੰਗੀ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਮੈਂ ਵੀ ਸੋਚਦਾ ਸੀ ਆਪਣੇ ਕੋਲੇ ਥੋੜ੍ਹੇ ਜਿਹੇ ਪੈਸੇ ਹੋਣ, ਕਿੱਥੇ ਰੱਖੀਏ ਜੀ ਪੈਸੇ, ਸਾਂਭੀਏ ਕਿੱਥੇ, 4-4 ਜਗ੍ਹਾ ਤੇ ਰੱਖਦੇ ਆ, ਕਿ 8.5 ਕਰੋੜ ਰੱਖਿਆ ਕਿੱਥੇ ਹੋਊਗਾ। ਹੁਣ 50 ਲੱਖ ਰੁਪਈਆ ਸੈਪਟਿਕ ਟੈਂਕ ਦੇ ਵਿੱਚ ਸਿੱਟਿਆ ਸੀ। ਪੁਲਿਸ ਵਾਲੇ ਨਾਲੇ ਕੱਢੀ ਜਾਂਦੇ ਸੀ, ਨਾਲੇ ਧੋਈ ਜਾਂਦੇ ਸੀ, ਨਾਲੇ ਗਿਣੀ ਜਾਂਦੇ ਸੀ। ਸੈਪਟਿਕ ਟੈਂਕ ਹੁੰਦਾ ਕੀ ਆ? ਉਹ ਹੀ ਹੁੰਦਾ ਕਿ ਜਿੱਥੇ ਮਤਲਬ ਉਹ ਕਹਿੰਦਾ ਵੀ ਇਹ ਨਹੀਂ ਖੋਲਣਾ ਕਿਸੇ ਹੈ ਨਾ। ਬਾਕੀ ਤੇ ਮੈਂ ਨਾ ਵੀ ਤਗੜੇ ਵਿਚਾਰੇ ਉਹ ਵੀ ਆਪਣੇ ਮੁਲਾਜ਼ਮ ਭਾਈਚਾਰੇ ਵਾਲੇ ਵੀ ਉਹ ਵੀ ਕਹਿੰਦਾ ਨਾ ਵੀ ਯਾਰ ਇੱਕ ਰਾਂ ਚੰਗੀ ਤਰ੍ਹਾਂ ਮਾਰ ਲਾ, ਮੁੜ ਕੇ ਨੋਟਾਂ ਨੂੰ ਹੱਥ ਨਹੀਂ ਲੱਗਣਾ। ਨਹੀਂ ਜਣੀ ਔਖਾ ਸੀ ਕੰਮ। ਹਾਂ, ਨਹੀਂ ਪਰ ਤੁਸੀਂ ਇੱਕ ਗੱਲ ਵੇਖੋ ਜੀ, ਆਪਾਂ ਇੱਕ ਚੀਜ਼ ਦੇਖਦੇ ਹਾਂ ਵੀ ਆਮ ਤੁਸੀਂ ਕਿਤੇ ਬਹੁਤੇ ਆਪਾਂ ਕਾਰੋਬਾਰੀ ਬੰਦੇ ਦੇਖੀਏ ਨਾ, ਉਹ ਇਹਨੂੰ ਇੱਕ ਧਾਰਮਿਕ ਰੰਗਤ ਵੀ ਦਿੰਦੇ ਆ ਵੀ ਯਾਰ ਧਨ ਲక్ష్ਮੀ ਆ, ਵੀ ਉਹ ਸਤਿਕਾਰ ਵੀ ਕਰਦੇ ਆ ਜੀ। ਹੁਣ ਜਿਹੜੇ ਬੰਦੇ ਆ ਠੱਗੀ ਮਾਰਨ ਵਾਲੇ ਆ, ਉਹਨਾਂ ਨੇ ਕਿਉਂਕਿ ਕਮਾਇਆ ਨਹੀਂ, ਉਹਨਾਂ ਕੋਲੇ ਸਤਿਕਾਰ ਵੀ ਨੇ, ਉਹਨਾਂ ਨੇ ਵੇਖੋ ਥਾਂ ਵੀ ਕਿਹੜਾ ਚੁਣਿਆ ਪਿਆ ਆਪਾਂ ਨੂੰ ਲੁਕਾਉਣਾ ਕਿਤੇ ਜੀ, ਹੈ ਨਾ, ਸ਼ੱਕੀ ਨਾ ਪਵੇ। ਸੋ ਇਹ ਵੀ ਮੇਰਾ ਖਿਆਲ ਫਰਕ ਆ ਵੀ ਜੇ ਪੈਸਾ ਮੰਨ ਲਓ ਤੁਹਾਡੇ ਕੋਲੇ ਆਉਂਦਾ ਜਾਂ ਨਹੀਂ ਆਉਂਦਾ, ਵੀ ਉਹ ਇਹ ਵੀ ਡਿਪੈਂਡ ਕਰਦਾ ਵੀ ਤੁਸੀਂ ਉਹਨੂੰ ਸੰਭਾਲਦੇ ਕਿੱਦਾਂ ਜਾਂ ਸਤਿਕਾਰ ਕਿੰਨਾ ਕਰਦੇ ਹੋ। ਬਾਕੀ ਇੱਕ ਗੱਲ ਮੈਂ ਸੋਚਦਾ, ਉਹ ਮੈਨੂੰ ਲੱਗਦਾ ਵੀ ਜਨਾਬ ਦੀ ਗੱਲ ਬਿਲਕੁਲ ਠੀਕ ਆ ਵੀ ਜੇ ਕਰੋੜ ਰੁਪਈਆ ਖਰਚਾ ਆ ਗਿਆ ਤੇ ਉਹ ਕੰਪਨੀ ਤੋਂ ਭਰੋ ਜੀ। ਨਾਲੇ ਤੇ ਉਹਨਾਂ ਨੂੰ ਇਹ ਰਹੂਗਾ ਚਾਨਣਾ ਵੀ ਵੀਰ ਮੇਰਿਆ ਵੀ ਸਾਡੇ ਨਾਲ ਠੱਗੀ ਹੋਈ ਤੇ ਉਦੋਂ ਬਾਅਦ ਜੇ ਸਾਡੇ ਤੇ ਕੋਈ ਅਗਲਿਆਂ ਨੇ ਲੱਭ ਵੀ ਲਏ ਬੰਦੇ ਤੇ ਖਰਚਾ ਵੀ ਸਾਡੇ ਤੇ ਪਿਆ, ਇਹਦੇ ਨਾਲ ਬਾਕੀਆਂ ਨੂੰ ਕੰਨ ਹੋ ਜਾਣਗੇ। ਹੋ ਸਕਦਾ ਵੀ ਉਹ ਕੰਧਾਂ ਕੌਲੇ ਕਰਨੇ, ਕੈਮਰੇ ਲਾਉਣੇ, ਕੋਈ 2-4 ਸਿਕਿਉਰਿਟੀ ਗਾਰਡ ਵੱਧ ਰੱਖਣੇ, ਥੋੜ੍ਹਾ ਜਿਹਾ ਅਲਾਰਮ ਸਿਸਟਮ ਸਹੀ ਕਰਨਾ, ਇਹੋ ਜਿਹੀਆਂ ਦਰੁਸਤੀਆਂ ਸੀਗੀਆਂ ਵੀ ਉਹ ਅਗਲਾ ਹੋ ਸਕਦਾ ਕੋਈ ਉਹਨਾਂ ਦਾ ਮੁਨੀਮ ਹੀ ਆਖੇ ਵੀ ਬਾਊ ਜੀ, ਜਿਹੜੀ ਕੋਈ ਹੋਰ ਕੰਪਨੀ ਦੀ ਗੱਲ ਕਰਦਾ ਵੀ ਇਹਨਾਂ ਸਾਰੇ ਕੁਛ ਤੇ ਆਪਣਾ ਬਾਊ ਜੀ 20 ਲੱਖ ਲੱਗਣਾ, ਵੀ ਤੁਸੀਂ 20 ਲਾ ਲਓ, ਜ਼ਰੂਰ ਬਾਅਦ 'ਚ ਕਰੋੜ ਦੇਣਾ। ਹੋ ਸਕਦਾ ਬਾਕੀ ਸੁਧਰ ਜਾਣ, ਇਹਦੇ ਨਾਲ ਆਪਾਂ ਦੇ ਆਸ ਕਰਦੇ ਨਹੀਂ। ਹੋਣਾ ਚਾਹੀਦਾ ਜੀ, ਸੁਧਰਨਾ ਹੀ ਚਾਹੀਦਾ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਸੰਧਾਲੀਆ ਸਾਹਿਬ, ਜਿੰਨੇ ਬੰਦੇ ਸਿਕਿਉਰਿਟੀ ਤੇ ਰੱਖੇ ਹੋਏ ਆ, ATM ਮਸ਼ੀਨਾਂ ਤੇ ਨੇ, ਇੱਦਾਂ ਦੀਆਂ ਕੰਪਨੀਆਂ ਜਿੱਥੇ ਕੈਸ਼ ਦਾ ਕੋਈ ਕੀਮਤੀ ਕੰਮ ਹੈ, ਬਾਕੀ ਵੀ ਵੈਸੇ ਸਾਰੇ ਸਿਕਿਉਰਿਟੀ, ਉਹਦੀ ਟੌਪ ਦੀ ਤਨਖਾਹ ਚਾਹੀਦੀ ਹੈ, ਉਹਨੂੰ ਤਨਖਾਹ ਵਧੀਆ ਚਾਹੀਦੀ ਹੈ, ਉਹਦੀ ਕੋਈ ਮਜਬੂਰੀ ਨਾ ਹੋਵੇ, ਉਹਦਾ ਕੋਈ ਲਾਲਚੀ ਨਾ ਹੋਵੇ, ਕਦੇ ਉਹਦਾ ਕੰਮ ਕਰਨ ਨੂੰ ਜੀ ਕਰੇ, ਉਹਨੂੰ ਲੱਗੇ ਕਿ ਭਾਈ ਇੱਥੋਂ ਮੈਂ ਤਨਖਾਹ ਲੈਣਾ, ਆਪਣੇ ਨਿਆਣੇ ਦਾ ਢਿੱਡ ਭਰਦਾ ਤੇ ਭਾਈ ਮੈਂ ਬਚਾਉਣਾ। ਤਾਂ ਜੇ ਉਸ ਬੰਦੇ ਨੂੰ ਇਹ ਹੋਊਗਾ ਯਾਰ ਕਿਤੇ 2 ਘੰਟੇ ਹੋਰ ਲਵਾ ਲੈਣ, 4 ਪੈਸੇ ਬਣ ਜਾਣ, ਤਾਂ ਫੇਰ ਮੇਰੇ ਘਰ ਦੀ ਰੋਟੀ ਚੱਲਣੀ ਆ,
ਉਹ ਕਿੰਨੀ ਕੁ ਮੁਸਤੈਦੀ ਦੇ ਨਾਲ ਅਗਲੇ ਨੇ ਡਿਊਟੀ ਕਰਨੀ ਹੈ। ਕਿਉਂਕਿ ਤੁਸੀਂ ਦੇਖੋ ਜਦੋਂ ਕਦੇ ਡਕੈਤੀ ਹੁੰਦੀ ਆ ਸਭ ਤੋਂ ਪਹਿਲਾਂ ਸ਼ਿਕਾਰ ਕੌਣ ਹੁੰਦਾ? ਸਿਕਿਉਰਿਟੀ ਵਾਲਾ। ਸਭ ਤੋਂ ਪਹਿਲਾਂ ਕੁੱਟ ਕਿਹਦੇ ਪੈਂਦੀ ਹੈ? ਸਭ ਤੋਂ ਪਹਿਲਾਂ ਹਮਲਾ ਕਿਹਦੇ ਤੇ ਕੀਤਾ ਜਾਂਦਾ? ਜਿਹੜਾ ਬੰਦਾ ਉੱਥੇ ਸਿਕਿਉਰਿਟੀ ਤੇ ਰੱਖਿਆ ਤੇ ਉਹਦਾ ਹਥਿਆਰ ਹੈ, ਉਹਨੂੰ ਸਭ ਤੋਂ ਘੱਟ ਤਨਖਾਹ ਹੁੰਦੀ ਹੈ ਉੱਥੇ। ਯਾਰ ਉਹਨੇ ਆਪਣੀ ਜਾਨ ਖਤਰੇ 'ਚ ਪਾਉਣੀ ਹੈ, ਉਹਨੇ ਤੁਹਾਡੇ ਸਾਰਿਆਂ ਦੀ ਸੁਰੱਖਿਆ ਕਰਨੀ ਹੈ। ਤੇ ਇਹ ਵੀ ਹੋ ਸਕਦਾ ਕਿ ਚਾਹ ਦਾ ਕੱਪ ਜਦੋਂ ਸਾਰਾ ਅਮਲਾ ਫੈਲਾ ਪੈਂਦਾ ਸਭ ਤੋਂ ਬਾਅਦ 'ਚ ਉਹਨੂੰ ਫੜਾਉਂਦੇ ਹੁਣ, ਤੇ ਜਦ ਕਿ ਸਭ ਤੋਂ ਪਹਿਲਾਂ ਉਹਦਾ ਬਣਦਾ। ਇਸ ਕਰਕੇ ਕਿਤੇ ਨਾ ਕਿਤੇ ਇਧਰਲੇ ਪਾਸੇ ਵੀ ਧਿਆਨ ਸਾਰੇ ਕੰਪਨੀਆਂ ਦੇ ਮਾਲਕ ਮੈਨੇਜਰ ਜਿਹੜੇ ਉਹ ਰੱਖਣ ਜ਼ਰੂਰ। ਮੈਂ ਨਾ ਵੀ ਚਲੋ ਆਪਾਂ ਉਹ ਜਿਹੜੇ ਵੀ ਵੀਰ ਉੱਥੇ ਇਹ ਕੰਮ ਕਰਦੇ ਆ ਉਹਨਾਂ ਨੂੰ ਕੈਨੇਡਾ ਦਾ ਸਿਸਟਮ ਹੀ ਦੱਸ ਦਈਏ ਵੀ ਇੱਧਰ ਜਿਹੜਾ ਬੰਦਾ ਸਿਕਿਉਰਿਟੀ ਦੇ ਹੁੰਦਾ ਜੀ ਉਹਨੂੰ ਬਕਾਇਦਾ ਹਦਾਇਤ ਹੁੰਦੀ ਵੀ ਤੂੰ ਵੀਰ ਬੈਠੇ ਰਹਿਣਾ। ਜੇ ਕੋਈ ਆ ਗਿਆ ਉਹਨੂੰ ਆਉਣ ਦੇਣਾ, ਜੇ ਕੋਈ ਚੁੱਕ ਕੇ ਲੈ ਗਿਆ ਉਹਨੂੰ ਜਾਣ ਦੇਣਾ। ਉਹ ਕਹਿੰਦੇ ਯਾਰ ਫਿਰ ਸਿਕਿਉਰਿਟੀ ਨਹੀਂ ਸਿਕਿਉਰਿਟੀ ਪੂਰੀ, ਕਹਿਣਾ ਕੁਛ ਨਹੀਂ। ਉਹ ਯਾਰ ਫਿਰ ਲੋੜ ਕੀ ਹੈ? ਤੇ ਕਹਿੰਦੀ ਯਾਰ ਤੇਰੀ ਨੌਕਰੀ ਹੈਗੀ ਨਾ, ਤੂੰ ਕਾਹਤੋਂ ਟੈਨਸ਼ਨ ਲੈਣਾ? ਜਿਹੜਾ ਬੰਦਾ ਚੁੱਕ ਕੇ ਲੈ ਗਿਆ ਐਵੇਂ ਤੇਰੇ ਕੋਲ ਸੱਟ ਪੇਟ ਮਾਰੂਗਾ। ਉਹਦੇ ਨਾਲ ਚੰਗਾ ਵੀ ਜਿੰਨੇ ਕੁ ਦੀ ਸ਼ਾਇਦ ਲੈ ਗਿਆ ਇੰਸ਼ੋਰੈਂਸ ਭਰ ਦੂਗੀ ਜਾਂ ਵੈਸੇ ਕੋ ਹੱਲ ਕਰ ਲਵਾਂਗੇ ਉਹਦਾ, ਵੀ ਜਾਨ ਕੀਮਤੀ ਆ। ਮੇਰੀ ਗੱਲ ਹੈ ਨਾ, ਇਹ ਗੱਲ ਠੀਕ ਹੈ ਸੰਧਾਲੀਆ ਸਾਹਿਬ। ਇੱਕ ਚੀਜ਼ ਮੈਂ ਇਹਦੇ ਵਿੱਚ ਹੋਰ ਐਡ ਜ਼ਰੂਰ ਕਰਦੇ ਹਾਂ ਕਿ ਕਈ ਵਾਰੀ ਬੰਦੇ ਦਾ ਸਟੇਟਸ ਬੰਦੇ ਨੂੰ ਲੈ ਬੈਂਦਾ। ਸਾਨੂੰ ਐਵੇਂ ਫੋਕੀ ਸ਼ੌਹਰਤ ਤੇ ਨਹੀਂ ਜਾਣਾ ਚਾਹੀਦਾ। ਇਹਦੇ ਵਿੱਚੋਂ ਜਿਹੜੀ ਉਹ ਬੀਬੀ, ਉਹਨੂੰ ਵੈਸੇ ਡਾਕੂ ਹਸੀਨਾ ਕਹੀ ਜਾਂਦੇ ਆ ਸਾਰੇ ਹੁਣ। ਪਿਛੋਕੜ ਕੀ ਹੈ, ਕਿੱਥੇ ਤੱਕ ਅਦਾਲਤਾਂ ਨੇ ਫੈਸਲੇ ਕਰਨੇ ਆ, ਉਹ ਬੀਬੀ ਨੂੰ ਅਜੇ ਪੁਲਿਸ ਲੱਭਦੀ ਹੈ। ਪਰ ਜਿੰਨੀ ਕੁ ਜਾਣਕਾਰੀ ਉਹਦੇ ਬਾਬਤ ਹੁਣ ਤੱਕ ਮਿਲੀ ਹੈ ਕਿ ਥੋੜ੍ਹੇ ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ ਸੀ, ਤੇ ਵਿਆਹ ਤੋਂ ਪਹਿਲਾਂ ਵੀ ਜਿਹੜੇ ਮੁੰਡੇ ਦੇ ਨਾਲ ਉਹਦਾ ਵਿਆਹ ਹੋਇਆ ਉਹ ਇੰਸਟਾਗ੍ਰਾਮ ਤੇ ਇੱਕ ਦੂਜੇ ਨੂੰ ਮਿਲੇ, ਚੈਟਿੰਗ ਚੂਟਿੰਗ ਹੋਈ। ਉਹਦੇ ਤੋਂ ਬਾਅਦ ਫਿਰ ਮਿਲਣ ਗਿਲਣ ਲੱਗੇ, 2.5-3 ਮਹੀਨਿਆਂ ਬਾਅਦ ਵਿਆਹ ਕਰਾ ਲਿਆ। ਤੇ ਉਹ ਮੁੰਡਾ ਸਾਰਿਆਂ ਨੂੰ ਦੱਸਦਾ ਹੁੰਦਾ ਕਿ ਮੇਰੀ ਘਰਵਾਲੀ ਵਕੀਲ ਆ। ਉਹ ਅਦਾਲਤ ਵੱਲ ਜਿੱਥੇ ਵੀ ਰਹਿੰਦੇ ਸੀ ਉੱਥੇ ਗੇੜਾ ਗੂੜਾ ਬੀਬੀ ਦਾ ਲੱਗਦਾ ਸੀ। ਹੋ ਸਕਦਾ ਵਕੀਲ ਹੀ ਹੋਵੇ, ਆਪਾਂ ਇਸ ਗੱਲ ਤੋਂ ਮਨਾ ਥੋੜ੍ਹੀ ਕਰਦੇ ਹਾਂ। ਉਹ ਮੁੰਡਾ ਜਿਹੜਾ ਆ ਉਹ ਕੰਮ ਕਰਦਾ ਹੁੰਦਾ ਕੇਟਰਿੰਗ ਵਾਲਿਆਂ ਦੇ ਨਾਲ। ਉਹਨੇ ਕਿਹਾ ਵੀ ਆਪਾਂ ਹੁਣ ਥੋੜ੍ਹੀ ਕੰਮ ਇਹ ਕਰਾਂਗੇ, ਮੁੰਡੇ ਦਾ ਕੰਮ ਛਡਾਤਾ। ਉੱਥੇ ਹੀ ATM ਲੱਗਾ ਸੀਗਾ ਅਦਾਲਤ ਦੇ ਅਹਾਤੇ 'ਚ, ਉੱਥੇ ਹੀ ਉਹ ਕੈਸ਼ ਵੈਨ ਲੈ ਕੇ ਉਹ ਆਉਂਦਾ ਹੁੰਦਾ ਸੀ ਜਿਹੜਾ ਇਹਨਾਂ ਦੇ ਨਾਲ ਰਲ ਗਿਆ ਸੀ, ਕੈਸ਼ ਭਰਦੇ ਹੁੰਦੇ ਸੀ। ਬੀਬੀ ਦੀ ਨਿਗਾਹ ਉੱਤੇ ਪਈ ਬੰਦੇ ਤੇ, ਉਹਦੇ ਨਾਲ ਹੌਲੀ ਹੌਲੀ ਯਾਰੀ ਗੰਢੀ ਹੋਊ ਮਾੜੀ ਮੋਟੀ, ਕਿ ਜਾਣ ਪਹਿਚਾਣ ਵਧਾਈ ਹੋਊ। ਫਿਰ ਮਾੜਾ ਮੋਟਾ ਗੱਲਾਂ ਬਾਤਾਂ 'ਚ ਬੰਦਾ ਪਤਾ ਲਾ ਹੀ ਲੈਂਦਾ ਕਿ ਬੰਦਾ ਕਹਿੰਦਾ ਯਾਰ 4 ਪੈਸੇ ਹੁਣ ਬਾਹਰ ਜਾਈਏ, ਉੱਥੇ ਕਮਾਈ ਕਰੀਏ, ਬਾਹਰ ਜਾਣ ਨੂੰ ਪੈਸੇ ਚਾਹੀਦੇ ਆ, ਪੈਸੇ ਕਿੱਦਾਂ ਆਉਣੇ ਆ? ਬੀਬੀ ਨੇ ਤਰੀਕਾ ਦੱਸਤਾ। ਇੱਕ ਬੀਬੀ ਹੋ ਗਈ, ਘਰ ਵਾਲਾ ਹੋ ਗਿਆ, ਤੀਜਾ ਉਹ ਹੋ ਗਿਆ, 7 ਬੰਦੇ ਨਾਲ ਹੋਰ ਜੋੜ ਲਏ। ਤੇ ਉਹਦੇ ਤੋਂ ਬਾਅਦ ਫਿਰ ਡਕੈਤੀ ਦਾ ਕੰਮ ਬਣਿਆ। ਕਹਿੰਦੇ ਫੋਲਡਿੰਗ ਪੌੜੀ ਲਾ ਕੇ 8 ਜਣੇ ਪਿੱਛੋਂ ਦੀ ਚੜੇ ਕੰਪਨੀ ਦਫ਼ਤਰ 'ਚ, 2 ਜਣੇ ਫਿਰ ਮੋਰਲੇ ਪਾਸਿਓਂ ਦੀ ਆਏ ਆ। ਮੋਬਾਈਲ ਕਿਸੇ ਨੇ ਵਰਤਿਆ ਨਹੀਂ, ਆਪਾਂ ਕੱਲ੍ਹ ਵੀ ਦੱਸਿਆ ਸੀ, ਫੜੇ ਫੇਰ ਗਏ। ਇਸ ਕਰਕੇ ਜਿਹੜੇ ਬੰਦੇ ਨੂੰ ਲੱਗਦਾ ਨਾ ਮੈਂ ਸਿਰੇ ਦਾ ਜੁਗਤੀ, ਮੇਰੇ ਤੋਂ ਵੱਡਾ ਚਲਾਕ ਕੋਈ ਨਹੀਂ, ਆਪਾਂ ਨੂੰ ਕੌਣ ਫੜ ਲੂ, ਭਾਵੇਂ ਉਹ ਰੀਲ ਨਾ ਵੀ ਪਾਉਂਦਾ ਨੋਟਾਂ ਦੀ, ਅੜਿੱਕੇ ਤਾਂ ਵੀ ਆਣੇ, ਕਿਉਂਕਿ ਪੁਲਿਸ ਨੇ ਕਰੋੜ ਰੁਪਇਆ ਖਰਚਿਆ। ਨਹੀਂ ਵੈਸੇ ਮੈਂ ਸੋਚਦਾ ਵੀ ਚਲੋ ਜੇ ਵਿਆਹ ਅਜੇ ਥੋੜਾ ਚਿਰ ਹੋਇਆ ਹੋਏ ਨੂੰ, ਤੇ ਹੋ ਸਕਦਾ ਵੀ ਸੂਟ ਸਾਟ ਅਜੇ ਕੋਈ ਵਿਆਹ ਦਾ ਵੀ ਮਤਲਬ ਬੂੰਦੀ ਭੁਜਿਆ ਕਿਤੇ ਇੱਧਰ ਉੱਧਰ ਕਿਤੇ ਡਿੱਗਾ ਮੰਜਿਆਂ ਥੱਲੇ ਜੇ ਹੋਊਗਾ ਹੀ। ਅਜੇ ਬਜ਼ੁਰਗਾਂ ਦਾ ਵੀ ਕਿਤੇ ਹੋ ਸਕਦਾ ਵੀ ਚਾਅ ਪੂਰਾ ਨਾ ਹੋਇਆ, ਉਹ ਵੀ ਆਖਣ ਵੀ ਹਾਂ ਮੁੰਡਾ ਵਿਆਹ ਹੈਗਾ ਭੈਣ ਜੀ ਚਲੋ ਸੁੱਖ ਲਈਦਾ। ਹੁਣ ਕੁੜੀ ਚੰਗੀ ਆ, ਵਕੀਲ ਲਿਆ, ਉੱਥੇ ਕਚਹਿਰੀ ਜਾਂਦੀ, ਵਕੀਲਣੀ ਵਕੀਲਣੀ। ਜਦੋਂ ਹੁਣ ਇੱਥੇ ਕੰਮ ਖੁੱਲਿਆ ਹੋਣਾ ਉਦੋਂ ਬਾਅਦ ਹੋ ਸਕਦਾ ਵੀ ਮਤਲਬ ਆਪਣੇ ਵੀ ਤੇ ਪਿੰਡਾਂ ਥਾਵਾਂ ਤੇ ਪ੍ਰੋਬਲਮ ਇੱਕ ਇਹ ਵੀ ਹੁੰਦੀ ਆ ਨਾ ਵੀ ਕੁਝ ਬੰਦੇ ਸ਼ੁਭ ਚਿੰਤਕ ਹੁੰਦੇ ਆ, ਕੁਝ ਹੁੰਦੇ ਜਿਹਨਾਂ ਤਾਂ ਉਦੋਂ ਤੋਂ ਹੀ ਮਤਲਬ ਅੰਦਰ ਹੀ ਅੰਦਰ ਕਚੀਚੀ ਹੁੰਦੀ ਵੀ ਇਹਨਾਂ ਦਾ ਮੁੰਡਾ ਕਿੱਦਾਂ ਵਿਆਹ ਗਿਆ, ਸੂਤ ਕਿੱਦਾਂ ਆ ਗਿਆ, ਹੈ ਨਾ। ਤੇ ਹੋ ਸਕਦਾ ਵੀ ਜਦੋਂ ਇਹ ਗੱਲ ਪਤਾ ਲੱਗੀ ਹੋਵੇ ਤੇ ਜਿਹੜੀ ਬੀਬੀ ਉਦਣ ਦੀ ਹੋ ਸਕਦਾ ਆਪਣੇ ਪਿੰਡਾਂ ਦੇ ਰਿਵਾਜ ਨਾਲ ਵਹੁਟੀ ਵੇਖਣ ਆਏ ਆ, ਵਹੁਟੀ ਵੇਖਣ ਨਾ ਆਈ ਹੋਵੇ, ਉਹ ਪਤਾ ਲੈਣ ਜ਼ਰੂਰ ਆਏ, ਭੈਣ ਜੀ ਕੀ ਗੱਲ ਹੋ ਗਈ, ਸੁਣਿਆ ਇਦਾਂ ਦਾ ਕੁਝ ਹੋ ਗਿਆ ਨਿੱਕੇ ਦੇ ਆਪਣੀ ਵਹੁਟੀ ਨੂੰ ਲੱਭਦੇ ਫਿਰਦੇ, ਵਹੁਟੀ ਨੂੰ ਲੱਭਦੀ ਫਿਰਦੀ ਪੁਲਿਸ, ਹੈ ਲੱਭੀ ਨਹੀਂ ਵਹੁਟੀ ਆਪਣੀ, ਹੈ ਨਾ। ਸੋ ਇਹ ਵੀ ਕੰਮ ਹੋ ਸਕਦਾ। ਸੋ ਆਪਾਂ ਇਹ ਸਾਰੇ ਕੁਝ ਇੱਕ ਗੱਲ ਤੇ ਨਿਕਲਦੀ ਹੈ ਬਾਦ ਸਾਹਿਬ ਕਿ ਵੀ ਬੁਰੇ ਕੰਮ ਦਾ ਨਤੀਜਾ ਮਾੜਾ। ਕਿਸੇ ਨੂੰ ਇਹ ਲੱਗਦਾ ਹੋਵੇ ਵੀ ਵੀਰ ਮੇਰਾ ਕੋਈ ਨਹੀਂ ਚੱਕ ਲਓ ਆਪਾਂ ਬਸ ਰਾਤੋਂ ਰਾਤ ਅਮੀਰ ਹੋ ਜਾਣਾ ਤੇ ਫਿਰ ਪਤਾ ਨਹੀਂ ਕੀ ਹੋ ਜਾਣਾ। ਜਿਹੜਾ ਮਾੜੇ ਰਾਹ ਤੇ ਤੁਰ ਪਿਆ ਅੱਜ ਨਹੀਂ ਕੱਲ ਨਹੀਂ ਪਰਸੋਂ ਫਸਣਾ ਤੁਸੀਂ ਹੈਗਾ ਨਹੀਂ, ਇਹ ਬਚਣਾ ਚਾਹੀਦਾ ਥੋੜਾ ਜਿਹਾ। ਬਾਕੀ ਸੰਧਾਲੀਆ ਸਾਹਿਬ ਆਪਾਂ ਅੱਗੇ ਤੁਰਦੇ ਹਾਂ। ਬੀਬੀ ਸਰਬਜੀਤ ਕੌਰ ਮਾਣੂਕੇ ਜਗਰਾਉਂ ਤੋਂ MLA ਨੇ ਆਮ ਆਦਮੀ ਪਾਰਟੀ ਦੇ, ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਵੀ ਬਣਾਏ ਗਏ ਸੀ ਜਦੋਂ ਸੁਖਪਾਲ ਸਿੰਘ ਖਹਿਰਾ ਸਾਹਿਬ ਵਿਰੋਧੀ ਧਿਰ ਦੇ ਨੇਤਾ ਸੀ। ਬੀਬੀ ਜੀ ਦੇ ਐਤਕੀ ਦੂਜੀ ਵਾਰੀ ਜਿੱਤੇ, ਲੱਗਦਾ ਸੀ ਕਿ ਮੰਤਰੀ ਬਣ ਜਾਣਗੇ, ਪਰ ਮੰਤਰੀ ਤਾਂ ਨਹੀਂ ਬਣੇ। ਇੱਕ ਰੌਲਾ ਪੈ ਗਿਆ ਕਿ ਬੀਬੀ ਜੀ ਨੇ NRI ਦੀ ਕੋਠੀ ਦੱਬੀ ਉਹ ਆ। ਅਸੀਂ ਨਹੀਂ ਕਹਿੰਦੇ, ਆਪਾਂ ਤਾਂ ਉਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਗੱਲ ਕਰਦੇ ਹਾਂ ਜਿਹੜੀ DGP ਸਾਹਿਬ ਨੂੰ ਗਈ, ਜਿਹੜੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਗਈ, ਤੇ ਜਿਹੜੀ ਮੰਤਰੀ ਸਾਹਿਬ ਨੂੰ ਗਈ ਸੀ ਢਾਲੀਵਾਲ ਸਾਹਿਬ ਨੂੰ। ਉਹਦੇ ਵਿੱਚ NRI ਬੀਬੀ ਕਹਿੰਦੀ ਸੀ ਮੇਰੀ ਕੋਠੀ ਹੈ, ਇਹਨਾਂ ਨੇ ਆਪਣਾ ਸਮਾਨ ਰੱਖ ਲਿਆ, ਉੱਥੇ ਰਹੀ ਜਾਂਦੇ ਆ, ਮੈਂ ਕਹਿੰਦੀ ਤੇ ਛੱਡਦੇ ਨਹੀਂ, ਤਾਂ ਮੈਨੂੰ ਪਰਚਿਆਂ ਦੇ ਵਿੱਚ ਫਸਾਉਣ ਦੀ ਧਮਕੀ ਦਿੰਦੇ ਆ। ਉਹ ਇੱਕ ਸ਼ਿਕਾਇਤ ਹੈ ਜਿਹੜੀ ਐਗਜ਼ਿਸਟ ਕਰਦੀ ਹੈ, ਜਿਹਦੇ ਉੱਤੇ ਅਜੇ ਪੁਲਿਸ ਨੇ ਫੈਸਲਾ ਨਹੀਂ ਕੀਤਾ, ਨਾ ਉਹ ਬੀਬੀ ਨੇ ਸ਼ਿਕਾਇਤ ਵਾਪਸ ਲਈ ਹੈ। ਉਦੋਂ ਹੀ ਆਪਾਂ ਕਿਹਾ ਸੀ ਕਿ ਬੀਬੀ ਜੀ ਦੂਜੀ ਵਾਰੀ ਜਿੱਤੇ ਹੋਏ MLA ਨੇ, ਅਸੀਂ ਨਹੀਂ ਕਹਿੰਦੇ ਕਿ ਉਹ ਇਸ ਮਾਮਲੇ 'ਚ ਫਸ ਗਏ ਜਾਂ ਉਹ ਬਿਲਕੁਲ ਨਹੀਂ ਉਹਨਾਂ ਦਾ ਲੈਣਾ ਦੇਣਾ, ਪਰ ਉਹ ਆਪਣੇ ਵੱਲੋਂ ਸਪਸ਼ਟ ਕਰਦੇ ਨੇ ਤੇ ਕੋਠੀ ਛੱਡ ਕੇ ਸੱਜੇ ਖੱਬੇ ਹੋਣ।
ਰੌਲਾ ਕਾਹਦਾ ਹੁਣ ਬੀਬੀ ਸਰਬਜੀਤ ਕੌਰ ਮਾਣੂਕੇ ਆਖਰਕਾਰ ਹਫ਼ਤਾ ਕੁ ਜੇ ਹੋਇਆ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਬਹੁਤ ਚੰਗਾ ਹੋਇਆ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਪੱਤਰਕਾਰਾਂ ਨੂੰ ਸਵਾਲ ਕਰਨ ਦਾ ਮੌਕਾ ਮਿਲਦਾ। ਪ੍ਰੈਸ ਕਾਨਫਰੰਸ ਆਪਾਂ ਵੰਡ ਲੈਣੀ ਦੋ ਹਿੱਸਿਆਂ 'ਚ। ਪਹਿਲਾਂ ਤਾਂ ਬੀਬੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਦੂਸਰਾ ਸੁਖਪਾਲ ਸਿੰਘ ਖਹਿਰਾ ਨੂੰ ਘੇਰਿਆ। ਸਪਸ਼ਟੀਕਰਨ ਉਹਨਾਂ ਨੇ ਦਿੱਤਾ, ਕਹਿੰਦੇ ਜੀ ਮੈਂ ਕੋਠੀ ਛੱਡ ਦਿੱਤੀ। ਬੀਬੀ ਜੀ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਕੋਠੀ ਛੱਡ ਦਿੱਤੀ। ਦੂਸਰਾ ਪੱਤਰਕਾਰਾਂ ਨੇ ਪੁੱਛਿਆ ਜੀ ਚਾਬੀ, ਕਹਿੰਦੇ ਜਿਨ੍ਹਾਂ ਤੋਂ ਮੈਂ ਕੋਠੀ ਕਿਰਾਏ ਤੇ ਲਈ ਸੀ ਉਹਨਾਂ ਨੂੰ ਕਿਰਾਏ ਦਾ ਹਿਸਾਬ ਕਰਕੇ ਚਾਬੀ ਤਾਂ ਮੈਂ ਉਹਨਾਂ ਨੂੰ ਹੀ ਦੇਣੀ ਹੈ। ਤੀਸਰਾ ਉਹ ਕਹਿੰਦੇ ਜੀ ਉਹ NRI ਬੀਬੀ ਨਾਲ ਮੇਰਾ ਕੋਈ ਸੰਪਰਕ ਹੀ ਨਹੀਂ ਅੱਜ ਤੱਕ, ਨਾ ਕਦੇ ਟੈਲੀਫੋਨ ਤੇ ਨਾ ਕਦੇ ਮੁਲਾਕਾਤ, ਮੇਰਾ ਕੋਈ ਸੰਪਰਕ ਨਹੀਂ, ਮੈਨੂੰ ਪਤਾ ਹੀ ਨਹੀਂ। ਮੈਂ ਤਾਂ ਜਿਨ੍ਹਾਂ ਦੀ ਕੋਠੀ ਸੀ ਮੈਨੂੰ ਪਤਾ ਲੱਗਾ ਸੀ ਕਿ ਇਹਨਾਂ ਦੀ ਕੋਠੀ ਹੈ, ਮੈਂ ਤਾਂ ਉਹਨਾਂ ਦੇ ਨਾਲ ਬਕਾਇਦਾ ਐਗਰੀਮੈਂਟ ਕੀਤਾ, ਕਿਰਾਏਨਾਮਾ ਆਹ ਦੇਖੋ ਕਰਾਰਨਾਮਾ ਕੀਤਾ। ਉਹਨਾਂ ਨੇ ਉਹ ਪੇਪਰ ਦਿਖਾ ਲਿਆ ਕਿ ਆਹ ਦੇਖੋ ਜੇ ਇੰਨਾ ਕਿਰਾਇਆ ਹੋਊਗਾ ਸਾਰਾ ਕੁਝ। ਤੇ ਨਾਲ ਹੀ ਬੀਬੀ ਨੇ ਵੀ ਕਹਿਤਾ, ਉਹ ਕਹਿੰਦੇ ਜੀ ਦੋਸ਼ ਗਲਤ ਲੱਗਦੇ ਆ, ਇੱਕ ਵੀ ਮਰਲਾ ਜ਼ਮੀਨ ਮੇਰੇ ਨਾਂ ਸਾਰੇ ਪੰਜਾਬ 'ਚ ਨਹੀਂ, ਨਾ ਮੇਰੇ ਘਰ ਦੇ ਨਾਮ। ਮੈਂ ਤਾਂ 8 ਸਾਲ ਹੋ ਗਏ ਕਹਿੰਦੇ ਜਗਰਾਉਂ ਦੇ ਵਿੱਚ ਹੀ ਕਿਰਾਏ ਤੇ ਰਹਿੰਦੀ ਹਾਂ, 2 ਕੋਠੀਆਂ ਪਹਿਲੀਆਂ ਕਿਰਾਏ ਤੇ ਲਈਆਂ ਸੀ, ਮੈਂ ਉਹਨਾਂ ਦੱਬ ਲਈਆਂ। ਉਹਨਾਂ ਬੰਦਿਆਂ ਨੂੰ ਵੀ ਜਾ ਕੇ ਪੁੱਛੋ ਕਿ ਜਦੋਂ ਵੀ ਉਹਨਾਂ ਨੇ ਮੈਨੂੰ ਕੋਠੀ ਖਾਲੀ ਕਰਨ ਨੂੰ ਕਿਹਾ, ਮੈਂ ਉਹਨਾਂ ਤੋਂ ਮਹੀਨੇ 2 ਮਹੀਨੇ ਦਾ ਸਮਾਂ ਲੈ ਕੇ ਨਵੀਂ ਥਾਂ ਲੱਭ ਕੇ ਉਹਨਾਂ ਨੂੰ ਕੋਠੀ ਖਾਲੀ ਕਰਕੇ ਦਿੱਤੀ ਆ। ਮੇਰਾ ਤੇ 1 ਰੁਪਈਏ ਦਾ ਕਿਸੇ ਨਾਲ ਝਗੜਾ ਨਹੀਂ। ਆ ਵੀ ਕਹਿੰਦੇ ਮੈਂ ਕਾਹਤੋਂ ਇਸ ਰੌਲੇ ਰੱਪੇ 'ਚ ਪੈਣਾ। ਹੁਣ ਆਪਸ ਦੇ ਵਿੱਚ ਦੋਨੇ ਧਿਰਾਂ ਸਿੱਝਦੀਆਂ ਸਿੱਝਣ। ਦੇਖੋ ਜੇ ਤਾਂ ਇਦਾਂ ਹੀ ਆ, ਉਹਨਾਂ ਨੇ ਸਾਰੇ ਅਗਲੇ ਪਿਛਲੇ ਐਗਰੀਮੈਂਟ ਦਿਖਾਤੇ। ਜੇ ਤਾਂ ਬੀਬੀ ਜੀ ਦੇ ਸਾਰੇ ਐਗਰੀਮੈਂਟ ਠੀਕ ਨੇ, ਸਭ ਕੁਝ ਠੀਕ ਹੈ ਤਾਂ ਬਹੁਤ ਵਧੀਆ, ਬੀਬੀ ਜੀ ਇਦਾਂ ਹੀ ਹੋਣਾ ਚਾਹੀਦਾ। ਤੇ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਗੱਲ ਕੀਤੀ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਬਾਬਤ, ਕਿਉਂਕਿ ਖਹਿਰਾ ਸਾਹਿਬ ਤਾਂ ਚੰਨੀ ਸਾਹਿਬ ਨੂੰ ਵੀ ਸੁਨੇਹਾ ਭੇਜਦੇ ਕਿ ਭਾਈ ਆਹ ਦੇਖੋ ਹੈਗਾ ਕੋਈ ਅਦਾਲਤ ਦਾ ਹੁਕਮ, ਸਾਰੇ ਮਸਲਿਆਂ ਦੇ ਉੱਤੇ ਉਹ ਖੁੱਲ੍ਹ ਕੇ ਬੋਲਦੇ ਆ ਬਾਕੀ ਕਾਂਗਰਸੀਆਂ ਤੋਂ ਵੱਧ। ਖਹਿਰਾ ਸਾਹਿਬ ਇਸ ਮਸਲੇ ਦੇ ਉੱਤੇ ਵੀ ਬੜਾ ਤਿੱਖਾ ਬੋਲੇ ਸੀ ਤੇ ਬੀਬੀ ਜੀ ਨੇ ਇਹ ਕਹਿਤਾ, ਕਹਿੰਦੇ ਖਹਿਰਾ ਸਾਹਿਬ ਦਾ ਢਿੱਡ ਦੁਖਦਾ ਰਹਿੰਦਾ। ਅਸੀਂ ਫੇਰ ਕਹਿੰਦੇ ਆ ਜੋ ਕੁਝ ਬੀਬੀ ਸਰਬਜੀਤ ਕੌਰ ਮਾਣੂਕੇ ਹੋਰਾਂ ਨੇ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਬਾਬਤ ਕਿਹਾ, ਉਹਦੇ ਨਾਲ ਜੇ ਕਿਤੇ ਬੀਬੀ ਜੀ ਦਾ ਪਹਿਲੇ ਮਸਲੇ ਦੇ ਵਿੱਚ ਕੋਈ ਦੋਸ਼ ਆ ਉਹ ਨਹੀਂ ਘਟਦਾ। ਜੇ ਬੀਬੀ ਜੀ ਦਾ ਕੋਈ ਦੋਸ਼ ਨਹੀਂ ਤਾਂ ਉਹ ਵੱਧਦਾ ਨਹੀਂ ਕੁਝ ਵੀ। ਹੁਣ ਉਹ ਕਹਿੰਦੇ ਜੀ ਸੁਖਪਾਲ ਸਿੰਘ ਖਹਿਰਾ ਨੇ ਰਾਮਗੜ੍ਹ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਸਰਕਾਰੀ ਗਲੀ ਦੱਬੀ ਆ। ਉਹ ਕਹਿੰਦੇ ਜਾ ਕੇ ਨਕਸ਼ਾ ਦੇਖ ਲਓ, ਉੱਥੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ। ਗਲੀ ਆਪਣੇ ਘਰ ਦੇ ਵਿੱਚ ਹੀ ਬਣਾ ਲਈ ਹੈ। ਕਹਿੰਦੇ ਮੈਨੂੰ ਕਿਹੜਾ ਸੁਪਨਾ ਆਉਣਾ ਸੀ, ਮੈਨੂੰ ਇਹਨਾਂ ਦੇ ਪਿੰਡ ਦੇ ਲੋਕਾਂ ਨੇ ਹੀ ਦੱਸਿਆ ਤੇ ਛੁੱਟੂਗੀ ਉਹ ਗਲੀ, ਹੁਣ ਪਤਾ ਲੱਗੂਗਾ ਕਿ ਕਹਾਣੀ ਕਿੱਧਰ ਜਾਂਦੀ ਹੈ। ਉਹਨਾਂ ਨੇ ਖਹਿਰਾ ਸਾਹਿਬ ਘੇਰ ਲਿਆ। ਆਹੋ ਨਹੀਂ, ਇਹ ਦੇਖੋ ਪਹਿਲੀ ਤਾਂ ਮੇਰਾ ਖਿਆਲ ਬੀਬੀ ਮਾਣੂਕੇ ਹੋਰਾਂ ਦੀ ਇਸ ਗੱਲੋਂ ਆਪਾਂ ਤਾਰੀਫ ਕਰ ਦਿੰਦੇ ਆ, ਕਿਉਂਕਿ ਮੇਰਾ ਖਿਆਲ ਜਿੰਨੇ ਹਫ਼ਤਾ ਕੀ ਚੱਲਿਆ ਕੰਮ, ਹਫ਼ਤਾ ਆਪਾਂ ਜਿੱਥੇ ਵੀ ਕਿਤੇ ਵਿਚਰੇ ਆ, ਮੇਰਾ ਖਿਆਲ ਪਹਿਲਾ ਨਹੀਂ ਤੇ ਦੂਜਾ ਸਵਾਲ ਆਪਾਂ ਨੂੰ ਜ਼ਰੂਰ ਹੁੰਦਾ ਜੀ ਉਹ ਫਿਰ ਕੋਠੀ ਜੀ ਕਿੱਦਾਂ, ਫਿਰ ਉਹ ਤੁਹਾਨੂੰ ਲੱਗਦਾ ਹੁਣ ਆਪਾਂ ਨੂੰ ਲੱਗਦਾ ਵੀ ਆਪਾਂ ਕਿਹੜਾ ਵੀ ਚਾਬੀਆਂ ਛਡਾਉਣੀਆਂ ਵੀ ਆ ਜੀ ਤੁਸੀਂ ਕੋਠੀ ਰੂਟ ਛੱਡ ਦਿਓ, ਪਰ ਆਪਾਂ ਇਹ ਸੋਚਦੇ ਸੀ ਵੀ ਜੇ ਸਹੀ ਹੈ ਮਸਲਾ ਤੇ ਫਿਰ ਉਹਨਾਂ ਨੂੰ ਸਾਹਮਣੇ ਆ ਜਾਣਾ ਚਾਹੀਦਾ ਮੀਡੀਆ ਦੇ ਵੀ ਆ ਚੁੱਕੋ ਕੁੰਜੀਆਂ ਵੀਰ ਤੇ ਮੈਂ ਚ ਰਹਿਣਾ ਕਾਹਨੂੰ ਜੇ ਦਾ ਰੌਲਾ। ਹੁਣ ਜਿੰਨੀ ਕੁ ਗੱਲ ਮੇਰਾ ਖਿਆਲ ਉਸ ਪ੍ਰੈਸ ਕਾਨਫਰੰਸ ਚੋਂ ਸਾਹਮਣੇ ਆਉਂਦੀ ਉਹਦੇ 'ਚ ਉਹਨਾਂ ਨੇ ਆਪਣੇ ਵੱਲੋਂ ਤਾਂ ਕਲੀਅਰ ਕਰਤਾ ਵੀ ਸਾਲਾਂ ਬੱਧੀ ਉਹ ਚਾਹੇ ਟਿਊਸ਼ਨ ਪੜ੍ਹਾਉਂਦੇ ਸੀ ਜਾਂ ਕਿਸੇ ਤਰ੍ਹਾਂ ਵੀ ਆਪਣਾ ਗੁਜ਼ਾਰਾ ਕਰਦੇ ਸੀ, ਸ਼ਾਇਦ ਪ੍ਰਾਈਵੇਟ ਟੀਚਰ ਵੀ ਸੀਗੇ, ਵੀ ਉਹ ਕਹਿੰਦੇ ਵੀ ਮੈਂ ਸਾਦੇ ਘਰ 'ਚ ਰਹਿੰਦੀ ਸੀ, ਸਾਦਾ ਪਰਿਵਾਰ ਸੀ ਤੇ ਬਹੁਤੀ ਕੋਈ ਸਾਡੇ ਕੋਲ ਇਨਕਮ ਆਮਦਨ ਹੈ ਨਹੀਂ ਸੀ, ਵੀ ਨਾ ਦੇ ਅੱਜ ਤੱਕ ਘਰ ਬਣਿਆ ਤੇ ਨਾ ਹੀ ਕੋਈ ਬਣਾਇਆ ਹੀ ਆ, ਵੀ ਕੋਠੀ ਅਸੀਂ ਆ ਦੇ ਦਿੱਤੀ ਆ, ਗਾਂ ਹੁਣ ਅਗਲੇ ਥਾਂ ਲੈ ਲਿਆ ਮਕਾਨ, ਉਹ ਕਹਿੰਦੇ ਵੀ ਹੁਣ ਉੱਥੇ ਰਵਾਂਗੇ ਕਿਰਾਏ ਤੇ। ਚੰਗੀ ਗੱਲ ਜੀ। ਜਿਹੜੀ ਖਹਿਰਾ ਸਾਹਿਬ ਵਾਲੀ ਗੱਲ ਆ, ਮੈਨੂੰ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਹੋ ਸਕਦਾ ਵੀ ਹੌਲੀ ਕਈ ਤਰ੍ਹਾਂ ਦੇ ਕਾਗਜ਼ ਕੱਢ ਲਿਆਉਣ, ਕਿਉਂਕਿ ਇੱਕ ਤੇ ਗਲੀ ਵਾਲੀ ਗੱਲ ਕੀਤੀ, ਦੂਜੀ ਮੇਰਾ ਖਿਆਲ ਉਹਨਾਂ ਨੂੰ ਕੁਝ ਜ਼ਮੀਨ ਭਾਂਡੇ ਦੀ ਵੀ ਗੱਲ ਕੀਤੀ ਹੈ ਵੀ ਉਹ ਮੇਰਾ ਖਿਆਲ ਪੁਰਾਣੀਆਂ ਫਰਦਾਂ ਕਿਉਂਕਿ ਸਰਕਾਰੀ ਦਰਬਾਰੇ 'ਚ ਭਾਈ ਸਾਹਿਬ ਜਿਹਦੀ ਸਰਕਾਰ ਹੋਵੇ ਉਹ ਆਮ ਬੰਦੇ ਨੂੰ ਨਹੀਂ ਫਰਦ ਮਿਲਦੀ ਹੁੰਦੀ, ਜਿਹਦੀ ਸਰਕਾਰ ਹੋਵੇ ਉਹਨੂੰ ਤਾਂ ਪੁਰਾਣੀਆਂ ਜਮ੍ਹਾਂਬੰਦੀਆਂ ਅਗਲੇ ਕੱਢ ਕੇ ਦਿੰਦੇ। ਆਹ ਦੇਖੋ ਜੀ ਇਹ ਉਦੋਂ ਸਨ ਇੰਨੀ ਵਾਲੀ ਜਮ੍ਹਾਂਬੰਦੀ ਸੀ, ਉਦੋਂ ਪਟਵਾਰੀ ਸਾਹਿਬ ਫਲਾਣੇ ਹੁੰਦੇ, ਉਹ ਕਿੱਥੇ, ਉਹ ਬਜ਼ੁਰਗ ਹੋ ਗਏ, ਕੋਈ ਗੱਲ ਨਹੀਂ, ਕਹਿੰਦੇ ਅਸੀਂ ਮਿਲੇ ਉਹਨੇ ਜਾ ਕੇ। ਉਹ ਮੇਰੇ ਖਿਆਲ ਨਾਲ ਜਿੰਨੇ ਏਕੜ ਜ਼ਮੀਨ ਦੀ ਉਹ ਉਦੋਂ ਦੀ ਮਲਕੀਅਤ ਦਿਖਾਉਂਦੇ ਆ ਤੇ ਫਿਰ ਉਹ ਕਹਿੰਦੇ ਵੀ ਇੰਨੀ ਜ਼ਮੀਨ ਆਹ ਬਣਦੀ ਸੀ, ਇੰਨੀ ਜ਼ਮੀਨ ਮੇਰਾ ਖਿਆਲ ਉਹ ਦਾਦਾ ਜੀ ਤੋਂ ਸ਼ੁਰੂ ਹੁੰਦੇ ਨੇ ਵੀ ਉਹਨਾਂ ਕੋਲ ਸੀ, ਫਿਰ ਉਹਨਾਂ ਦੇ ਪਿਤਾ ਜੀ ਕੋਲ ਸੀ ਤੇ ਹੁਣ ਖਹਿਰਾ ਸਾਹਿਬ ਕੋਲ ਇੰਨੀ ਜ਼ਮੀਨ ਆ, ਰਿਕਾਰਡ ਇੰਨੀ ਦਾ ਬੋਲਦਾ ਸੀ, ਜ਼ਮੀਨ ਹੁਣ ਇੰਨੀ ਬੋਲਦੀ ਹੈ ਨਾ, ਇਹ ਕੀ ਹਿਸਾਬ ਕਿਤਾਬ ਹੈ। ਸੋ ਮੈਨੂੰ ਲੱਗਦਾ ਕਿ ਵੀ ਹੋ ਸਕਦਾ ਵੀ ਸਰਬਜੀਤ ਕੌਰ ਮਾਣੂਕੇ ਹੋਰਾਂ ਨੇ ਕੋਠੀ ਦੱਬੀ ਸੀ ਨਹੀਂ ਦੱਬੀ ਸੀ, ਉਹਨਾਂ ਨੇ ਤਾਂ ਕਲੀਅਰ ਕਰਤਾ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਜ਼ਰੂਰ ਸਫਾਈਆਂ ਦੇਣੀਆਂ ਪੈਣਗੀਆਂ। ਮੈਂ ਇੱਕ ਬੇਨਤੀ ਜ਼ਰੂਰ ਕਰਦਾ ਸੰਧਾਲੀਆ ਸਾਹਿਬ ਕਿ ਜਿੰਨੇ ਵੀ ਆਪਣੇ ਲੀਡਰ ਨੇ ਕਿਰਿਆ ਤੇ ਪ੍ਰਤੀਕਿਰਿਆ ਨਾ ਕਰਨ। ਜੇ ਬੀਬੀ ਸਰਬਜੀਤ ਕੌਰ ਮਾਣੂਕੇ ਹੋਰਾਂ ਦੇ ਉੱਤੇ ਦੋਸ਼ ਲੱਗਾ ਸੀ, ਉਹਨਾਂ ਨੇ ਆਪਣੀ ਸਫਾਈ ਦੇ ਦਿੱਤੀ, ਪਰ ਇਸ ਕਰਕੇ ਖਹਿਰਾ ਸਾਹਿਬ ਦੇ ਉੱਤੇ ਦੋਸ਼ ਨਾ ਲੱਗੇ ਕਿ ਤੁਸੀਂ ਸਾਡੇ ਤੇ ਉਂਗਲੀ ਚੁੱਕੀ, ਆਹ ਦੇਖੋ ਤੁਸੀਂ ਕਿਹੜਾ ਮਾਣੇ ਨਹੀਂ ਹੈਗੇ। ਤੁਸੀਂ ਤਾਂ ਜਿੰਨੇ ਵੀ ਪੰਜਾਬ ਦੇ ਤੁਹਾਡੀਆਂ ਵਿਰੋਧੀ ਪਾਰਟੀਆਂ ਦੇ, ਤੁਹਾਡੀ ਆਪਣੀ ਪਾਰਟੀ ਦੇ ਵੀ ਲੀਡਰ ਹੈ ਜਿਹੜਾ ਵੀ, ਤੁਸੀਂ ਸਾਰਿਆਂ ਤੇ ਨਿਗਾਹ ਰੱਖੋ। ਜੇ ਤੁਹਾਨੂੰ ਕਿਸੇ ਗੱਲ ਦਾ ਪਤਾ ਲੱਗਦਾ, ਜੇ ਤਾਂ ਬੀਬੀ ਸਰਬਜੀਤ ਕੌਰ ਮਾਣੂਕੇ ਹੋਰਾਂ ਨੂੰ ਕੱਲ੍ਹ ਹੀ ਪਤਾ ਲੱਗਾ ਕੋਈ ਗੱਲ ਨਹੀਂ, ਪਰ ਜੇ ਉਹਨਾਂ ਨੂੰ ਪਹਿਲਾਂ ਦਾ ਪਤਾ ਸੀ, ਜੇ ਰਾਮਗੜ੍ਹ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਦੱਸਿਆ ਸੀ ਤਾਂ ਪਹਿਲਾਂ ਮਸਲਾ ਚੱਕਣਾ ਚਾਹੀਦਾ ਸੀ। ਹੁਣ ਕਿਤੇ ਨਾ ਕਿਤੇ ਐਂ ਲੱਗਦਾ ਕਿ ਭਾਈ ਇਹ ਕਿਰਿਆ ਦੀ ਪ੍ਰਤੀਕਿਰਿਆ ਹੋਗੀ ਕਿ ਤੁਸੀਂ ਸਾਨੂੰ ਕਿਹਾ ਅਸੀਂ ਤੁਹਾਨੂੰ ਆਖਾਂਗੇ।
17 ਏਕੜ ਜਾਂ 50-51 ਏਕੜ ਜੇ ਕਾਨੂੰਨ, ਅਸੀਂ ਤਾਂ ਬੀਬੀ ਸਰਜੀਤ ਕੌਰ ਮਾਣੂ ਘੇਰਾਂ ਨੂੰ ਕਹਿੰਦੇ ਆ ਕਿ ਜੇ ਤੁਹਾਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੇ ਕੁਝ ਵੀ ਗਲਤ ਕੀਤਾ ਹੈ, ਸਰਕਾਰ ਤੁਹਾਡੀ ਹੈ, ਸਰਕਾਰੀ ਮਸ਼ੀਨਰੀ, ਸਰਕਾਰੀ ਕਾਨੂੰਨ ਤੁਸੀਂ ਉਹ ਲਾਗੂ ਕਰਾਉਣਾ। ਵਿਰੋਧੀ ਧਿਰ ਵਾਲੇ ਤਾਂ ਮੰਗ ਕਰ ਸਕਦੇ ਹੁੰਦੇ ਤੇ ਸੱਤਾਧਾਰੀ ਧਿਰ ਵਾਲੇ ਜਿਹੜੇ ਆ ਉਹ ਕਾਰਵਾਈ ਕਰ ਸਕਦੇ ਹੁੰਦੇ ਆ। ਤੁਸੀਂ ਕਾਰਵਾਈ ਕਰੋ, ਤੁਸੀਂ ਮਿੰਟ ਇੱਕ ਨਾ ਲਾਓ, ਤੁਸੀਂ ਤਾਂ ਅਗਲੇ ਪਾਸੇ ਨੂੰ ਵਧੋ ਬਸ, ਕਿ ਜੇ ਅਗਲੇ ਨੇ ਗਲੀ ਦੱਬੀ ਹੈ ਤਾਂ ਕਢਾਓ, ਜੇ ਜ਼ਮੀਨ ਕਿਸੇ ਗਲਤ ਤਰੀਕੇ ਇਕੱਠੀ ਕੀਤੀ ਹੈ ਤਾਂ ਕਾਰਵਾਈ ਕਰੋ। ਤੁਸੀਂ ਨਹੀਂ ਪ੍ਰੈਸ ਕਾਨਫਰੰਸ ਕਰਨੀ, ਤੁਸੀਂ ਤਾਂ ਐਕਸ਼ਨ ਲੈਣਾ ਤੇ ਐਕਸ਼ਨ ਲੈ ਕੇ ਦੱਸਣਾ ਹੈ। ਦੂਸਰਾ, ਇੱਕ ਦੋਸ਼ ਚੰਡੀਗੜ੍ਹ ਵਾਲੀ ਕੋਠੀ ਦਾ ਵੀ ਲਾਤਾ ਕਿ ਚੰਡੀਗੜ੍ਹ 'ਚ ਕਿਹੜੀ ਕੋਠੀ 16 ਲੱਖ ਦੀ ਮਿਲਦੀ ਹੈ। ਖਹਿਰਾ ਸਾਹਿਬ ਤੁਸੀਂ ਵੀ ਤਾਂ ਕਿਰਾਏ ਤੇ ਲਈ ਸੀ, ਦੱਸੋ ਉਹਦਾ ਮਾਲਕ ਕੌਣ ਹੈ। 3 ਮਸਲੇ ਹੋ ਗਏ, ਇੱਕ ਰਾਮਗੜ੍ਹ ਪਿੰਡ ਦੀ ਖਹਿਰਾ ਸਾਹਿਬ ਦੀ ਗਲੀ ਜਿਹੜੀ ਘਰ ਦੇ ਨੇੜੇ ਕਿਤੇ ਉਹ ਕਹਿੰਦੇ ਆ, ਦੂਸਰਾ ਜ਼ਮੀਨ, ਤੀਸਰੀ ਚੰਡੀਗੜ੍ਹ ਵਾਲੀ ਕੋਠੀ। ਦੇਖੋ ਇੱਕ ਪਾਰਟੀ 'ਚ ਰਹੇ ਆ ਲਗਾਤਾਰ, ਪਹਿਲਾਂ ਖਹਿਰਾ ਸਾਹਿਬ ਵੀ ਆਮ ਆਦਮੀ ਪਾਰਟੀ ਸੀ, ਉਹ ਵੀ ਆਮ ਆਦਮੀ ਪਾਰਟੀ ਸੀ, ਸਗੋਂ ਇਹ ਦੋਵੇਂ ਲੀਡਰ ਤਾਂ ਨੇੜੇ ਬਹੁਤ ਰਹੇ ਆ, ਕਿਉਂਕਿ ਇੱਕ ਵਿਰੋਧੀ ਧਿਰ ਦੇ ਨੇਤਾ ਤੇ ਦੂਸਰੇ ਵਿਰੋਧੀ ਧਿਰ ਦੇ ਉਪ ਨੇਤਾ ਕਈ ਦਿਨ ਦੀਆਂ ਸਲਾਹਾਂ ਕਰਨੀਆਂ ਪੈਂਦੀਆਂ ਹੋਣੀਆਂ। ਹੁਣ ਉਸ ਸਾਰੀ ਦੀ ਸਾਰੀ ਪ੍ਰਕਿਰਿਆ ਦੇ ਵਿੱਚ ਸੰਧਾਲੀਆ ਸਾਹਿਬ ਕਹਾਣੀ ਕਿੱਧਰਲੇ ਪਾਸੇ ਜਾਊਗੀ। ਵੈਸੇ ਪੰਜਾਬ ਦੇ ਲੋਕਾਂ ਦੇ ਪੱਖ ਤੋਂ ਜਿੰਨਾ ਉਦਾਸ ਦਿਨ ਅੱਜ ਕੱਲ੍ਹ ਚੱਲ ਰਹੇ ਨੇ ਜਿੰਨੇ, ਉਹਨੇ ਕਦੇ ਨਹੀਂ ਆਉਣੇ, ਕਿਉਂਕਿ ਜੇ ਜਗਰਾਉਂ ਵਾਲੇ ਸੋਚਣਗੇ ਯਾਰ ਸਾਡੀ ਬੀਬੀ ਦੇ ਉੱਤੇ ਵਿਧਾਇਕਾਂ ਦੇ ਉੱਤੇ ਦੋਸ਼ ਲੱਗਾ ਤਾਂ ਕਿੰਨੀ ਮਾੜੀ ਗੱਲ ਹੈ, ਦੂਸਰੇ ਪਾਸੇ ਜੇ ਭਲਾਥ ਵਾਲੇ ਸੋਚਣਗੇ ਯਾਰ ਵੀ ਕਿੰਨੀ ਸਾਫ਼ ਗੋਈ ਨਾ ਬੋਲਦੇ, ਕਦੇ ਜਵਾਪਾ ਦੇ ਖਿਲਾਫ ਬੋਲਦੇ ਖਹਿਰਾ ਸਾਹਿਬ, ਕਦੇ ਕਿਸੇ ਮੁੱਦੇ ਦੇ ਖਿਲਾਫ, ਤੇ ਅਸੀਂ ਉਡੀਕ ਕਰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ 24 ਘੰਟੇ ਪੈਣ ਦੇਣੇ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ, ਉਹ ਇਸ ਮਸਲੇ ਦੇ ਉੱਤੇ ਮੈਨੂੰ ਲੱਗਦਾ ਸਪਸ਼ਟ ਹੋਣਗੇ। ਜਿਸ ਤਰੀਕੇ ਬਾਕੀ ਸਾਰੇ ਕਾਗਜ਼ ਪੱਤਰ ਲੈ ਕੇ ਜਾਂਦੇ ਹੁੰਦੇ ਆ, ਉਹ ਕਾਗਜ਼ ਪੱਤਰ ਲੈ ਕੇ ਸਾਹਮਣੇ ਆਉਣਗੇ ਤੇ ਕੱਲ ਦੇ ਪ੍ਰੋਗਰਾਮ 'ਚ ਮੈਨੂੰ ਲੱਗਦਾ ਕਿ ਆਪਾਂ ਸਾਫ਼ ਤੌਰ 'ਤੇ ਦੱਸਾਂਗੇ ਖਹਿਰਾ ਸਾਹਿਬ ਨੇ ਬੀਬੀ ਸਰਜੀਤ ਕੌਰ ਮਾਣੂਕੇ ਦੇ ਲਾਏ ਗਏ ਦੋਸ਼ਾਂ ਦੇ ਉੱਤੇ ਆਖਿਆ ਕੀ ਹੈ। ਇਹ ਸਾਰੇ ਕੁਛ ਤਾਂ ਮੈਨੂੰ ਲੱਗਦਾ ਵੀ ਇੱਕ ਚੀਜ਼ ਜਿਹੜੀ ਹੁਣ ਟ੍ਰੈਂਡ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਉਹ ਚੰਗੀ ਹੋਣ ਲੱਗ ਪਈ। ਉਹ ਚੰਗੀ ਗੱਲ ਇਹ ਹੋਣ ਲੱਗ ਪਈ ਕਿ ਪਹਿਲਾਂ ਕੋਈ ਗੱਲ ਨਿਕਲਦੀ ਨਹੀਂ ਸੀ, ਕਿਸੇ ਨੂੰ ਪਤਾ ਨਹੀਂ ਸੀ ਲੱਗਦਾ, ਮੀਡੀਆ 'ਚ ਚਰਚਾ ਨਹੀਂ ਸੀ ਹੁੰਦੀ, ਲੋਕ ਪੁੱਛਦੇ ਨਹੀਂ ਸੀ ਤੇ ਗੱਲ ਗੋਲ ਹੋ ਜਾਂਦੀ ਸੀ। ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਕੋਠੀ ਦੇ ਕਬਜ਼ਾ ਸੀ ਨਹੀਂ ਸੀ, ਕਿਰਾਏ ਤੇ ਸੀ ਨਹੀਂ ਸੀ, ਜੋ ਵੀ ਸੀ, ਪਰ ਇੱਕ ਚਰਚਾ ਚੱਲੀ, ਉਹਦੇ 'ਚ ਲੋਕਾਂ ਨੂੰ ਭਾਵੇਂ 1% ਕੀ 0.5% ਵੀ ਸ਼ੱਕ ਜਾਪਿਆ। ਉਸੇ ਵੇਲੇ MLA ਸਾਹਿਬਾਂ ਸਾਹਮਣੇ ਆਏ ਤੇ ਉਹਨਾਂ ਨੇ ਆਣ ਕੇ ਕਲੀਅਰ ਕਰਤਾ। ਇਸ ਤੋਂ ਪਹਿਲਾਂ ਆਪਾਂ ਕਈ ਵਾਰ ਦੇਖਦੇ ਸੁਣਦੇ ਵੀ ਕਈ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਯਾਰ ਕਿਹੜੀ ਗੱਲ ਕਿੱਦਾਂ ਨਹੀਂ। ਮੁੱਖ ਮੰਤਰੀ ਸਾਹਿਬ ਕਈ ਵਾਰਾਂ ਗੱਲ ਛੇੜਦੇ ਹੁੰਦੇ ਨਾ ਵੀ ਆਹ ਦੇਖੋ ਮੈਂ ਸੰਨ ਫਲਾਨੀ ਦੀ ਚਿੱਠੀ ਕੱਢ ਕੇ ਲਿਆ, ਕਦੀ ਤੁਹਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਹੈ ਨਾ। ਉਹਦਾ ਮਤਲਬ ਇਹ ਹੋ ਗਿਆ ਵੀ ਪਹਿਲਾਂ ਗੱਲ ਨਾ ਮੀਡੀਆ 'ਚ ਆਉਂਦੀ ਸੀ ਨਾ ਲੋਕਾਂ ਤੱਕ ਜਾਂਦੀ ਸੀ, ਗੱਲ ਗੋਲ ਹੋ ਜਾਂਦੀ ਸੀ। ਤੇ ਇਸੇ ਕਰਕੇ ਸ਼ਾਇਦ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਸੀ ਵੀ ਯਾਰ ਕਈ ਕੁਛ ਰਲਿਆ ਮਿਲਿਆ ਚੱਲਦਾ ਰਿਹਾ, ਵੀ ਐਡੀ ਨਹੀਂ ਗੱਲ ਹੈਗੀ, ਅਸੀਂ ਤੁਹਾਨੂੰ ਦੱਸਾਂਗੇ। ਹੁਣ ਕੀ ਆ ਕਿ ਵੀ ਜੇ ਇਹ ਨਹੀਂ ਢਿੱਲ ਗੁਜ਼ਾਰਦੇ ਵੀ ਅਸੀਂ ਭਾਈ ਸਾਹਿਬ ਉਸੇ ਵੇਲੇ ਦੱਸਾਂਗੇ ਵੀ ਕਿਹਨੇ ਕੀ ਕੀਤਾ, ਤੇ ਘੱਟ ਹੁਣ ਵਿਰੋਧੀ ਧਿਰ ਨੇ ਗੁਜ਼ਾਰਦੇ ਵੀ ਜਿੱਥੇ ਕਿਹੜਾ ਬੰਦਾ ਪਾਣੀ ਪੀਂਦਾ, ਚਾਹ ਪੀਂਦਾ, ਦੁੱਧ ਪੀਂਦਾ, ਬਹਿੰਦਾ, ਉੱਠਦਾ, ਖਲੋਂਦਾ, ਹੈ ਨਾ, ਉਹਦੇ ਜਿੱਥੇ ਮਾੜਾ ਜਿਹਾ ਵੀ ਲੋਕਾਂ ਨੂੰ ਝੋਲ ਲੱਗਦਾ ਲੋਕ ਸਵਾਲ ਕਰਦੇ ਆ। ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਜਿਹੜੀ ਚੀਜ਼ ਮਾੜੀ ਜੀ ਵੀ ਸੱਜੇ ਖੱਬੇ ਹੁੰਦੀ ਉਹ ਮੀਡੀਆ ਨਾਲ ਲੋਕਾਂ ਜਾਂਦੀ ਹੈ, ਲੋਕਾਂ ਦੀ ਪ੍ਰਤੀਕਿਰਿਆ ਆਉਂਦੀ ਹੈ, ਤੇ ਉਹ ਸਾਰੇ ਕੁਝ ਨੂੰ ਦਰੁਸਤ ਕਰਨਾ ਪੈਂਦਾ। ਜਿਹੜਾ ਵੀ ਲੀਡਰ ਹੋਏ, ਜੇ ਤੇ ਉਹ 'ਚ ਗਲਤੀ ਆ ਅਗਲਾ ਮੰਨਦਾ, ਦਰੁਸਤ ਕਰਦਾ। ਜੇ ਮੰਨ ਲਓ ਵੀ ਕੋਈ ਉਹੋ ਜਿਹੀ ਗਲਤੀ ਹੈ ਮੈਨੂੰ ਕੁਰਸੀ ਤੋਂ ਲਾਂਭੇ ਹੋਣਾ ਪੈਂਦਾ, ਤੇ ਉਹ ਵੀ ਹੋ ਰਿਹਾ ਕੰਮ। ਮੈਂ ਨਾ ਵੀ ਇੱਦਾਂ ਜੇ ਕੰਮ ਚੱਲਦਾ ਰਹੇ ਤੇ ਹੋ ਸਕਦਾ ਵੀ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੀ ਨਜ਼ਰ 'ਚ ਰਹਿਣ, ਨਿਗਾਹ 'ਚ ਰਹਿਣ। ਇਹ ਠੀਕ ਹੈ ਗੱਲ। ਮੈਂ ਸੰਧਾਲੀਆ ਸਭ ਸੋਚਦਾ ਸੀ ਆਮ ਬੰਦਾ ਕਹਿੰਦਾ ਹੁੰਦਾ ਹਾਊ ਪਰੇ ਯਾਰ ਅਸੀਂ ਨਹੀਂ ਲੈਣਾ। 117 MLA ਨੇ ਪੰਜਾਬ ਦੇ ਵਿੱਚ, 17-18 ਕਾਂਗਰਸ ਪਾਰਟੀ ਦੇ ਵੀ ਹੈ, 3 ਅਕਾਲੀਆਂ ਦੇ ਨੇ, 2 BJP ਦੇ ਨੇ, 1 ਬਸਪਾ ਦਾ। ਪਰ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਜੇ ਆਪਾਂ ਪਿਛਲਾ ਰਿਕਾਰਡ ਦੇਖੀਏ, ਜੇ ਸਭ ਤੋਂ ਵੱਧ ਵੱਖ-ਵੱਖ ਲੀਡਰਾਂ ਦੇ ਉੱਤੇ ਬੋਲੇ ਨੇ ਤਾਂ ਸਰਦਾਰ ਸੁਖਪਾਲ ਸਿੰਘ ਖਹਿਰਾ, ਵੀ ਜਾਣੀ ਇੰਨੇ ਪਾਸਿਆਂ ਤੇ ਹਮਲੇ ਕਰਕੇ ਤੇ ਉਹਨੇ ਪਾਸਿਆਂ ਤੋਂ ਹਮਲੇ ਝੇਲਣੇ ਵੀ ਪੈਂਦੇ ਆ। ਕਿਵੇਂ ਝੇਲਦੇ ਹੋਣਗੇ? ਤੁਹਾਨੂੰ ਯਾਦ ਹੋਣਾ ਜਦੋਂ ਕਾਂਗਰਸ ਵਿੱਚ ਹੁੰਦੇ ਸੀ ਤਾਂ ਬਾਦਲਾਂ ਦੇ ਖਿਲਾਫ ਕਿੰਨਾ ਬੋਲਦੇ ਸੀ, ਜਦੋਂ ਵਿਰੋਧੀ ਧਿਰ ਦੇ ਨੇਤਾ ਸੀ ਤਾਂ ਕੈਪਟਨ ਸਾਹਿਬ ਦੀ ਸਰਕਾਰ ਦੇ ਖਿਲਾਫ, ਕੈਪਟਨ ਸਾਹਿਬ ਦੇ ਖਿਲਾਫ ਕਿੰਨਾ ਬੋਲੇ ਸੀ। ਫਿਰ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਖਿਲਾਫ ਉਹਨਾਂ ਦਾ ਮੋਰਚਾ ਸੀ। ਫਿਰ ਜਦੋਂ ਆਮ ਆਦਮੀ ਪਾਰਟੀ ਤੋਂ ਲਾਂਭੇ ਹੋਏ ਤਾਂ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਦੇ ਨਾਲ ਉਹਨਾਂ ਦਾ ਮੋਰਚਾ ਖੁੱਲ੍ਹਾ। ਹੁਣ ਲਾਲਚੰਦ ਕਟਾਰੂ ਚੱਕ ਸਾਹਿਬ ਦੇ ਖਿਲਾਫ, ਬੀਬੀ ਜੀ ਦੇ ਖਿਲਾਫ। ਇਹਦੇ ਤੋਂ ਬਿਨਾਂ ਆ ਚੰਨੀ ਸਾਹਿਬ ਵਾਲੇ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਲਿਜਾ ਕੇ ਦਿੱਤਾ ਸੌਦਾ ਪਤਾ ਜਾਂ ਸਾਰਾ। ਜਵਾਪਾ ਵਾਲਾ ਮੁੱਦਾ ਸੀ ਤਾਂ ਕੇਂਦਰ ਦੀ ਸਰਕਾਰ ਦੇ ਖਿਲਾਫ। ਜਾਣੀ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਮੋਰਚਾ। ਜਿਹੜੇ ਬਟਾਲੇ ਵਾਲੇ MLA ਨੇ ਉਹਨਾਂ ਦੇ ਉਹ ਪੜ੍ਹਾਈ ਵਾਲੇ ਮੁੱਦੇ ਦੇ ਉੱਤੇ ਉੱਥੇ ਵੀ ਮੋਰਚਾ ਉਹਨਾਂ ਨੇ ਖੋਲ੍ਹਿਆ ਸੀ। ਰਾਜਪਾਲ ਸਾਹਿਬ ਤੱਕ ਸ਼ਿਕਾਇਤਾਂ ਦੇਣ ਜਾਂਦੇ। ਜਾਣੀ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਮਸਲਾ ਜਿਹੜਾ ਉਹ ਸਾਹਮਣੇ ਆਇਆ ਰਹਿੰਦਾ ਤੇ ਉਹ ਬੋਲਦੇ ਜ਼ਰੂਰ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਨੂੰ ਨਹੀਂ ਪਤਾ ਕਿ ਉਹ ਸਾਰਾ ਕੁਝ ਤੱਥ ਅਧੀਨ ਹੁੰਦਾ ਜਾਂ ਕਿਵੇਂ ਹੁੰਦਾ, ਪਰ ਬਹੁਤ ਸਾਰੇ ਲੀਡਰ ਨੇ। ਮੈਂ ਨਹੀਂ ਕਹਿੰਦਾ, ਅਮਰਿੰਦਰ ਢਿੱਲੋਂ ਨੇ ਯੂਥ ਕਾਂਗਰਸ ਦੇ ਪ੍ਰਧਾਨ
ਉਹਨਾਂ ਨੇ ਕਈ ਵਾਰ ਕਿਹਾ, ਕਹਿੰਦੇ ਯਾਰ ਜਿਹੜੇ ਬੰਦੇ ਮੰਤਰੀ ਬਣ ਰਿਹਾ, ਸਾਡੇ ਲੀਡਰ ਬਣ ਰਿਹਾ, ਕਾਂਗਰਸ ਪਾਰਟੀ ਤੋਂ ਚੁੱਪ ਕਰਕੇ ਬੈਠੇ ਆ, ਲੋਕ ਸਾਨੂੰ ਸਵਾਲ ਕਰੀ ਜਾਂਦੇ ਆ। ਉਹ ਕਹਿੰਦੇ ਜੇ ਮਲਾਈ ਖਾਧੀ ਆ, ਮੋਟੀਆਂ ਤਨਖਾਹਾਂ ਲਈਆਂ, ਸਰਕਾਰੀ ਗੱਡੀਆਂ ਝੂਟੀਆਂ, ਹੁਣ ਬੋਲੋ ਵੀ, ਜੇ ਵਿਰੋਧ 'ਚ ਆ ਗਏ ਹੁਣ ਤੁਸੀਂ ਚੁੱਪ ਕਰਕੇ ਘਰੇ ਬਹਿ ਗਏ ਆ। ਪਰ ਖਹਿਰਾ ਸਾਹਿਬ ਬੈਠੇ ਨਹੀਂ। ਮੈਂ ਤਾਂ ਕਹਿੰਦਾ ਵੀ ਇਹ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਜੀ, ਚਾਹੇ ਕੋਈ ਸੱਤਾ ਧਿਰ 'ਚ ਆ, ਚਾਹੇ ਵਿਰੋਧੀ ਧਿਰ 'ਚ ਆ, ਕਿਉਂਕਿ ਲੋਕਾਂ ਨੇ ਲੀਡਰ ਚੁਣਿਆ ਤੇ ਤਾਂ ਹੈ ਨਾ ਵੀ ਜਿਹੜਾ ਵੀ ਉਹ ਹਲਕਾ, ਉਸ ਹਲਕੇ 'ਚ ਜਾਂ ਚੁਣਿਆ ਹੋਇਆ ਲੀਡਰ ਹੈ ਜਾਂ ਹਾਰਿਆ ਹੋਇਆ ਲੀਡਰ। ਪਾਰਟੀ ਵੱਖਰੀ ਵੱਖਰੀ ਹੋ ਸਕਦੀ, ਜੇ ਚੁਣਿਆ ਹੋਇਆ ਕੋਈ ਅੱਗਾ ਪਿੱਛਾ ਕਰਦਾ ਤੇ ਵਿਰੋਧੀ ਰੌਲਾ ਪਾਉਣ ਤੇ ਵੀਰ ਮੇਰੇ ਇੱਦਾਂ ਨਹੀਂ ਇੱਦਾਂ। ਜੇ ਪਹਿਲਿਆਂ ਨੇ ਕੁਝ ਕੀਤਾ ਸੀ ਤੇ ਜਿਹੜਾ ਹੁਣ ਚੁਣਿਆ ਉਹ ਲੋਕਾਂ ਨੂੰ ਦੱਸੇ ਵੀ ਭਲਵਾਨੋ ਤੁਹਾਡਾ ਸੌਦਾ ਸੀਗਾ ਤੇ ਬੰਦੇ ਨੇ ਇੱਦਾਂ ਛਕ ਲਿਆ, ਜੇ ਮੈਂ ਤੁਹਾਨੂੰ ਇੱਦਾਂ ਸਿੱਧਾ ਕਰਕੇ ਦਿੰਦਾ। ਹੁਣ ਇਹਦੇ ਨਾਲ ਕੀ ਹੋਊਗਾ ਵੀ ਓਵਰਆਲ ਪੰਜਾਬ ਜਿਹੜਾ ਉਹ ਤੇ ਚਲੋ ਨਿੰਬੂ ਰੋਸ਼ਨੀ 'ਚ ਆਉਂਦਾ ਹੀ ਆਉਂਦਾ, ਘੱਟੋ ਘੱਟ ਆਪਣਾ ਆਪਣੇ ਹਲਕੇ ਬਾਰੇ ਵੀ ਲੋਕਾਂ ਨੂੰ ਪਤਾ ਲੱਗੂ। ਨਹੀਂ ਤੇ ਉਹ ਜਦੋਂ 5 ਸਾਲ ਬਾਅਦ ਹੀ ਲੀਡਰ ਸਾਹਿਬ ਦੇ ਦਰਸ਼ਨ ਹੁੰਦੇ ਹੁੰਦੇ, ਕਹਿੰਦੇ ਯਾਰ ਚਾਨਣੀ ਜੀ ਲੱਗਦੀ ਆ, ਸਰਪੰਚ ਹੁਣੀਆਂ ਦੇ ਅੱਜ ਆਉਣਾ ਫਲਾਣੇ ਨੇ, ਆਇਓ ਫਿਰ ਉੱਥੇ ਅੱਧਾ ਘੰਟਾ ਦਰੀਆਂ ਦੁਰੀਆਂ ਦੇ ਬਹਿ ਕੇ ਤੁਸੀਂ ਗੱਲ ਸੁਣ ਲਿਓ। ਉਹ ਵਾਲਾ ਜਿਹੜਾ ਰਿਵਾਜ ਆ ਘੱਟੋ ਘੱਟ ਉਹ ਘਟਿਆ। ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ। ਇਹ ਗੱਲ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ। ਇੱਕ ਚੰਡੀਗੜ੍ਹ ਦੇ ਨੇੜੇ ਫਾਰਮ ਹੈ, ਉਹਨੂੰ ਸਿਸਮਾ ਫਾਰਮ ਕਹਿੰਦੇ ਆ, ਮਸ਼ਹੂਰ ਬੜਾ ਹੈ, ਚਰਚਾ ਬੜੀ ਚੱਲਦੀ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ। ਹੁਣ ਜਿੱਦਣ ਹੁਸ਼ਿਆਰਪੁਰ ਦੇ ਵਿੱਚ ਰੈਲੀ ਹੋਈ ਹੈ JP ਨੱਡਾ ਸਾਹਿਬ ਭਾਜਪਾ ਦੇ ਕੌਮੀ ਪ੍ਰਧਾਨ ਸਾਹਿਬ ਦੀ, ਤੇ ਉਹ ਰੈਲੀ ਦੇ ਵਿੱਚ ਜੇ ਤੁਸੀਂ ਦੇਖੋ ਲੀਡਰਸ਼ਿਪ ਜੀ, ਉੱਥੇ ਸੁਨੀਲ ਜਾਖੜ ਸਾਹਿਬ ਆਏ, ਉੱਥੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਆਏ, ਇਹ ਦੋਏ ਬੰਦੇ ਦੂਸਰੀਆਂ ਪਾਰਟੀਆਂ 'ਚ, ਹੋਰ ਵੀ ਬਹੁਤ ਸਾਰੇ ਲੀਡਰ ਸੀ, BJP ਦੇ ਪੁਰਾਣੇ ਤਾਂ ਬੰਦੇ ਹੈਗੇ ਹੀ ਸੀਗੇ। ਕੈਪਟਨ ਸਾਹਿਬ ਨਹੀਂ ਨਜ਼ਰ ਆਏ ਬਹੁਤਾ ਕਿਤੇ। ਫਿਰ ਲੋਕਾਂ ਨੂੰ ਲੱਗਦਾ ਯਾਰ ਕੈਪਟਨ ਸਾਹਿਬ ਕਿਉਂ ਨਹੀਂ ਆਏ, ਕੀ ਕੈਪਟਨ ਸਾਹਿਬ ਦੀ ਪੁੱਛਗਿੱਛ ਘਟੀ ਹੈ ਜਾਂ ਕੈਪਟਨ ਸਾਹਿਬ ਕਿੱਦਾਂ। 24 ਘੰਟਿਆਂ ਦੇ ਵਿੱਚ ਹੀ ਸਾਰਾ ਕੁਝ ਬਦਲ ਗਿਆ। ਸਿਸਮਾ ਵਾਲਾ ਫਾਰਮ ਕੈਪਟਨ ਸਾਹਿਬ ਸਵਾਗਤ ਲਈ ਖੜੇ ਹੈ, JP ਨੱਡਾ ਭਾਜਪਾ ਦੇ ਕੌਮੀ ਪ੍ਰਧਾਨ ਉਹਨਾਂ ਦੇ ਫਾਰਮ ਤੇ ਜਾਂਦੇ ਆ, ਫਿਰ ਇੱਕ ਸੋਫਾ ਪਿਆ ਹੈ, ਸੋਫੇ ਦੇ ਉੱਤੇ ਕੈਪਟਨ ਸਾਹਿਬ ਬੈਠੇ ਹੈ, ਨਾਲ JP ਨੱਡਾ ਸਾਹਿਬ ਬੈਠੇ ਹੈ, ਬੀਬੀ ਪ੍ਰਨੀਤ ਕੌਰ ਜੀ ਬੈਠੇ ਹੈ, ਰਾਣਿੰਦਰ ਸਿੰਘ ਕੈਪਟਨ ਸਾਹਿਬ ਦਾ ਬੇਟਾ ਉਹ ਬੈਠੇ ਹੈ, ਬੀਬੀ ਜੈਨਿੰਦਰ ਕੌਰ ਉਹਨਾਂ ਦੀ ਬੇਟੀ ਉਹ ਵੀ ਬੈਠੇ ਹੈ। ਜਾਣੀ ਪਰਿਵਾਰਕ ਮੁਲਾਕਾਤ ਸੀ। ਜਦੋਂ JP ਨੱਡਾ ਸਾਹਿਬ ਵਾਪਸ ਜਾਣ ਲੱਗੇ ਫਿਰ ਕਿਤਾਬਾਂ ਦਾ ਸੈੱਟ ਭੇਂਟ ਕੀਤਾ। ਕੈਪਟਨ ਸਾਹਿਬ ਭੇਂਟ ਕਰਦੇ ਹੁੰਦੇ ਆ, ਜਾਣੀ ਉਹਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੂੰ ਸ਼ੌਕ ਵੀ ਹੈ ਲੜਾਈਆਂ ਦੇ ਉੱਤੇ, ਫੌਜ ਦੇ ਨਾਲ ਸੰਬੰਧਿਤ ਲਿਖਣ ਦਾ, ਉਹ ਸਾਰਾ ਕੁਝ ਉਹਨਾਂ ਨੇ ਚਲੋ ਉਹਨਾਂ ਨੂੰ ਭੇਂਟ ਕੀਤਾ। ਇਹਦਾ ਪੰਜਾਬ ਦੇ ਨਾਲ ਲੈਣਾ ਦੇਣਾ ਕੋਈ ਨਹੀਂ। ਹੋ ਸਕਦਾ ਕਿ BJP ਦਾ ਕੋਈ ਮਸਲਾ ਵਿਚਾਰਿਆ ਹੋਵੇ ਜਾਂ ਕਿਵੇਂ ਵੀ, ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚ ਰੋਟੀ ਨਹੀਂ ਲੱਭਣੀ। ਪਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜੇ ਨਵੇਂ ਲੀਡਰ ਆਏ ਨੇ ਉਹਨਾਂ ਦੇ ਵਿੱਚੋਂ ਕਿੰਨਾ ਕੁ ਕਿਹਦੀ ਅਹਿਮੀਅਤ ਆ, ਇੰਪੋਰਟੈਂਸ ਕਿੰਨੀ ਕਾ, ਕਿਹਦਾ ਕੱਦ ਬੁੱਤ ਕਿੱਡਾ ਕਾ, ਇੱਦਾਂ ਦੀਆਂ ਮੀਟਿੰਗਾਂ ਇਹ ਬਹੁਤ ਕੁਛ ਤੈਅ ਕਰ ਲੈਂਦੀਆਂ। ਇਹਦੇ 'ਚ ਮੈਨੂੰ ਲੱਗਦਾ ਆਪਾਂ ਇੱਕ ਚੀਜ਼ ਹੋਰ ਕਲੀਅਰ ਕਰੀਏ ਥੋੜ੍ਹੀ ਜਿਹੀ। ਹੋ ਸਕਦਾ ਕਿ ਵੀ ਕਈ ਬੰਦਿਆਂ ਨੂੰ ਲੱਗਾ ਹੋਵੇ ਵੀ ਯਾਰ ਕੈਪਟਨ ਸਾਹਿਬ ਨਾਰਾਜ਼ ਹੋ ਗਏ ਹੋਣੇ ਕਿਤੇ, ਹੋ ਸਕਦਾ JP ਨੱਡਾ ਸਾਹਿਬ ਮਨਾਉਣ ਗਏ ਹੋਣ। ਮੈਨੂੰ ਇਹਦੀ ਆਸ ਘੱਟ ਲੱਗਦੀ ਜੀ, ਕਿਉਂਕਿ ਤੁਸੀਂ ਦੇਖੋ ਵੀ ਕੈਪਟਨ ਸਾਹਿਬ ਭਾਵੇਂ ਕਾਂਗਰਸ ਪਾਰਟੀ 'ਚ ਸੀਗੇ, ਉਹ ਭਾਵੇਂ ਉਦੋਂ ਮੁਖੀ ਸੀਗੇ, ਭਾਵੇਂ ਉਹ ਲੀਡਰ ਸੀਗੇ, ਉਸ ਤੋਂ ਬਾਅਦ ਮੁੱਖ ਮੰਤਰੀ ਬਣ ਗਏ, ਉਹਨਾਂ ਦਾ ਸਟਾਈਲ ਜਿਹੜਾ ਲਿਵਿੰਗ ਸਟਾਈਲ ਹੈ ਉਹ ਥੋੜ੍ਹਾ ਚੇਂਜ ਹੋ ਗਿਆ ਹੁਣ। ਜੇ ਮੰਨ ਲਓ ਵੀ ਮਹਾਰਾਜਾ ਫੈਮਿਲੀ 'ਚ ਆਉਂਦੇ ਨੇ ਤੇ ਹੁਣ ਉਹ ਜੀਨਸ ਦੇ ਹਿਸਾਬ ਨਾਲ ਮਹਾਰਾਜਾ ਟਾਈਪ ਫੀਲਿੰਗ ਤੇ ਰਹਿਣੀ ਆ ਨਾ। ਹੁਣ ਇੰਨਾ ਜ਼ਰੂਰ ਹੋ ਸਕਦਾ ਕਿ ਵੀ ਉਹ ਆਖਣ ਵੀ ਯਾਰ ਇਹ ਰੈਲੀਆਂ ਰੂਲੀਆਂ ਤੇ ਨੱਡਾ ਸਾਹਿਬ ਮੈਂ ਘੱਟ ਹੀ ਆਉਣਾ ਨਾ, ਤੁਸੀਂ ਉੱਥੋਂ ਸਮਾਂ ਕੱਢ ਕੇ ਆਇਓ, ਇੱਥੇ ਬਹਿ ਕੇ ਗੱਲ ਕਰਾਂਗੇ ਜਿਹੜੀ ਕਰਨ ਵਾਲੀ, ਵੀ ਤੁਸੀਂ ਭਾਸ਼ਣ ਦੇਣਾ ਦੇ ਆਇਓ, ਜਿਹੜੀ ਵਿਚਾਰਨ ਵਾਲੀ ਗੱਲ ਇੱਥੇ ਅੰਦਰ ਬਹਿ ਕੇ ਵਿਚਾਰ ਲਾਂਗੇ। ਨਾਲੇ ਹੋ ਸਕਦਾ ਉਹਨਾਂ ਨੇ ਕੋਈ ਆਪਣੇ ਹੱਥਾਂ ਨਾਲ ਕੁਝ ਖਾਸ ਚੀਜ਼ ਵੀ ਬਣਾਈ ਹੋਵੇ ਵੀ ਖਵਾਵਾਂਗੇ ਤੁਹਾਨੂੰ। ਬਣਾਉਣ ਦੇ ਸ਼ੌਕੀਨ ਨੇ, ਕਹਿੰਦੇ ਮੈਂ ਖਾਣਾ ਘਾਟਾ ਬਣਾਉਣਾ ਹੈ ਨਾ। ਤੇ ਨੱਡਾ ਸਾਹਿਬ ਨੂੰ ਲੱਗਾ ਵੀ ਯਾਰ ਹੋ ਸਕਦਾ ਵੀ ਕੋਈ ਅੱਛੀ ਚੀਜ਼ ਬਣਾ ਕੇ ਖਾਣ। ਦੂਜੀ ਗੱਲ ਮੈਨੂੰ ਇਹ ਵੀ ਲੱਗਦੀ ਹੈ ਕਿ ਜਿਹੜਾ ਤੁਸੀਂ ਇਸ਼ਾਰਾ ਕੀਤਾ ਵੀ ਉਹਦੇ ਨਾਲ ਅਹਿਮੀਅਤ ਦਾ ਵੀ ਪਤਾ ਲੱਗਦਾ। ਹੋ ਸਕਦਾ ਵੀ ਕੈਪਟਨ ਸਾਹਿਬ ਨੂੰ ਲੱਗਿਆ ਹੋਵੇ ਵੀ ਯਾਰ ਪਾਰਟੀ ਜ਼ਰੂਰ ਬਦਲ ਲਈ ਆ, ਜੇ ਤੇ ਇਹਨਾਂ ਦੇ ਹਿਸਾਬ ਨਾਲ ਮੈਂ ਚੱਲ ਪਿਆ ਵੀ ਕਦੀ ਜਿੱਦਾਂ ਹੁਣ ਆਪਾਂ ਦੇਖਦੇ ਵੀ ਕੇਂਦਰੀ ਮੰਤਰੀ ਤੱਕ ਅਗਲਿਆਂ ਨੇ ਚੌਕੇ ਡਿਊਟੀਆਂ ਲਾਈਆਂ ਵੀ ਫਲਾਣੇ ਮਹੱਲੇ ਜਾਣਾ, ਢੀਂਗੜੇ ਥਾਂ ਜਾਣਾ, ਇੱਥੇ ਨਿੱਕੀ ਨੁੱਕੜ ਮੀਟਿੰਗ ਕਰਨੀ, ਇੱਥੇ ਥੋੜ੍ਹੀ ਵੱਡੀ ਮੀਟਿੰਗ ਕਰਨੀ, ਇੱਥੇ ਦਰੀ ਮੀਟਿੰਗ ਹੋਊਗੀ, ਇੱਥੇ ਗਲੀ ਮੀਟਿੰਗ ਹੋਊਗੀ। ਹੋ ਸਕਦਾ ਉਹਨਾਂ ਨੇ ਕਿਹਾ ਵੀ ਯਾਰ ਇੰਨਾ ਕੁਝ ਨਹੀਂ ਆਪਣੇ ਕੋਲੋਂ ਹੋਣਾ ਵੀਰ, ਹੈ ਨਾ, ਵੀ ਸਾਡਾ ਕੁਝ ਲਾਈਫ ਸਟਾਈਲ ਥੋੜ੍ਹਾ ਜਿਹਾ ਕਾਊਂਟਰ ਸਾਈਨ ਕਰਾ ਲਿਆ, ਸਾਡਾ ਤੇ ਲਾਈਫ ਸਟਾਈਲ ਇੱਦਾਂ ਦਾ, ਜੇ ਤੁਹਾਨੂੰ ਇਹਦੇ ਹਿਸਾਬ ਨਾਲ ਪੁੱਗਦਾ ਤੇ ਤੁਸੀਂ ਪਗਾ ਲਓ, ਤੇ ਜੇ ਤੁਸੀਂ ਕਹੋ ਵੀ ਹਾਂਜੀ ਹੁਣ ਕੈਪਟਨ ਸਾਹਿਬ ਨੂੰ ਤੁਸੀਂ ਸਵੇਰ ਤੋਂ ਸੁੰਮੋ 'ਚ ਭਾ ਲਓ ਤੇ ਕਦੀ ਇਸ ਪਿੰਡ ਲੈ ਜਾਓ ਕਦੀ ਉਸ ਪਿੰਡ ਲੈ ਜਾਓ, ਵੀ ਇਹ ਆਪਾਂ ਨੂੰ ਵਾਰਾ ਨਹੀਂ ਖਾਂਦਾ। ਇਹ ਹੋ ਸਕਦਾ ਵੀ ਇਹ ਇਸ਼ਾਰਾ ਵੀ ਦੇਣ 'ਚੋਂ ਕਾਮਯਾਬ ਹੋ ਗਏ ਹੋਣ। ਤੇ ਦੂਸਰਾ ਜਿਹੜੇ ਬਾਕੀ ਦੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਥੋੜ੍ਹਾ ਲੱਗਿਆ ਹੋਵੇ ਇਸ ਗੱਲ ਦਾ ਵੀ ਹਾਂ ਯਾਰ ਨਹੀਂ ਕੈਪਟਨ ਸਾਹਿਬ ਦੀ ਅਜੇ ਬੁੱਕਤ ਹੈਗੀ ਆ। ਪਰ ਇੱਕ ਮੈਂ ਬੇਨਤੀ ਕਰਾਂ, ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਲੀਡਰ ਸਾਹਿਬਾਨ ਥੋੜ੍ਹਾ ਮਹਿਸੂਸ ਤੇ ਕਰਦੇ ਹੋਣੇ ਆ, ਆਪਸ 'ਚ ਹੋ ਸਕਦਾ ਗੱਲ ਹੀ ਕਰਦੇ ਹੋਣ ਫਲਾਨਾ ਸਿਆ ਗੁਰੂਆ ਆਪਣੀ ਸਰਕਾਰ ਵੀ ਰਹੀ, ਆਪਾਂ ਉਹ ਸੋਫੇ ਤੇ ਨਹੀਂ ਬਹਿ ਸਕੇ ਉਹ ਸਰਕਾਰ ਵੇਲੇ, ਆਪਣੀ ਇਹਨਾਂ ਦੇ ਬੂਹਾ ਹੀ ਨਹੀਂ ਖੁੱਲ੍ਹਦਾ ਹੁੰਦਾ ਸੀ। ਨੱਡਾ ਸਾਹਿਬ ਉੱਥੇ ਬਹਿ ਕੇ ਚਲ ਗਏ ਨੇ। ਹੈ ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਸੰਧਾਲੀਆ ਸਾਹਿਬ BJP ਦੀ ਜਿਹੜੀ ਕਾਰਜਸ਼ੈਲੀ ਹੈ ਨਾ ਉਹਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਇਹ ਦੇਖੋ ਹਾਲਾਤ ਕੀ ਬਣੇ ਨੇ ਕਿ ਇਸ ਵੇਲੇ ਪੰਜਾਬ ਦੇ ਵਿੱਚ
JP ਨੱਡਾ ਸਾਹਿਬ ਨੇ ਰੈਲੀ ਕੀਤੀ। 18 ਤਰੀਕ ਨੂੰ ਅਮਿਤ ਸ਼ਾਹ ਸਾਹਿਬ ਆ ਰਹੇ ਨੇ ਗੁਰਦਾਸਪੁਰ। ਇਹਦੇ ਤੋਂ ਬਿਨਾਂ 4 ਮੰਤਰੀਆਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਕਰਦੇ ਹੁੰਦੇ ਹਾਂ ਕਿ ਉਹ ਵੀ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ 'ਚ ਸਰਗਰਮ ਨੇ। ਤੇ ਆਉਣ ਵਾਲੇ 15 ਦਿਨਾਂ ਦੇ ਵਿੱਚ 3 ਰੈਲੀਆਂ ਹਰਿਆਣੇ 'ਚ ਵੀ ਹੈ। ਉੱਥੇ 10 ਲੋਕ ਸਭਾ ਦੀਆਂ ਸੀਟਾਂ ਨੇ, 13 ਪੰਜਾਬ ਦੀਆਂ, ਜਾਣੀ ਕਿ ਇਹਨਾਂ 23 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਜ਼ੋਰ ਕਿੰਨਾ ਹੈ। ਅਨੁਰਾਗ ਠਾਕੁਰ ਉੱਥੇ ਆ ਰਹੇ ਨੇ, ਰਾਜਨਾਥ ਸਿੰਘ ਕੇਂਦਰੀ ਮੰਤਰੀ ਉੱਥੇ ਆ ਰਹੇ ਨੇ, ਨਿਤਿਨ ਗਡਕਰੀ ਸਾਹਿਬ ਕੇਂਦਰੀ ਮੰਤਰੀ ਉੱਥੇ ਆ ਰਹੇ ਨੇ, ਅਮਿਤ ਸ਼ਾਹ ਸਾਹਿਬ ਉੱਥੇ ਆ ਰਹੇ ਨੇ। ਜਾਣੀ ਕਿ ਜੇ 4-5 ਲੀਡਰ ਉਹਨਾਂ ਨੇ ਪੰਜਾਬ 'ਚ ਲਾਏ ਤੇ 4-5 ਹਰਿਆਣੇ 'ਚ ਵੀ ਲਾਏ ਆ। ਤੇ ਇਹ ਇਲਾਕਾ ਕਿਹੜਾ ਕਿਸਾਨ ਅੰਦੋਲਨ ਦਾ ਕੇਂਦਰ ਬਿੰਦੂ ਜਿਹੜਾ ਇਲਾਕਾ ਰਿਹਾ। ਇਹਦਾ ਮਤਲਬ ਇਹ ਨਹੀਂ ਉਹ ਮੰਨ ਕੇ ਚੱਲਦੇ ਯਾਰ 543 ਸੀਟਾਂ ਇਹਨਾਂ 23 ਤੋਂ ਆਪਾਂ ਲੈਣਾ ਕੀ ਆ, ਬਾਕੀ ਵਾਕੇ ਫੋਕਸ ਕਰ ਦੇਣਾ। ਉਹ ਕਹਿੰਦੇ ਇੱਥੇ ਕਮਜ਼ੋਰ ਆ, ਇੱਥੇ ਤਕੜੇ ਹੋਣਾ, ਸਭ ਤੋਂ ਵੱਧ ਫੋਰਸ ਆਪਣੀ ਇੱਥੇ ਲਾਓ। ਇਹਦੇ ਵਿੱਚ ਇਦਾਂ ਵੀ ਨਹੀਂ, ਕਿਉਂਕਿ 50 ਤੋਂ ਵੱਧ ਕੇਂਦਰੀ ਮੰਤਰੀ ਨੇ। ਬਹੁਤ ਸਾਰੇ ਕੇਂਦਰੀ ਮੰਤਰੀ ਆ ਜਿਨ੍ਹਾਂ ਦੇ ਨਾਂ ਵੀ ਉੱਤਰ ਭਾਰਤ ਦੇ ਵਿੱਚ ਬਹੁਤ ਸਾਰੇ ਲੋਕਾਂ ਪੱਤਰਕਾਰਾਂ ਤੱਕ ਨੂੰ ਨਹੀਂ ਪਤੇ, ਪਰ ਉਹਨਾਂ ਨੂੰ ਨਹੀਂ ਭੇਜ ਰਹੇ। ਪਹਿਲੀ ਕਤਾਰ ਦੇ ਤਕੜੇ ਲੀਡਰ ਜਿਨ੍ਹਾਂ ਦੀ ਗੱਲ ਚੱਲਦੀ ਹੈ, ਜਿਨ੍ਹਾਂ ਦੀ ਚਰਚਾ ਚੱਲਦੀ ਹੈ, ਜਿਨ੍ਹਾਂ ਦਾ ਨਾਮ ਬੱਚੇ ਨੂੰ ਪਤਾ ਹੈ। ਹੁਣ ਇੰਨਾ ਜ਼ਿਆਦਾ ਜ਼ੋਰ ਜਦੋਂ ਭਾਰਤੀ ਜਨਤਾ ਪਾਰਟੀ ਵਾਲੇ ਲਾ ਰਹੇ ਨੇ ਪੰਜਾਬ ਤੇ ਹਰਿਆਣੇ 'ਚ, ਭਾਈ ਕੁਛ ਨਾ ਕੁਛ ਖੱਟਣਗੇ ਜ਼ਰੂਰ। ਨਹੀਂ ਖੱਟਣਗੇ, ਮੇਰਾ ਖਿਆਲ ਆ ਜਿਹੜਾ ਪਿਛਲੇ ਦਿਨੀ ਜਦੋਂ MSP ਵਾਲਾ ਚਾਹੇ ਚਲੋ 1-1.5 ਦਿਨ ਦੇ ਧਰਨਾ ਸੀ ਚੜੂਨੀ ਸਾਹਿਬ ਵਾਲਾ, ਸੂਰਜਮੁਖੀ ਦੇ MSP ਦੇ, ਉਹ ਬੜੀ ਚਰਚਾ। ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਮੁੱਖ ਜਿਹੜਾ ਕਿਸਾਨ ਅੰਦੋਲਨ ਹੋਇਆ ਸੀ ਤੇ ਉਹਦੇ ਤੋਂ ਵਿਚਲਾ ਜਿਹੜਾ ਗੈਪ ਪੈ ਗਿਆ ਸੀ, ਉਹਦੇ 'ਚ ਨਾ ਕੁਝ ਖਬਰਾਂ, ਕੁਝ ਗੱਲਾਂ ਇਦਾਂ ਦੀਆਂ ਆਉਣ ਲੱਗ ਪਈਆਂ ਸੀ। ਇਹ ਨਾ ਹੁਣ ਦੱਸਣਗੇ ਪਤਾ ਇਹਨਾਂ ਨੂੰ। ਇਹ ਜਿਹੜਾ 1.5 ਸਾਲ ਇਹਨਾਂ ਨੇ ਤੰਗ ਕੀਤਾ ਨਾ ਸਰਕਾਰ ਨੂੰ, ਇਹ ਉਹ ਬੰਦੇ ਰੱਖਦੇ ਆ ਮਨ 'ਚ ਗੱਲ। ਇਹ ਕਿਸਾਨ ਕਸੂਨ ਲੱਭਿਆ ਨਹੀਂ ਲੱਭਣੇ ਹੁੰਦੀਆਂ ਸੀ ਨਾ ਗੱਲਾਂ। ਇਹਦਾ ਮਤਲਬ ਇਹ ਚੱਲਣ ਲੱਗ ਪਿਆ ਸੀ ਵੀ ਸ਼ਾਇਦ ਹੁਣ ਕਿਸਾਨਾਂ ਦਾ ਵੱਟਿਆ ਕੁਝ ਨਹੀਂ ਜਾਣਾ। ਉਦੋਂ ਥੋੜਾ ਜਿਹਾ ਏਕਾ ਸੀਗਾ, ਬਾਅਦ 'ਚੋਂ ਕਹਿੰਦੇ ਕੋਈ ਨਹੀਂ ਦਬਾ ਲਾਂਗੇ ਯਾਰ, ਏਡੀ ਕਿਹੜੀ ਗੱਲ। ਖਾਸ ਕਰਕੇ ਪੰਜਾਬ 'ਚ ਇਸ ਕਰਕੇ ਵੀ ਹੋਇਆ ਕਿਉਂਕਿ ਪੰਜਾਬ ਜਿੰਨਾ ਕਿ ਏਕਾ ਸੀ ਕਿਸਾਨ ਜਥੇਬੰਦੀਆਂ ਦਾ ਆਪਸ ਦੇ ਵਿੱਚ, ਮੁੜ ਕੇ ਉਸ ਤੋਂ ਬਾਅਦ ਜਿੱਦਾਂ ਉਹਨਾਂ ਨੇ ਇੱਕ ਦੂਸਰੇ ਦੇ ਖਿਲਾਫ ਬਿਆਨੀ ਹੋਏ ਤੇ ਹੋਰ ਕਈ ਪਾਰਟੀਆਂ ਟੁੱਟੀਆਂ, ਕਈ ਜਥੇਬੰਦੀਆਂ ਨਵੀਆਂ ਬਣ ਗਈਆਂ, ਉਹਦੇ ਤੋਂ ਲੋਕਾਂ ਦੇ ਵਿੱਚ ਨਿਰਾਸ਼ਾ ਸੀਗੀ। ਪਰ ਮੈਨੂੰ ਲੱਗਦਾ ਵੀ ਉਹ ਜਿਹੜਾ SKM ਵਾਲਾ ਇਕੱਠ ਸੀਗਾ, ਜਾਂ ਜਿਹੜਾ ਲੀਡਰਾਂ ਦਾ ਏਕਾ ਸੀ, ਜਾਂ ਜਿਹੜੀਆਂ ਜਥੇਬੰਦੀਆਂ ਦਾ ਆਪਣੇ ਉਹ ਮਿਸ਼ਨ ਨੂੰ ਲੈ ਕੇ ਵਿਚਾਰ ਸੀ ਵੀ ਯਾਰ ਜੇ ਸਾਡੇ MSP ਦੇ ਉੱਪਰ ਕੋਈ ਗੱਲ ਹੁੰਦੀ ਜਾਂ ਖੇਤੀ ਨਾਲ ਕੋਈ ਗੱਲ ਹੁੰਦੀ ਤੇ ਅਸੀਂ ਇਕੱਠੇ ਹੋਣਾ ਜੀ, ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪ੍ਰਭਾਵ ਘਟਿਆ ਨਹੀਂ ਸੀ ਤੇ ਇਹਨੂੰ ਸਰਕਾਰ ਨੇ ਮਹਿਸੂਸ ਕੀਤਾ। ਨਹੀਂ ਤੇ ਇਸੇ ਕਰਕੇ BJP ਨੇ ਉਸੇ ਵੇਲੇ ਕਿਹਾ ਨਾ ਵੀ ਕੋਈ ਗੱਲ ਨਹੀਂ ਮਹਾਰਾਜ, ਸੂਰਜਮੁਖੀ ਤੇ MSP ਦੇਣੀ ਕਿਉਂ ਨਹੀਂ, ਆਪਾਂ ਪੈਸੇ ਪੂਰੇ ਦੇਵਾਂਗੇ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਕਿਸੇ ਵੀ ਤਰ੍ਹਾਂ ਨਾਲ, ਕਿਸੇ ਵੀ ਤਰ੍ਹਾਂ, ਚਾਹੇ ਕੋਈ ਵੀ ਧਿਰ, ਚਾਹੇ ਕਿਸਾਨ ਧਿਰ, ਕੋਈ ਵਪਾਰੀ ਧਿਰ ਜਾਂ ਕੋਈ ਹੋਰ ਧਿਰ, ਉਹਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਯਾਰ ਜਿਹੜਾ ਬੰਦਾ ਜਿਸ ਹਿਸਾਬ ਨਾਲ ਰਾਜੀ ਉਹਨੂੰ ਰੱਖੋ। 2024 ਸਿਰ ਤੇ ਆ ਵੀਰ ਮੇਰਾ, ਕੁਛ ਫਾਇਦਾ ਥੋੜਾ ਐਵੇਂ ਨਾਰਾਜ਼ ਕਰ ਲਈਏ ਚਾਚੇ ਕਿਆਂ ਨੂੰ, ਅਗਲਾ ਕੇ ਯਾਰ ਹੁਣ ਵਿਆਹ ਤਰਿਆ ਤੇ ਚਾਚੇ ਤੋਂ ਬਿਨਾਂ ਚੱਲੂਗਾ ਕਿਦਾਂ ਕੰਮ ਹੈ। ਨਹੀਂ ਗੱਲ ਤੁਹਾਡੀ ਠੀਕ ਹੈ। ਬਾਕੀ ਦੇਖਦੇ ਹਾਂ ਭਾਰਤੀ ਜਨਤਾ ਪਾਰਟੀ ਨੂੰ ਲੱਭਦਾ ਕੀ ਹੈ ਇਸ ਸਿਆਸੀ ਜ਼ਮੀਨ ਦੇ ਵਿੱਚੋਂ। ਪਰ ਇੰਨੀ ਗੱਲ ਜ਼ਰੂਰ ਹੈ ਸੰਧਾਲੀਆ ਸਾਹਿਬ ਕਿ ਜਦੋਂ ਕਣਕ ਵੱਢ ਕੇ ਲੈ ਜਾਂਦੇ ਤੁਹਾਡੇ ਵਰਗੇ ਸਰਦਾਰ ਤੇ ਸਾਡੇ ਵਰਗਾ ਬੰਦਾ ਵੀ ਉੱਥੇ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ, ਹੋਰ ਭਾਈ ਤੂੜੀਓ ਸਹੀ। ਨਹੀਂ ਤੂੜੀ ਮਹਿੰਗੀ ਆ, ਐਵੇਂ ਖਰਾਬ ਨਹੀਂ ਕਰਨੀ ਪੈਲੀ 'ਚ ਵੜ ਕੇ। ਨਹੀਂ ਵੜਦੇ ਮਹਾਰਾਜ, ਇਦਾਂ ਦਾ ਕੁਝ ਨਹੀਂ ਹੈਗਾ, ਇਦਾਂ ਦਾ ਕੁਝ ਨਹੀਂ ਹੈਗਾ। ਹੁਣ ਸੰਧਾਲੀਆ ਸਾਹਿਬ ਇੱਕ ਹੋਰ ਰੌਲਾ ਪੈ ਗਿਆ। ਤੁਸੀਂ ਦੇਖੋ ਕਿ ਪੰਜਾਬ ਦੇ ਲੀਡਰ ਸੋਚਦੇ ਕੀ ਆ, ਕਿੱਧਰ ਨੂੰ ਜਾਂਦੇ। ਅਸੀਂ ਰੋਜ਼ ਪੰਜਾਬੀ 'ਚ ਇੱਕ ਹੁੰਦਾ ਕਹਿਣਾ, ਇੱਕ ਹੁੰਦਾ ਵਿਲਕਣਾ। ਅਸੀਂ ਰੋਜ਼ ਵਿਲਕਦੇ ਆ, ਐ ਨਾ ਕਰੋ, ਪੰਜਾਬ ਦੇ ਲੋਕ ਫਿਰ ਨਿਰਾਸ਼ ਹੁੰਦੇ ਜੇ ਤੁਸੀਂ ਇਸ ਪੱਧਰ ਦੇ ਉੱਤੇ ਆਉਂਦੇ ਆ। ਪਰ ਨਾ, ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਆਪਸ ਵਿੱਚ ਫਿਰ ਸ਼ਬਦੀ ਪੇਚਾ ਪੈ ਗਿਆ। ਇੱਕ ਵੀਡੀਓ ਵੈਸੇ ਪੰਜਾਬ ਦੇ ਲੋਕਾਂ ਨੇ ਥੋੜੀ ਵੇਖੀ ਸੀ, ਭਗਵੰਤ ਮਾਨ ਸਾਹਿਬ ਨੇ ਟਵੀਟ ਕੀਤਾ ਉਹਦਾ ਇੱਕ ਹਿੱਸਾ ਕੱਟ ਕੇ। ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਗੁਰੂ ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੰਬੋਧਨ ਕਰ ਰਹੇ ਆ ਤੇ ਉਹਦੇ ਵਿੱਚ ਉਹ ਕਹਿੰਦੇ ਆ ਕਿ 4 ਮੁੱਖ ਮੰਤਰੀ ਹੋਏ ਨੇ ਪੰਜਾਬ 'ਚ, ਜਾਣੀ ਕਿਸੇ ਖਾਸ ਕਾਰਨ ਕਰਕੇ ਉਹ ਕਹਿ ਰਹੇ ਨੇ। ਉਹਦੇ ਵਿੱਚ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਹਿਬ ਤਾਂ 2.5 ਸਾਲ ਹੀ ਰਹੇ, ਕੈਪਟਨ ਸਾਹਿਬ 10 ਸਾਲ ਰਹੇ, ਵੱਡੇ ਬਾਦਲ ਸਾਹਿਬ 20 ਸਾਲ ਰਹੇ, ਬੇਅੰਤ ਸਿੰਘ 5 ਸਾਲ। ਤੇ ਜਦੋਂ ਉਹਨਾਂ ਨੇ ਕਿਹਾ ਕਿ ਇੰਨਾ ਕੁ ਸਮਾਂ ਰਹੇ ਆ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਗੱਲ ਕੀਤੀ, ਆ ਸਾਲ ਕੁ ਹੋ ਗਿਆ ਭਗਵੰਤ ਮਾਨ ਨੂੰ ਪਾਗਲ ਜਿਹਾ ਮੁੱਖ ਮੰਤਰੀ। ਭਗਵੰਤ ਮਾਨ ਨੂੰ ਨਹੀਂ ਕਿਹਾ ਉਹਨਾਂ ਨੇ, ਕੱਲਾ ਪਾਗਲ ਜਿਹਾ ਕਿਹਾ। ਹੁਣ ਜਦੋਂ ਤੁਸੀਂ ਦੇਖੋ ਕਿ 92 ਸੀਟਾਂ ਤੇ ਨਾਲ ਦੀ ਨਾਲ ਇੰਨੀ ਵੱਡੀ ਪੱਧਰ ਤੇ ਕੋਈ 70,000 ਨਾਲ ਜਿੱਤਿਆ, ਕੋਈ 50,000 ਵੋਟਾਂ ਨੇ ਜਿੱਤਿਆ, ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ। ਤੁਸੀਂ ਨਹੀਂ ਬਹੁਤਾ ਸਤਿਕਾਰ ਦੇਣਾ, ਘੱਟੋ ਘੱਟ ਇਦਾਂ ਦੇ ਸ਼ਬਦ ਨਹੀਂ ਵਰਤਣੇ ਚਾਹੀਦੇ। ਜੇ ਭਗਵੰਤ ਮਾਨ ਹੋਰਾਂ ਨੇ ਮੁੱਖ ਮੰਤਰੀ ਹੁੰਦਿਆਂ ਕੋਈ ਗਲਤੀ ਕੀਤੀ ਹੈ, ਕੋਈ ਕਾਨੂੰਨ ਦੀ ਉਲੰਘਣਾ ਕੀਤੀ ਹੈ, ਤੁਹਾਡੇ ਸਾਹਮਣੇ ਅਦਾਲਤਾਂ, ਤੁਹਾਡੇ ਸਾਹਮਣੇ ਸੰਵਿਧਾਨ ਹੈ, ਤੁਹਾਡੇ ਕੋਲੇ ਬਹੁਤ ਸਾਰੇ ਢੰਗ ਤਰੀਕੇ ਨੇ। ਪਰ ਆਪਾਂ ਜੇ ਇਸ ਤਰੀਕੇ ਇਕੱਠ ਦੇ ਵਿੱਚ ਇਦਾਂ ਦੇ ਸ਼ਬਦ ਬੋਲਾਂਗੇ, ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਲੱਭਦਾ ਕੋਈ ਨਹੀਂ। ਤਾਂ ਫਿਰ ਮੁੱਖ ਮੰਤਰੀ ਸਾਹਿਬ, ਕਿਉਂਕਿ ਜੇ ਕੋਈ ਮਿਹਣਾ ਮਾਰੇ ਤਾਂ ਉਹਦਾ ਜਵਾਬੀ ਫਾਇਰ ਉਹ ਟਾਈਮ ਨਾਲ ਕਰ ਦਿੰਦੇ ਆ, ਕਿਉਂਕਿ ਉਹਨਾਂ ਨੂੰ ਆਉਂਦਾ ਹੈ।
ਭਗਵੰਤ ਮਾਨ ਸਾਹਿਬ ਨੇ ਫਿਰ ਟਵੀਟ ਕੀਤਾ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਕਈ ਬੰਦੇ ਬੁਖਲਾਏ ਲੱਗਦੇ ਆ। ਉਹਨਾਂ ਨੇ ਬਰਨਾਲਾ ਸਾਹਿਬ ਨੂੰ ਵੀ ਸਾਹਬ ਕਿਹਾ, ਕੈਪਟਨ ਸਾਹਿਬ ਨੂੰ ਵੀ ਸਾਹਬ ਕਿਹਾ, ਬੇਅੰਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਫਿਰ ਵੱਡੇ ਬਾਦਲ ਸਾਹਿਬ ਦਾ ਜ਼ਿਕਰ ਕੀਤਾ। ਉਹ ਕਹਿੰਦੇ ਜੀ ਮੈਨੂੰ ਪਾਗਲ ਜਿਹਾ ਕਿਹਾ ਵੀ ਸਾਲਕ ਹੋਇਆ ਇੱਕ ਪਾਗਲ। ਉਹ ਕਹਿੰਦੇ ਹੋ ਸਕਦਾ ਠੀਕ ਹੈ ਮੈਂ ਪਾਗਲ ਸਹੀ, ਪਰ ਮੈਂ ਤੁਹਾਡੇ ਵਾਂਗੂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਨਹੀਂ। ਇਸ ਲਾਈਨ ਤੇ ਲੁੱਟਿਆ ਨਹੀਂ। ਸੋ ਮੈਨੂੰ ਇਹ ਗੱਲ ਦੇਖੋ ਗੱਲ ਆ ਵੀ ਹੋ ਸਕਦਾ ਵੀ ਉਹ ਕਿਉਂਕਿ ਅਕਾਲੀ ਸਫਾ 'ਚ ਰਹਿ ਜਾਂਦੀ ਹੈ, ਉਹਨਾਂ ਦੀ ਅਕਾਲੀ ਦਲ ਦੀ ਇੱਕ ਮੀਟਿੰਗ ਬਹੁਤੀ ਚੱਲਣੀ ਨਹੀਂ ਸੀ ਹੈ ਨਾ, ਗੁਰੂ ਘਰ ਦੇ ਵਿੱਚ ਮੰਨ ਲਓ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਸੀ, ਉਹ ਆਪਣੀ ਇੱਕ ਨਿੱਜੀ ਅਕਾਲੀ ਦਲ ਦੀ ਨਿੱਜੀ ਹੋ ਗਈ ਨਾ, ਅਕਾਲੀ ਦਲ ਦੀ ਇੱਕ ਨਿੱਜੀ ਮੀਟਿੰਗ ਦੇ ਵਿੱਚ ਉਹਨਾਂ ਦੇ ਪ੍ਰਧਾਨ ਆਪਣੇ ਵਰਕਰਾਂ ਨੂੰ ਕਿਵੇਂ ਉਤਸ਼ਾਹਿਤ ਕਰਨ ਲਈ ਕੀ ਸ਼ਬਦ ਵਰਤਦੇ ਆ, ਬਹੁਤੇ ਲੋਕਾਂ ਤੱਕ ਪਹੁੰਚਣਾ ਨਹੀਂ ਸੀ। ਹੁਣ ਜਦੋਂ ਮੁੱਖ ਮੰਤਰੀ ਸਾਹਿਬ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਉਹਨੂੰ ਵੀਡੀਓ ਨੂੰ ਟਵੀਟ ਕਰਦੇ ਤਾਂ ਮਤਲਬ ਵੀ ਉਹਨਾਂ ਨੇ ਦੁਨੀਆ ਦੇ ਕੋਨੇ-ਕੋਨੇ 'ਚ ਵਸਦੇ ਪੰਜਾਬੀਆਂ ਤੱਕ ਉਹ ਗੱਲ ਪਹੁੰਚਾਤੀ। ਹੋ ਸਕਦਾ ਵੀ ਉਹ ਜਦੋਂ ਉਹਨਾਂ ਦੇ ਮਨ 'ਚ ਆਈ ਹੋਵੇ, ਕਿਸੇ ਨੇ ਕਿਹਾ ਵੀ ਜਨਾਬ ਜਾਣ ਦਿਓ ਜੀ, ਛੱਡੋ ਖੜਾ ਹੈ, ਇਹ ਕਾਹਨੂੰ ਐਵੇਂ ਜਿਹੜੀ ਗੱਲ ਕਿਸੇ ਨੇ ਨਹੀਂ ਵੇਖੀ ਆਪਾਂ ਕਾਹਨੂੰ ਕਰਨੀ। ਪਰ ਉਹਦੇ ਬਾਵਜੂਦ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਮੈਨੂੰ ਪਾਗਲ ਕਿਹਾ ਕਹਿ ਲਓ, ਪਰ ਜਿਹੜੀ ਗੱਲ ਐਂਡ ਤੇ ਕਹੀ ਵੀ ਇਹ ਪਾਗਲ ਨੇ ਰੁਪਈਆ ਨਹੀਂ ਖਾਦਾ ਕਿਸੇ ਦਾ, ਹੈ ਨਾ, ਨੁਕਸਾਨ ਕੋਈ ਨਹੀਂ ਕੀਤਾ। ਮੈਨੂੰ ਲੱਗਦਾ ਵੀ ਉਸ ਲਾਈਨ ਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਨਾਲ ਘੁਮਾ ਕੇ ਜਿਹੜਾ ਇੱਕ ਸਟਾਰ ਕੀਤਾ, ਉਹਦਾ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗਾ ਅਸਰ ਉਹਨਾਂ ਦੇ ਪੱਖ ਤੋਂ ਪਵੇ। ਪਰ ਆਪਾਂ ਤਾਂ ਬੇਨਤੀ ਪਹਿਲਾਂ ਵੀ ਕਰਦੇ ਰਹੇ ਹਾਂ ਵੀ ਮੇਰਾ ਖਿਆਲ ਆ ਵੀ ਲੀਡਰ ਜਿਹੜਾ ਉਹ ਕੋਈ ਘਰੋਂ ਜੰਮ ਕੇ ਨਹੀਂ ਆਉਂਦਾ ਵੀ ਹਾਂ ਵੀ ਫਲਾਣੇ ਦੇ ਘਰੇ ਲੀਡਰ ਜੰਮ ਪਿਆ, ਕਿਉਂਕਿ ਜੇ ਇਦਾਂ ਜੰਮਦੇ ਹੁੰਦੇ ਤੇ ਰਾਹੁਲ ਗਾਂਧੀ ਸਾਹਿਬ ਟਰੱਕਾਂ ਦੇ ਨਾ ਚੜੇ ਫਿਰਦੇ ਕਿਉਂਕਿ ਉਹਦੇ ਤੋਂ ਵੱਡਾ ਤੇ ਪਰਿਵਾਰ ਨਹੀਂ ਨਾ ਹੈਗਾ ਕੋਈ ਵੀ ਦੇਸ਼ 'ਚ। ਦੂਜੀ ਗੱਲ ਇਹ ਵੀ ਉਹ ਤਾਂ ਲੀਡਰ ਤਾਂ ਲੋਕ ਬਣਾਉਂਦੇ ਨੇ। ਹੁਣ ਜਦੋਂ ਤੁਸੀਂ 70 ਹਜ਼ਾਰ ਦੀ ਲੀਡ ਦੀ ਗੱਲ ਕੀਤੀ, ਉਹਨਾਂ ਲੋਕਾਂ ਨੂੰ ਪਹਿਲਾਂ ਨਹੀਂ ਸੀ ਜਾਣਦਾ। ਹੁਣ ਪਿਛਲੇ ਦਿਨ ਹੀ ਮੇਰਾ ਖਿਆਲ ਲਾਭ ਸੌ ਗੋਕੇ ਹੋਰਾਂ ਦੀ ਜਦੋਂ ਗੱਲ ਚੱਲਦੀ, ਉਹ ਬੰਦਾ ਜੇ ਉਹਨੇ ਮੁੱਖ ਮੰਤਰੀ ਨੂੰ ਹਰਾਇਆ ਉਸ ਤੋਂ ਬਾਅਦ ਲੀਡ ਚੁੱਕੀ, ਪਹਿਲਾਂ ਲਾਭ ਸੌ ਗੋਕੇ ਹੋਰਾਂ ਨੂੰ ਕੌਣ ਜਾਣਦਾ ਸੀ? ਇਹਦਾ ਮਤਲਬ ਲੋਕਾਂ ਨੇ ਆਖਿਆ ਵੀ ਨਹੀਂ ਯਾਰ ਤੂੰ ਸਾਡਾ ਲੀਡਰ ਵੀਰ, ਵੀ ਤੂੰ ਜਿੱਤ ਤੈਨੂੰ ਅੱਗੇ ਆ। ਇਹਦਾ ਮਤਲਬ ਇਹ ਹੋ ਗਿਆ ਵੀ ਲੋਕਾਂ ਦੇ ਉਸ ਫਤਵੇ ਦਾ ਲੋਕਤੰਤਰਕ ਤਰੀਕੇ ਨਾਲ ਸਤਿਕਾਰ ਜ਼ਰੂਰ ਕਰਨਾ ਚਾਹੀਦਾ। ਸੱਭਿਅਕ ਭਾਸ਼ਾ 'ਚ ਮੈਨੂੰ ਲੱਗਦਾ ਹੁੰਦਾ ਵੀ ਜਿਹਨੇ ਜੋ ਗਲਤੀ ਕੀਤੀ ਉਹਨੂੰ ਤੱਥਾਂ ਦੇ ਹਿਸਾਬ ਨਾਲ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ। ਲੋਕ ਸਗੋਂ ਜ਼ਿਆਦਾ ਉਸ ਚੀਜ਼ ਨੂੰ ਅਹਿਮੀਅਤ ਦਿੰਦੇ ਵੀ ਨਹੀਂ ਯਾਰ ਗੱਲ ਹੀ ਬਿਲਕੁਲ ਸਹੀ ਕਹਿੰਦੇ। ਜਦੋਂ ਮੇਰਾ ਖਿਆਲ ਆਪਾਂ ਇੰਨਾ ਸ਼ਬਦਾਵਲੀ ਤੇ ਚਲੇ ਜਾਂਦੇ ਆ, ਮੈਂ ਕਿਹਾ ਚਲੋ ਇੱਕ ਗੱਲ ਤਾਂ ਵੀ ਚੰਗੀ ਕੀਤੀ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨੇ ਗਾਹ ਉਲਟਾ ਗਿਆ ਕੁਛ ਨਹੀਂ ਤੇ ਆਪਾਂ ਨੂੰ ਉਹ ਵੀ ਗੱਲ ਕਰਨੀ ਪੈਣੀ। ਹਾਂ ਨਹੀਂ ਇਹ ਗੱਲ ਤੁਹਾਡੀ ਠੀਕ ਹੈ, ਪਰ ਮੈਂ ਫਿਰ ਕਹਿਣਾ ਕਿ ਦੋਨਾਂ ਲੀਡਰਾਂ ਦੇ ਕੋਲ ਦੋਨੋਂ ਸਤਿਕਾਰਯੋਗ ਨੇ। ਇੱਕ MP ਨੇ, ਦੂਜੇ ਮੁੱਖ ਮੰਤਰੀ ਨੇ। ਭਗਵੰਤ ਮਾਨ ਸਾਹਿਬ 2 ਵਾਰੀ MP ਰਹੇ, ਹੁਣ ਮੁੱਖ ਮੰਤਰੀ ਬਣੇ। ਉਹ ਕੇਂਦਰ 'ਚ ਵੀ ਮੰਤਰੀ ਰਹੇ। ਸੁਖਬੀਰ ਸਿੰਘ ਬਾਦਲ ਸਾਹਿਬ ਉਪ ਮੁੱਖ ਮੰਤਰੀ ਵੀ ਰਹੇ, ਇਸ ਲਈ MP ਨੇ। ਕਿ ਜੇ ਸੱਚੀ ਮੁੱਚੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਨੇ ਕੋਈ ਗਲਤੀ ਕੀਤੀ ਹੈ, ਤੁਸੀਂ ਕਾਨੂੰਨ ਦਾ ਸਹਾਰਾ ਲੈ ਕੇ ਅਗਲਿਆਂ ਨੂੰ ਅਦਾਲਤਾਂ 'ਚ ਘੜੀਸੋ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ, ਭਗਵੰਤ ਸਿੰਘ ਮਾਨ ਸਾਹਿਬ ਨੂੰ, ਕਿ ਜੇ ਤੁਸੀਂ ਕਿਹਾ ਨਾ ਕਿ ਮੈਂ ਲੁੱਟਿਆ ਨਹੀਂ, ਜੇ ਤੁਹਾਨੂੰ ਲੱਗਦਾ ਕਿਸੇ ਨੇ ਲੁੱਟਿਆ, ਤੁਹਾਡੇ ਕੋਲੇ ਹੁਣ ਤਾਕਤ ਹੈ, ਇਨਕੁਆਇਰੀ ਕਰਾਓ, ਬੰਦਿਆਂ ਨੂੰ ਜਾ ਕੇ ਅੰਦਰ ਦਿਓ। ਲੋਕਾਂ ਨੂੰ ਆਪੇ ਪਤਾ ਲੱਗ ਜਾਣਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁਣ ਤੋਂ 3 ਘੰਟੇ ਬਾਅਦ ਜੇ ਸਾਰਾ ਕੁਝ ਠੀਕ ਰਿਹਾ ਤਾਂ ਮੀਟਿੰਗ ਹੈ। ਅਚਾਨਕ ਮੀਟਿੰਗ ਬੁਲਾਈ ਗਈ ਹੈ, ਹੰਗਾਮੀ ਅਚਨਚੇਤੀ, ਜਿਹਦਾ ਪਹਿਲਾਂ ਕੋਈ ਪਤਾ ਨਹੀਂ ਸੀ। ਤੇ ਹੰਗਾਮੀ ਅਚਨਚੇਤੀ ਬੈਠਕ ਉਦੋਂ ਹੁੰਦੀ ਹੈ ਕਿ ਜਦੋਂ ਕੋਈ ਬਹੁਤ ਐਸਾ ਮਸਲਾ ਜਿਹਨੂੰ ਆਪਾਂ ਦੇਰ ਨਹੀਂ ਕਰ ਸਕਦੇ, ਲੇਟ ਨਹੀਂ ਕਰ ਸਕਦੇ, ਉਹਨੂੰ ਵਿਚਾਰਨਾ ਹੀ ਵਿਚਾਰਨਾ ਪੈਣਾ, ਨਹੀਂ ਤਾਂ ਕੋਈ ਐਸੀ ਗੱਲ ਹੋ ਜੂ। ਤੁਹਾਨੂੰ ਯਾਦ ਹੋਣਾ ਸੰਧਾਲੀਆ ਸਾਹਿਬ ਕਿ ਪਿਛਲੀ ਵਾਰ ਵੀ ਜਦੋਂ SGPC ਦੀ ਕਾਰਜਕਾਰਨੀ ਦੀ ਮੀਟਿੰਗ ਸੱਦੀ ਗਈ ਸੀ, ਉਦੋਂ ਵੀ ਇੱਕ ਚਰਚਾ ਚੱਲਿਆ ਸੀ ਕਿ ਕਿਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਥੇਦਾਰੀ ਤੋਂ ਲਾਂਭੇ ਤਾਂ ਨਹੀਂ ਕਰਨਾ, ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਖਤਮ ਤਾਂ ਨਹੀਂ ਕਰਨੀਆਂ। ਬੜੀ ਚਰਚਾ ਚੱਲੀ, ਵਿਰੋਧੀ ਧਿਰਾਂ ਨੇ ਰੌਲਾ ਵੀ ਪਾਉਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਜੀ ਦੇਖੋ ਇਹਨਾਂ ਨੇ ਐਂ ਕਰਨਾ। ਤੇ ਮੀਟਿੰਗ ਦੇ ਵਿੱਚ ਏਜੰਡਾ ਹੀ ਨਹੀਂ ਲੱਗਾ। ਜਦੋਂ ਬਾਅਦ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ SGPC ਨੂੰ ਪੁੱਛਿਆ ਗਿਆ, ਉਹ ਕਹਿੰਦੇ ਏਜੰਡਾ ਹੀ ਨਹੀਂ ਸੀ, ਇੱਦਾਂ ਦੀ ਕੋਈ ਗੱਲਬਾਤ ਹੀ ਨਹੀਂ ਸੀ, ਕਿ ਸਾਡੇ ਕੋਲੇ ਤਾਂ ਹੋਰ ਹੀ ਬੜੇ ਮਸਲੇ ਨੇ। ਅਜੇ ਵੀ ਸਾਨੂੰ ਨਹੀਂ ਪਤਾ ਕਿ ਅੱਜ ਦੀ ਮੀਟਿੰਗ ਦਾ ਏਜੰਡਾ ਕੀ ਹੋਣਾ। ਪਰ ਅਚਾਨਕ ਜਿਸ ਤਰੀਕੇ ਮੀਟਿੰਗ ਸੱਦੀ ਗਈ ਹੈ, ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਬਤ ਕੋਈ ਫੈਸਲਾ ਇਸ ਮੀਟਿੰਗ ਦੇ ਵਿੱਚ ਲੈ ਲਿਆ ਜਾਵੇ। ਹਾਂ ਨਹੀਂ ਇਹਦੇ ਵੇਖੋ ਅਸਾਰ ਸੰਸੇ ਸ਼ੰਕੇ ਇਹ ਵੀ ਮੀਡੀਆ 'ਚ ਹੀ ਨੇ, ਤੇ ਜਿੰਨੀਆਂ ਕੁ ਖਬਰਾਂ ਆਉਂਦੀਆਂ ਪਈਆਂ ਉਹਦੇ ਹਿਸਾਬ ਨਾਲ ਤਾਂ ਇਹੋ ਹੀ ਚਰਚਾ ਵੀ ਜਥੇਦਾਰ ਸਾਹਿਬ ਸ਼ਾਇਦ ਹੁਣ ਪੰਜਾਬ ਜਾਂ ਭਾਰਤ 'ਚ ਨਹੀਂ ਹੈਗੇ, ਬਾਹਰ ਨੇ। ਤੇ ਹੁਣ ਜਦੋਂ ਬਾਹਰ ਗਏ ਹੁੰਦੇ, ਆਪਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਦੇਖਿਆ ਵੀ ਆਮ ਤੌਰ ਤੇ ਜਥੇਦਾਰੀ ਤੋਂ ਲਾਂਭੇ ਉਦੋਂ ਹੀ ਫੈਸਲਾ ਆਉਂਦਾ ਹੁੰਦਾ ਜਦੋਂ ਜਥੇਦਾਰ ਸਾਹਿਬ ਲੋਕਲ ਨਾ ਹੋਣ। ਹੁਣ ਮੇਰਾ ਖਿਆਲ ਆ ਵੀ ਅਜੇ ਵੀ ਕਿਸੇ ਨੇ ਕਲੀਅਰ ਨਹੀਂ ਕੀਤਾ ਵੀ ਜਥੇਦਾਰ ਸਾਹਿਬ ਨੂੰ ਲਾਉਣ ਦੇ ਲਈ ਇਹੋ ਜਿਹਾ ਕੋਈ ਮੀਟਿੰਗ ਕੀਤੀ ਜਾਣੀ, ਪਰ ਜਿਹੜੇ ਹੁੰਦੇ ਨਾ ਵਿੱਚ ਗੱਲ ਧੁਖਦੀ ਦੱਸਣ ਵਾਲੇ,
ਉਹ ਧੁਖਦੀ ਦੱਸਣ ਵਾਲਿਆਂ ਦੀ ਪਿਛਲੀ ਗੱਲ ਜਿੰਨੀ ਕੁ ਮੀਡੀਆ 'ਚ ਸਾਹਮਣੇ ਆਈ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਉਦੋਂ ਹੀ ਚਰਚਾ ਮਾੜੀ ਲੋਕਾਂ ਨੇ ਦੱਸੀ ਸੀ ਵੀ ਇਸ ਤਰ੍ਹਾਂ ਦੀ ਮੀਡੀਆ 'ਚ ਚਰਚਾ ਚੱਲਦੀ ਹੈ ਜੀ, ਇਸ ਢੰਗ ਤਰੀਕੇ ਦੇ ਉੱਪਰ ਉਜਰ ਇਤਰਾਜ਼ ਹੈਗਾ, ਜੇ ਆਪਾਂ ਕੁਛ ਇਹੋ ਜਿਹਾ ਫੈਸਲਾ ਲੈਂਦੇ ਆ ਜਥੇਦਾਰ ਸਾਹਿਬ ਨੂੰ ਲਾਂਭੇ ਕਰਦੇ ਆ ਤੇ ਇਹਦਾ ਵਿਰੋਧ ਹੋ ਸਕਦਾ। ਪਰ ਹੁਣ ਜਿੱਦਾਂ ਵਿੱਚ ਇਹ ਵੀ ਗੱਲ ਚੱਲਦੀ ਹੈ ਵੀ ਪਿਛਲੇ ਦਿਨੀ, ਕਿਉਂਕਿ ਅੱਜ ਜੂਨ ਮਹੀਨੇ ਦੇ ਆਪਾਂ ਪਹਿਲੇ ਹਫ਼ਤੇ ਦੀ ਗੱਲ ਕਰਦੇ ਵੀ ਕੁਝ ਸਮਾਗਮਾਂ ਦੇ ਵਿੱਚ ਜਥੇਦਾਰ ਸਾਹਿਬ ਜਾਂਦੇ ਨੇ, ਕੁਝ ਐਸੇ ਸਮਾਗਮ ਜਿਹੜੇ ਕਿ ਅਕਾਲੀ ਦਲ ਦੇ ਨਾਲ ਨੇੜਤਾ ਰੱਖਣ ਵਾਲੀਆਂ ਜਥੇਬੰਦੀਆਂ ਦੇ ਸੀਗੇ ਉੱਥੇ ਜਥੇਦਾਰ ਸਾਹਿਬ ਨਹੀਂ ਜਾਂਦੇ, ਜਾਂ ਪਬਲਿਕਲੀ ਆਪਾਂ ਕਈ ਵਾਰ ਉਹਨਾਂ ਦੀਆਂ ਸਪੀਚਸ ਦੇ ਵਿੱਚ ਸੁਣਦੇ ਹਾਂ ਜਿੱਥੇ ਉਹ ਅਕਾਲੀ ਦਲ ਨੂੰ ਕੁਝ ਨਸੀਹਤਾਂ ਦਿੰਦੇ ਸੁਣਦੇ ਨੇ ਵੀ ਜਥੇਦਾਰ ਸਾਹਿਬ ਨੇ ਅਕਾਲੀ ਦਲ ਨੂੰ ਆਹ ਨਸੀਹਤ ਦਿੱਤੀ। ਉਹਨਾਂ ਸਾਰੀਆਂ ਗੱਲਾਂ ਦੀ ਚਰਚਾ ਵੀ ਸ਼ਾਇਦ ਉਹ ਕਿਤੇ ਨਾ ਕਿਤੇ ਹੁਣ ਜਥੇਦਾਰ ਸਾਹਿਬ ਦੀ ਉਹ ਵਾਲੀ ਟਿਊਨਿੰਗ ਨਹੀਂ ਹੈ, ਜਾਂ ਕਹਿ ਲਓ ਕਿ ਵੀ ਅਕਾਲੀ ਦਲ ਵੱਲੋਂ ਜਾਂ SGPC ਵੱਲੋਂ ਹੁਣ ਲੱਗਦਾ ਕਿ ਵੀ ਨਹੀਂ ਯਾਰ ਜਥੇਦਾਰ ਸਾਹਿਬ ਉੱਦਾਂ ਨਹੀਂ ਕਰ ਰਹੇ ਜਿਵੇਂ ਉਹਨਾਂ ਨੂੰ ਕਰਨਾ ਚਾਹੀਦਾ। ਇਹ ਚਰਚਾ ਅਸੀਂ ਨਹੀਂ ਆਂਦੇ ਵੀ ਇੱਦਾਂ ਹੈ, ਪਰ ਜੇ ਸਾਰੀਆਂ ਚਰਚਾਵਾਂ ਠੀਕ ਹੋਈਆਂ ਤੇ ਅੱਜ ਵਾਲੀ ਮੀਟਿੰਗ ਦਾ ਏਜੰਡਾ ਵੀ ਉਹੀ ਹੋਇਆ ਤੇ ਫਿਰ ਹੋਰ ਚੰਦ ਘੜੀਆਂ ਨੂੰ ਲੋਕਾਂ ਸਾਹਮਣੇ ਨਤੀਜਾ ਆ ਹੀ ਜਾਣਾ। ਸੰਧਾਲੀਆ ਸਾਹਿਬ ਉਹਦੇ ਵਿੱਚ ਵੀ ਨਾ 2-3 ਚੀਜ਼ਾਂ ਹੋਣੀਆਂ। ਤੁਹਾਨੂੰ ਯਾਦ ਹੋਣਾ ਕਿ 2 ਤਖ਼ਤਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਕੋਲੇ। ਫਿਰ ਸਵਾਲ ਇਹ ਵੀ ਹੋਣਾ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਂਦਾ ਤਾਂ ਕੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਉਹਨਾਂ ਦੇ ਕੋਲੇ ਰਹੂ ਜਾਂ ਦੋਨਾਂ ਥਾਵਾਂ ਤੋਂ ਸੇਵਾ ਮੁਕਤ ਕਰ ਦਿੱਤਾ ਜਾਊ। ਦੂਸਰੀ ਗੱਲ, ਜੇ ਉਹਨਾਂ ਨੂੰ ਸ਼੍ਰੀ ਅਕਾਲ, ਕਿਉਂਕਿ ਵਾਧੂ ਕਾਰਜ ਦਿੱਤਾ ਸੀ ਉਹਨਾਂ ਨੂੰ, ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ। ਜਦੋਂ ਇੱਧਰਲੇ ਪਾਸੇ ਅਹੁਦਾ ਖਾਲੀ ਹੋਇਆ ਤਾਂ ਉਹਨਾਂ ਨੂੰ ਕਿਹਾ ਤੁਸੀਂ ਸਾਂਭੋ। ਲੋਕਾਂ ਨੂੰ ਲੱਗਦਾ ਸੀ ਕਿ 1 ਮਹੀਨਾ 2 ਮਹੀਨਾ 4 ਮਹੀਨੇ 6 ਮਹੀਨੇ ਫਿਰ ਤਾਂ ਸਾਲ 2 ਸਾਲ 3 ਸਾਲ ਪਤਾ ਹੀ ਨਹੀਂ ਕਿੰਨਾ ਲੰਬਾ ਹੋ ਗਿਆ। ਹੋ ਸਕਦਾ ਇੱਧਰਲੇ ਪਾਸੇ ਕਿਸੇ ਹੋਰ ਦੀ ਡਿਊਟੀ ਲਾ ਕੇ ਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਰਹਿਣ ਦੇਣ। ਸਵਾਲ ਇਹ ਵੀ ਹੈ ਕਿ ਜੇ ਇੱਧਰੋਂ ਫਾਰਗ ਕੀਤਾ ਗਿਆ ਤਾਂ ਕੀ ਉਹ ਰਹਿਣਗੇ, ਉੱਧਰ ਰਹਿਣਾ ਚਾਹਣਗੇ ਉਹ? ਤੇ ਦੂਸਰੇ ਪਾਸੇ ਕਿ ਕੀ ਦੋਨਾਂ ਥਾਵਾਂ ਤੋਂ ਉਹਨਾਂ ਨੂੰ ਫਾਰਗ ਕਰਤਾ ਜਾਊ ਜੇ ਕੀਤਾ ਜਾਂਦਾ? ਤੁਹਾਨੂੰ ਯਾਦ ਹੋਣਾ ਇੱਕ ਬੜੇ ਗੁਰਮੁਖ ਬੰਦੇ ਗਿਆਨੀ ਗੁਰਮੁਖ ਸਿੰਘ ਹੋਰੀ, ਉਹ ਵੀ ਇੱਕ ਵਾਰ ਬੋਲੇ ਸੀ, ਫਿਰ ਉਹ ਹਰਿਆਣੇ ਭੇਜ ਦਿੱਤੇ ਗਏ ਸੀ, ਫਿਰ ਉਹ ਵਾਪਸ ਆ ਗਏ ਸੀ। ਵਾਪਸ ਨੇ ਉਹ ਵਾਪਸ ਨੇ ਅੱਜ ਕੱਲ੍ਹ ਆਏ। ਜਾਣੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਜਦੋਂ ਬੰਦਾ ਅਹੁਦੇ ਤੇ ਹੁੰਦਾ ਤੇ ਉਦੋਂ ਨਹੀਂ ਕੀਤੀਆਂ ਜਾਂਦੀਆਂ, ਪਰ ਬਾਅਦ ਵਿੱਚ ਦੱਸੀਆਂ ਪੁੱਛੀਆਂ ਜਾਂਦੀਆਂ। ਅਸੀਂ ਕਹਿੰਦੇ ਕਿ ਕੋਈ ਵੀ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸੰਗਤ ਦੇ ਮਨ ਨੂੰ ਕੋਈ ਠੇਸ ਪੁੱਜੇ, ਪਰ ਜੇ ਕੋਈ ਐਸੀ ਗੱਲ ਹੋਵੇ ਤਾਂ ਬਾਅਦ ਵਿੱਚ ਦੱਸੀ ਵੀ ਜਾਵੇ। ਬਾਕੀ ਚਲੋ ਮੇਰਾ ਖਿਆਲ ਹੈ ਜਦੋਂ ਕਿਸੇ ਮੀਟਿੰਗ ਦਾ ਏਜੰਡਾ ਅਜੇ ਪਬਲਿਕਲੀ ਦੱਸਿਆ ਹੀ ਨਹੀਂ ਗਿਆ, ਇਹ ਸਾਰੇ ਅੰਦਾਜ਼ੇ ਨੇ। ਇਹ ਅੰਦਾਜ਼ੇ ਪਹਿਲਾਂ ਵੀ ਲੱਗੇ ਸੀ, ਅੰਦਾਜ਼ੇ ਹੁਣ ਵੀ ਨੇ। ਅੰਦਾਜ਼ੇ ਕਈ ਵਾਰ ਦਰੁਸਤ ਵੀ ਹੁੰਦੇ ਆ, ਅੰਦਾਜ਼ੇ ਗਲਤ ਵੀ ਹੁੰਦੇ ਆ। ਸੋ ਮੈਨੂੰ ਲੱਗਦਾ ਵੀ ਇਹ ਸਾਰੇ ਕੁਝ ਦੇ ਵਿੱਚ ਤੇ ਆਪਾਂ ਫਿਲਹਾਲ ਇੰਤਜ਼ਾਰ ਹੀ ਕਰ ਸਕਦੇ ਹਾਂ, ਹੋਰ ਤੇ ਜੇ ਕੀਤਾ ਕੁਝ ਨਹੀਂ ਜਾ ਸਕਦਾ। ਮੁੱਖ ਮੰਤਰੀ ਸਾਹਿਬ ਦੀ ਯਾਤਰਾ ਤੇ ਆਉਣਾ, ਦਿੱਲੀ ਯਾਤਰਾ ਕਰਦੇ ਆ ਆਪਾਂ। ਪਹਿਲਾਂ 2 ਚੀਜ਼ਾਂ ਹੋਰ ਕਰ ਲਈਏ ਆਪਾਂ, ਦਿੱਲੀੋਂ ਵੀ ਗਾਂਹ ਜਾਣਾ, ਫਿਰ ਮੁੜ ਕੇ ਦਿੱਲੀ ਆਉਣੇ ਆ। ਅੱਛਾ, ਇੱਦਾਂ ਕਰ ਲਓ, ਟਿਕਟ ਲੈ ਦੇਣਾ ਵੀਰ ਜੀ। ਮਹਾਰਾਜ ਤੁਹਾਡੇ ਤਾਂ ਪਾਸ ਚੱਲਦੇ ਲੀਡਰਾਂ ਦੇ, ਨਹੀਂ ਸਾਡੇ ਕੋਲੇ ਤੇ ਆਏ ਪਾਸ ਪਹਿਲਾਂ ਬੱਸ ਦਾ ਰਹੀ ਗਿਆ, ਫਿਰ ਰੇਲ ਦਾ ਰਹੀ ਗਿਆ, ਹਨਾ। ਹੋਰ ਸਾਡੇ ਕੋਲੇ ਕੀ ਹੈ? ਪਾਓ ਜਿੱਥੋਂ ਪਾਸ ਹੋਣਾ ਸੀ ਉੱਥੋਂ ਕਈ ਨਾ ਥੋੜੀ ਜਿਹੀ ਢਿੱਲ ਰਹਿ ਜਾਂਦੀ, ਘਰੋਂ ਪੈਂਦੀਆਂ ਹੁੰਦੀਆਂ ਵੀ ਹਾਂ ਹੁਣ ਐਤਕੀ ਫੇਰ ਰਹਿ ਗਿਆ। ਤੁਹਾਡੇ ਪਾਸ ਜਿਹੜੇ ਆ ਨਾ, ਕਿਉਂਕਿ ਸੈਕਟਰੀਏਟ ਦਾ ਪਾਸ, ਉਹ ਜਿਹੜੇ ਪਾਸ ਆ ਨਾ ਤੁਹਾਡੇ, ਗੱਡੀ ਤੇ ਲੱਗਾ ਪਾਸ, VVIP ਪਾਰਕਿੰਗ ਦਾ ਪਾਸ। ਹੁਣ ਸੰਧਾਲੀਆ ਸਾਹਿਬ ਵੀ ਬੜਾ ਸ਼ੌਕ ਹੁੰਦਾ ਨਾ ਕਈ ਬੰਦਿਆਂ ਨੂੰ, ਮੈਂ ਰਹਿਣਾ ਸ਼ੌਕ ਉਹ ਮਹਾਰਾਜ ਉਹ ਹੁੱਬ ਕੇ ਦੱਸਦੇ ਆ, ਉਹ ਨਿਆਣਿਆਂ 10ਵੀਂ ਚੋਂ ਫੇਲ ਹੋਇਆ ਦੱਸਦੇ ਮੇਰੇ ਕੋਲ ਪਾਸ ਹੈਗਾ, ਮੇਰੇ ਕੋਲ ਪਾਸ ਹੈਗਾ ਨਾ। ਮਤਲਬ ਉਹ ਸੁਮੋ ਭਾਵੇਂ ਜਿੰਨੀ ਮਰਜ਼ੀ ਪੁਰਾਣੀ ਹੋਵੇ, ਸਟicker ਵੱਡਾ ਚਾਹੀਦਾ। ਅੱਛਾ, ਹੋਇਆ ਕੀ ਕਿ ਜਿਹੜਾ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਉੱਤੇ ਨਾਲ ਸੰਬੰਧਿਤ ਜਿਹੜਾ ਮਸਲਾ ਸੀ, ਉਹਨੂੰ ਕੋਈ ਹਮਲਾ ਕਹਿ ਲਓ, ਪ੍ਰੋਟੈਸਟ ਕਹਿ ਲਓ, ਜਿਹੜੇ ਮਰਜ਼ੀ ਸ਼ਬਦ ਵਰਤੇ ਜਾ ਸਕਦੇ ਨਾ, ਸਾਰੀਆਂ ਤਰ੍ਹਾਂ ਆਪੋ ਆਪਣੇ ਸ਼ਬਦ ਕੱਢਦੀਆਂ ਹੁੰਦੀਆਂ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਆਪਣੇ ਹੱਥ ਦੇ ਵਿੱਚ ਉਹਦੀ ਜਾਂਚ ਲਈ ਹੋਈ ਹੈ। ਕਈ ਗੇੜੇ ਲੰਡਨ ਦੇ ਵਿੱਚ ਉਹਨਾਂ ਦੇ ਲੱਗ ਗਏ, ਕਿਉਂਕਿ ਭਾਰਤੀ ਝੰਡਾ ਜਿਹੜਾ ਤਿਰੰਗਾ ਝੰਡਾ ਉਹਨੂੰ ਲਾ ਕੇ ਤਾਂ ਜ਼ਮੀਨ ਤੇ ਸੁੱਟਿਆ ਗਿਆ ਸੀ। ਉਦੋਂ ਹੀ ਬਹੁਤ ਜ਼ਿਆਦਾ ਬੁਰਾ ਮਨਾਇਆ ਸੀ ਭਾਰਤ ਸਰਕਾਰ ਨੇ। ਇੰਗਲੈਂਡ ਦੀ ਸਰਕਾਰ ਦੇ ਕੋਲ ਉਹਦਾ ਇਤਰਾਜ਼ ਪ੍ਰਗਟ ਕੀਤਾ ਗਿਆ ਸੀ, ਬਾਅਦ ਵਿੱਚ ਇੱਕ ਗ੍ਰਿਫਤਾਰੀ ਵੀ ਹੋਈ ਸੀ, ਕਈ ਕੁਛ ਹੋਇਆ। ਆਪਾਂ 2 ਦਿਨ ਪਹਿਲਾਂ ਗੱਲ ਕੀਤੀ ਸੀ ਕਿ NIA ਨੇ 2 ਘੰਟੇ ਦੀ ਵੀਡੀਓ ਫੁਟੇਜ ਜਿਹੜੀ ਉਸ ਭਾਰਤੀ ਸਫਾਰਤਖਾਨੇ ਦੇ ਆਸ-ਪਾਸ ਤੋਂ ਉਹਨਾਂ ਨੇ ਕਲੈਕਟ ਕੀਤੀ, ਉਹ ਜਾਰੀ ਕੀਤੀ ਸੀ ਤੇ ਕਿਹਾ ਕਿ ਜੇ ਤੁਸੀਂ ਇਹਨਾਂ ਲੋਕਾਂ ਨੂੰ ਜਾਣਦੇ ਹੋ, ਤੁਹਾਨੂੰ ਇਹਨਾਂ ਦਾ ਨਾਂ ਪਤਾ, ਅਤਾ ਪਤਾ, ਕੁਛ ਵੀ ਜਾਣਕਾਰੀ ਹੈ ਸਾਨੂੰ ਦੱਸੋ। ਨਾਲ ਇੱਕ WhatsApp ਨੰਬਰ ਦੇ ਦਿੱਤਾ ਸੀ ਕਿ ਦੁਨੀਆ 'ਚੋਂ ਕਿਤੇ ਵੀ ਸਾਨੂੰ ਜਾਣਕਾਰੀ ਭੇਜ ਦਿਓ। ਹੁਣ 45 ਤਸਵੀਰਾਂ ਜਾਰੀ ਕੀਤੀਆਂ ਉਹਨਾਂ ਨੇ, 45 ਤੇ ਇਹ ਕਹਿ ਦਿੱਤਾ ਗਿਆ ਕਿ ਜੇ ਇਹਨਾਂ ਦੇ ਬਾਬਤ, ਕਿਉਂਕਿ ਪਹਿਲਾਂ ਵੀਡੀਓ ਸੀ, ਹੁਣ ਇਹਦਾ ਮਤਲਬ ਉਹਦੇ ਵਿੱਚੋਂ ਤਸਵੀਰਾਂ ਛਾਂਟ ਲਈਆਂ ਗਈਆਂ। ਉਹ ਤਸਵੀਰਾਂ ਜਾਰੀ ਕਰਕੇ ਇੱਕ ਵਾਰ ਕੁਝ ਦੀ ਜਾਣਕਾਰੀ ਉਹਨਾਂ ਕੋਲ ਹੈਗੀ ਹੈ, ਕੁਝ ਇੱਕ ਦੀ ਜਾਣਕਾਰੀ ਉਹਨਾਂ ਨੇ ਲੈਣੀ ਹੈ। ਹੁਣ ਹੋ ਸਕਦਾ ਕਿ ਉਹਦੇ ਵਿੱਚੋਂ ਵੀ ਕੁਝ ਇੱਕ ਜਾਣਕਾਰੀ ਲੱਭਣ। ਹੁਣ ਮੈਨੂੰ ਲੱਗਦਾ ਕਿ ਆਖਰੀ ਸਟੇਜ ਹੈ, ਇਹਦੇ ਤੋਂ ਬਾਅਦ ਫਿਰ ਕਾਰਵਾਈ ਕੀ ਹੋਏਗੀ ਕਿ ਨਹੀਂ ਹੋਏਗੀ, ਗੱਲ ਉਧਰਲੇ ਪਾਸੇ ਨੂੰ ਤੁਰ ਪੈਣੀ ਹੈ। ਤੇ ਮੇਰਾ ਖਿਆਲ ਹੈ ਵੀ ਇਹ ਹੋ ਸਕਦਾ ਕਿ ਜਿੱਦਣ ਉਹ ਚਰਚਾ ਚੱਲੀ ਸੀ ਉਦੋਂ ਬਹੁਤੇ ਲੋਕ, ਆਪਾਂ ਵੀ ਇੱਥੇ ਸੁਣਿਆ ਦੇਖਿਆ ਇਹੀ ਸੀ
ਕਿ ਵੀ ਬਹੁਤੇ ਲੋਕਾਂ ਨੂੰ ਆਸ ਸੀ ਕਿ ਵੀ ਇੱਕ ਰੈਗੂਲਰ ਚੀਜ਼ ਪਹਿਲਾਂ ਵੀ ਹੁੰਦੀ ਹੈ ਜੀ। ਵੀ ਜੇ ਮੰਨ ਲਓ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਆ ਉਹਦੇ ਵਿਰੋਧ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੁੰਦੇ ਆ ਜੀ। ਐਡ ਵੱਖ-ਵੱਖ ਦੇਸ਼ਾਂ 'ਚ ਹੋਏ, ਲੰਡਨ 'ਚ ਵੀ ਹੋਏ, ਹੋਰਨਾਂ ਥਾਵਾਂ ਤੇ ਵੀ ਹੋਏ। ਤੇ ਜਿਹੜੇ ਮੇਰਾ ਖਿਆਲ ਇਧਰ ਪੁਰਾਣੇ ਪਾਸੇ ਲੋਕ ਸੀਗੇ ਉਹਨਾਂ ਨੇ ਉਦੋਂ ਉਹਨੂੰ ਇਦਾਂ ਹੀ ਮੰਨਿਆ ਸੀ ਵੀ ਹਾਂ ਯਾਰ ਇਹ ਹੁੰਦਾ ਹੀ ਆ, ਜੀ। ਐਡੀ ਕੋਈ ਗੱਲ ਨਹੀਂ। ਮੈਨੂੰ ਲੱਗਦਾ ਵੀ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਗੱਲ ਨਵੀਂ ਹੋਈ ਉਹ ਹੋਇਆ ਰਿਐਕਸ਼ਨ। ਐਕਸ਼ਨ ਇਦਾਂ ਦੇ ਪਹਿਲਾਂ ਵੀ ਹੁੰਦੇ ਸੀ ਪਰ ਐਕਸ਼ਨ ਦਾ ਰਿਐਕਸ਼ਨ ਘੱਟ ਹੁੰਦਾ ਸੀ। ਜਿਹੜਾ ਰਿਐਕਸ਼ਨ ਹੋਇਆ ਉਹ ਉਦੋਂ ਵੀ ਨਜ਼ਰ ਆਇਆ ਸੀ ਵੀ ਉਹ ਇੱਕ ਝੰਡਾ ਬਹੁਤ ਛੋਟਾ ਜਿਹੜਾ ਸੀ ਉਹਨੂੰ ਜਦੋਂ ਇਸ ਤਰ੍ਹਾਂ ਕੀਤਾ ਗਿਆ ਤੇ ਇੱਕ ਬਹੁਤ ਵੱਡਾ ਝੰਡਾ, ਤਿਰੰਗਾ ਝੰਡਾ ਪੂਰੀ ਦੀ ਪੂਰੀ ਬਿਲਡਿੰਗ ਦੇ ਉੱਪਰ ਲਾ ਦਿੱਤਾ ਗਿਆ ਸੀ ਉਸੇ ਵੇਲੇ। ਤੇ ਅਚਾਨਕ ਫਿਰ ਚਰਚਾ ਇਹ ਚੱਲਣ ਲੱਗ ਪਈ ਸੀ ਵੀ ਯਾਰ ਇਹ ਹੌਲੀ ਹੌਲੀ ਲੱਗਦਾ ਵੀ ਐਕਸ਼ਨ ਦਾ ਰਿਐਕਸ਼ਨ ਹੋ। ਫਿਰ ਇੱਕ ਰਿਐਕਸ਼ਨ ਦਿੱਲੀ 'ਚ ਨਜ਼ਰ ਆਇਆ ਸੀ ਜਦੋਂ ਯੂਕੇ ਵਾਲੀ ਐਮਬੈਸੀ ਦੇ ਬਾਹਰੋਂ ਸਿਕਿਉਰਿਟੀ ਹਟਾ ਲਈ ਵੀ ਚੰਗਾ ਫਿਰ ਜੇ ਤੁਸੀਂ ਸਾਡੀ ਸੁਰੱਖਿਆ ਨਹੀਂ ਕਰ ਸਕਦੇ ਤੇ ਸਾਨੂੰ ਵੀ ਲੋੜ ਨਹੀਂ ਕੋਈ ਸੁਰੱਖਿਆ ਦੇਣ ਦੀ। ਤੇ ਉਸ ਤੋਂ ਬਾਅਦ ਜਿਹੜਾ ਆਹ ਕੰਮ ਹੋ ਗਿਆ ਕਿ ਇੱਕ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹੈ ਉਹ ਉਹਨਾਂ ਦੇਸ਼ਾਂ ਤੱਕ ਚਲੀ ਜਾਵੇ ਜਿੱਥੇ ਧਰਨੇ ਪ੍ਰਦਰਸ਼ਨ ਹੋਏ ਜਾਂ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਜਾਂਚ ਕਰਕੇ ਤੇ ਹੁਣ ਤਸਵੀਰਾਂ ਤੱਕ ਪਹੁੰਚ ਜਾਵੇ। ਇਹ ਮੇਰਾ ਖਿਆਲ ਪਹਿਲੀ ਵਾਰ ਨਜ਼ਰ ਆ ਰਹੀ ਗੱਲ ਜੀ ਇੰਨੀ ਵੱਡੀ ਪੱਧਰ ਦੇ ਉੱਪਰ। ਤੇ ਗਤੀ ਦੇਖੋ ਕਿੰਨੀ ਤੇਜ਼ ਹੈ ਕਿ 72 ਘੰਟਿਆਂ ਦੇ ਵਿੱਚ ਵੀਡੀਓ ਤੋਂ ਫੋਟੋ ਤੱਕ ਆ ਗਈ ਗੱਲ। ਤੇ ਮੈਨੂੰ ਲੱਗਦਾ ਹੈ ਕਿ ਵੀ ਜੇ ਇੱਥੋਂ ਤੱਕ ਆ ਗਈ ਹੁਣ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹ ਵੀ ਲੋਕਾਂ ਦੀਆਂ ਵੱਧ ਗਈਆਂ ਵੀ ਇਹਦੇ ਤੋਂ ਅੱਗੇ ਕੀ ਹੁਣ ਅੱਗੇ ਕੀ ਵਾਲੀ ਮੈਨੂੰ ਲੱਗਦਾ ਵੀ ਉਹ ਇੱਕ ਕੁਐਸਚਨ ਮਾਰਕ ਵੱਡਾ। ਹੁਣ ਦੇਖੋ ਕੀ ਬਣਦਾ। ਪਹਿਲਵਾਨਾਂ ਦੀ ਗੱਲ ਕਰਕੇ ਆਪਾਂ ਦਿੱਲੀ ਫੇਰੀ ਜਿਹੜੀ ਮੁੱਖ ਮੰਤਰੀ ਦੇ ਉਧਰ ਆਵਾਂਗੇ। ਮੈਂ ਕਿਹਾ ਤੁਹਾਨੂੰ ਥੋੜਾ ਧਰਵਾਸ ਰਹੂਗਾ ਕਿ ਗੱਲ ਕਰ। ਮੈਂ ਤੇ ਬੈਠਾ ਜੀ, ਮੈਂ ਤੇ ਪਾਸ ਲੈ ਲਿਆ ਨਾਲ ਮੂੰਗਫਲੀ ਲੈ ਲਈ ਪੰਜਾਂ ਦੀ। ਪਰ ਛਿੱਲਾਂ ਨਹੀਂ ਖਿਲਾਰਨੀਆਂ ਨਹੀਂ ਉਹ ਇਹ ਆਖਿਆ ਵੀ ਇੱਕ ਪਾਸੋਂ ਖਾਈ ਜਾਣੀਆਂ ਤੇ ਦੂਜੀ ਨਾਲ ਇੱਕ ਲਿਫਾਫੀ ਵੱਖਰੀ ਲੈ ਲਈ ਛਿੱਲਾਂ ਵਾਲੀ। ਉਧਰੋਂ ਇਧਰੋਂ ਖਾ ਕੇ ਉਹਦੇ ਛਿੱਲਾਂ ਪਾਈ ਜਾਣੀਆਂ। ਅੱਛਾ ਸੰਧਾਲੀਆ ਸਾਹਿਬ ਹੋਇਆ ਕਿ 15 ਤਰੀਕ ਤੱਕ ਦਾ ਸਮਾਂ ਪਹਿਲਵਾਨਾਂ ਨੇ ਆਪਣੇ ਸੋਚਿਆ ਸੀ ਮੀਟਿੰਗਾਂ ਦੇ ਵਿੱਚ ਕਿ ਭਾਈ ਜਦੋਂ ਅਨੁਰਾਗ ਠਾਕੁਰ ਖੇਡ ਮੰਤਰੀ ਭਾਰਤ ਸਰਕਾਰ ਦੇ ਨਾਲ ਗੱਲਬਾਤ ਉਹਨਾਂ ਦੀ ਹੋਈ ਉਹ ਕਹਿੰਦੇ ਸੀ ਕੁਝ ਇੱਕ ਦਿਨ ਦੇ ਉਹਦੇ ਉਹ ਕਹਿੰਦੇ ਸੀ 15 ਤਰੀਕ ਤੱਕ ਦਾ ਸਮਾਂ ਦਿੱਤਾ। ਫਿਰ ਖਾਪਾਂ ਨਾਲ ਕਿਸਾਨਾਂ ਨਾਲ ਵੀ ਗੱਲਬਾਤ ਹੋਈ। ਹੁਣ 2 ਕੇਸ ਸੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਖਿਡਾਰੀਆਂ ਨੇ ਦਰਜ ਕਰਾਏ। ਇੱਕ ਨਾਬਾਲਗ ਪਹਿਲਵਾਨ ਕੁੜੀ ਨੇ, 6 ਪਹਿਲਵਾਨ ਕੁੜੀਆਂ ਜਿਹੜੀਆਂ ਬਾਲਗ ਸੀ ਉਹਨਾਂ ਨੇ ਵੱਖਰਾ। ਹੁਣ 550 ਪੰਨਿਆਂ ਦੀ ਕਲੋਜ਼ਰ ਰਿਪੋਰਟ ਪਟਿਆਲਾ ਹਾਊਸ ਕੋਰਟ ਦਿੱਲੀ ਦੇ ਵਿੱਚ ਸਬਮਿਟ ਕੀਤੀ ਹੈ ਦਿੱਲੀ ਪੁਲਿਸ ਨੇ। 550 ਸਫ਼ੇ ਨੇ। ਇਹ ਉਹ ਨਾਬਾਲਗ ਕੁੜੀ ਨਾਲ ਸੰਬੰਧਿਤ ਕੇਸ ਹੈ ਜਿਹਨੇ ਪਹਿਲਾਂ ਕਿਹਾ ਸੀ ਕਿ ਭਾਈ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸਰੀਰਕ ਤੌਰ ਦੇ ਉੱਤੇ ਧੱਕਾ ਕਰਨ ਦਾ ਯਤਨ ਕੀਤਾ। ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹਨੇ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋ ਕੇ ਆਪਣੇ ਬਿਆਨ ਲਿਖਾਏ ਸੀ ਕਿ ਟਰਾਇਲਾਂ ਦੇ ਵਿੱਚ ਮੇਰੇ ਨਾਲ ਭੇਦਭਾਵ ਕੀਤਾ ਗਿਆ, ਦੂਜਾ ਨਹੀਂ। ਉਹ ਆਪਣੇ ਬਿਆਨਾਂ ਤੋਂ ਬਦਲ ਗਈ ਸੀ। ਹੁਣ ਪੁਲਿਸ ਨੇ ਉਹਦੇ ਪਹਿਲੇ ਬਿਆਨ, ਫਿਰ ਉਹਦੇ ਦੂਸਰੇ ਬਿਆਨ ਤੇ ਉਹਦੇ ਤੋਂ ਬਾਅਦ ਕਲੋਜ਼ਰ ਰਿਪੋਰਟ ਦਾ ਮਤਲਬ ਤਾਂ ਕਲੋਜ਼ਰ ਰਿਪੋਰਟ ਹੀ ਹੁੰਦਾ। ਹੁਣ ਜੁਲਾਈ ਦੇ ਪਹਿਲੇ ਹਫ਼ਤੇ ਪਟਿਆਲਾ ਹਾਊਸ ਕੋਰਟ ਇਸ ਨਾਬਾਲਗ ਕੁੜੀ ਦੇ ਕੇਸ ਦੇ ਉੱਤੇ ਸੁਣਵਾਈ ਕਰੇਗੀ। ਤਾਂ ਕਲੋਜ਼ਰ ਰਿਪੋਰਟ ਦੇ ਹਿਸਾਬ ਦੇ ਨਾਲ ਇਸ ਮਸਲੇ ਦੇ ਵਿੱਚੋਂ ਬਹੁਤਾ ਕੁਝ ਨਿਕਲਣਾ ਨਹੀਂ। ਹਾਂ, ਰੈਸਲਿੰਗ ਫੈਡਰੇਸ਼ਨ ਦੀ ਜਦੋਂ ਇਲੈਕਸ਼ਨ ਹੋ ਜੂਗੀ, ਸਾਰਾ ਕੁਝ ਹੋ ਜੂਗਾ, ਤਾਂ ਉਹਦੇ ਤੋਂ ਬਾਅਦ ਟਰਾਇਲਾਂ ਦੇ ਵਿੱਚ ਇਹਦੇ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ, ਇਹਦੇ ਨਾਲ ਪੱਖਪਾਤ ਹੋਇਆ ਕਿ ਨਹੀਂ ਹੋਇਆ, ਉਹਦੀ ਚਰਚਾ ਚੱਲਣੀ ਹੈ। ਦੂਸਰਾ, ਜਿਹੜੀਆਂ 6 ਪਹਿਲਵਾਨ ਕੁੜੀਆਂ ਬਾਲਗ ਸੀ ਉਹਨਾਂ ਦਾ ਕੇਸ ਵੱਖਰਾ ਹੈ। ਉਹਨਾਂ ਦੇ ਮਸਲੇ ਤੇ 1000 ਸਫ਼ਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਕਿਉਂਕਿ ਉਹਨਾਂ ਦੇ ਵਿੱਚੋਂ ਕਈਆਂ ਨੇ ਆਡੀਓ ਵੀਡੀਓ ਕੁਝ ਸਬੂਤ ਵੀ ਦਿੱਤੇ ਸੀ। ਇੱਕੋ ਸਾਡਾ ਆਪਣਾ ਰੈਫਰੀ ਜਗਵੀਰ ਸਿੰਘ ਜਿਹਨੇ ਕਿਹਾ ਸੀ ਕਿ ਮੈਂ ਕਈ ਕੁਝ ਦੇਖਿਆ। 1-2 ਹੋਰ ਬੰਦਿਆਂ ਨੇ ਗਵਾਹੀ ਦਿੱਤੀ ਸੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ। ਉਹ ਸਾਰਾ ਕੁਝ ਜਿਹੜਾ ਹੈ ਉਹ 1000 ਸਫ਼ਿਆਂ ਦੇ ਵਿੱਚ ਚਾਰਜ ਸ਼ੀਟ ਦੇ ਰੂਪ ਦੇ ਵਿੱਚ ਉਹ ਵੀ ਅਦਾਲਤ ਦੇ ਵਿੱਚ ਸਬਮਿਟ ਕਰ ਦਿੱਤਾ ਗਿਆ। ਤੇ ਉਹਦੀ ਮੇਰਾ ਖਿਆਲ ਹੈ ਕਿ 22 ਜੂਨ ਤਰੀਕ ਜਿਹੜੀ ਹੈ ਉਹ 22 ਜੂਨ ਹੈ ਪਹਿਲਾਂ। ਹੁਣ ਉਸ ਤਰੀਕ ਦੇ ਵਿੱਚ ਨਿਰਧਾਰਿਤ ਕੀਤਾ ਜਾਊਗਾ ਕਿ ਕਿਹੜੀ ਧਾਰਾ ਦੇ ਅਧੀਨ ਕਾਰਵਾਈ ਜਿਹੜੀ ਹੈ ਜਾਂ ਕੇਸ ਜਿਹੜਾ ਉਹ ਚੱਲੂਗਾ। ਹੁਣ ਸਬੂਤ ਕਿੰਨੇ ਕੁ ਦ੍ਰਿੜ ਨੇ, ਕਿੰਨੇ ਕੁ ਪੁਖਤਾ ਨੇ, ਗਵਾਹ ਕਿੰਨੀ ਕੁ ਦੇਰ ਟਿਕਦੇ ਆ। ਇੱਕ ਪਾਸੇ ਤੇ ਇਹਦੇ ਤੇ ਨਜ਼ਰਾਂ ਟਿਕਣੀਆਂ, ਦੂਜੇ ਪਾਸੇ 6 ਜੁਲਾਈ ਨੂੰ ਇਲੈਕਸ਼ਨ ਹੈ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ। ਹੁਣ ਉਹਦੇ ਵਿੱਚ ਕੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਵੱਡੀ ਜਗ੍ਹਾ ਦਿੱਤੀ ਜਾਂਦੀ, ਉਹਦੇ ਕਿਸੇ ਰਿਸ਼ਤੇਦਾਰ ਨੂੰ ਵੱਡੀ ਜਗ੍ਹਾ ਦਿੱਤੀ ਜਾਂਦੀ ਹੈ, ਜਾਂ ਕਿਸੇ ਔਰਤ ਨੂੰ ਰੈਸਲਿੰਗ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਜਾਂਦਾ ਹੈ, ਹੋਰ ਕਮੇਟੀਆਂ ਦੇ ਵਿੱਚ ਕਿਹਨੂੰ ਲਿਆ ਜਾਂਦਾ, ਉਹਦੇ ਉੱਤੇ ਵੀ ਬਹੁਤ ਕੁਝ ਟਿਕਣਾ। ਬਾਕੀ ਇਸ ਚਾਰਜ ਸ਼ੀਟ ਤੇ ਕਲੋਜ਼ਰ ਰਿਪੋਰਟ ਤੋਂ ਬਾਅਦ ਪਹਿਲਵਾਨ, ਖਾਪ ਪੰਚਾਇਤਾਂ ਤੇ ਕਿਸਾਨ ਧਿਰਾਂ ਸਾਂਝੇ ਥਾਂ ਬੈਠ ਕੇ ਫੈਸਲਾ ਕੀ ਕਰਦੀਆਂ ਇਸ ਮੁੱਦੇ ਦੇ ਉੱਤੇ, ਉਹਦੀ ਉਡੀਕ ਰਹੇਗੀ। ਮੈਨੂੰ ਇਹ ਆਸ ਘੱਟ ਲੱਗਦੀ ਹੈ ਕਿ ਉਹਦੇ ਪਰਿਵਾਰ ਚੋਂ ਜਾਂ ਉਹਨੂੰ ਗਾਂ ਹੁਣ ਉਹ ਚੇਅਰਮੈਨ ਹੀ ਮਿਲੂਗੀ। ਠੀਕ ਹੈ ਜੀ। ਉਹ ਇਸ ਕਰਕੇ ਲੱਗਦੀ ਹੈ ਕਿਉਂਕਿ ਤੁਸੀਂ ਦੇਖੋ ਕਿ ਪਿਛਲੇ ਸਮੇਂ 'ਚ ਰੌਲਾ ਰੱਪਾ ਬਹੁਤ ਪਿਆ। ਉਹ ਸੱਚਾ ਪਿਆ, ਝੂਠਾ ਪਿਆ। ਪਹਿਲਾਂ ਬਿਆਨ ਹੋਰ ਸੀ, ਬਿਆਨ ਬਾਅਦ 'ਚ ਬਦਲੇ ਗਏ। ਕੋਈ ਕਹਿੰਦਾ ਕਿਤੇ ਮੀਟਿੰਗ ਹੋ ਗਈ, ਕੋਈ ਕਹਿੰਦਾ ਤੈਅ ਬਹਿ ਗਈ। ਇੱਕ ਧਿਰ ਕਹਿੰਦੀ ਆ ਵੀ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਖਾਪਾਂ ਦਾ ਜਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਜਾਂ ਹੋਰ ਲੋਕਾਂ ਦਾ ਜਾਂ ਵਿਰੋਧੀ ਧਿਰਾਂ ਦਾ, ਕੁਝ ਵੀ ABCD ਹੋ ਸਕਦਾ। ਪਰ ਤੁਸੀਂ ਦੇਖੋ ਵੀ ਉਹ ਬੰਦਾ ਸੱਚਾ ਉਹ ਝੂਠਾ ਇਹ ਅਦਾਲਤ ਨੇ ਤੈਅ ਕਰਨਾ। ਪਰ ਇੱਕ ਵਿਵਾਦ ਜੁੜ ਗਿਆ।
ਹੁਣ ਮੈਨੂੰ ਲੱਗਦਾ ਵੀ ਜਿਹੜਾ ਸਮਾਂ ਇਸ ਵਕਤ 2024 ਦੀ ਸ਼ੁਰੂਆਤ ਵਾਲਾ ਚੱਲਦਾ ਪਿਆ, ਉਹਦੇ 'ਚ ਬਦੋ ਬਦੀ ਕੋਈ ਵਿਵਾਦਿਤ ਚੀਜ਼ ਨੂੰ ਦੁਬਾਰਾ ਅੱਗੇ ਤੱਕ ਘੜੀਸਣਾ, ਉਹਦੀ ਲੋੜ ਕੀ ਹੈ? ਜੇ ਮੰਨ ਲਓ ਇੱਕ ਨਵੀਂ ਚੋਣ ਹੋਊਗੀ, ਨਵਾਂ ਇੱਕ ਚਿਹਰਾ ਸਾਹਮਣੇ ਆ ਜਾਊਗਾ, ਇਹਦਾ ਮਤਲਬ ਇਹ ਹੋ ਗਿਆ ਵੀ ਉਹ ਪਿਛਲਾ ਕਨੈਕਸ਼ਨ ਕੱਟਿਆ ਜਾਣਾ। ਠੀਕ 15-20 ਦਿਨ ਬਾਅਦ ਜਦੋਂ ਖਬਰਾਂ 'ਚ ਉਹ ਚੀਜ਼ ਆਉਣੋਂ ਹਟ ਗਈ, ਅਦਾਲਤੀ ਕਾਰਵਾਈ 'ਚ ਉਹ ਚੱਲਦੀ ਵੀ ਰਵੇ ਤੇ ਚੱਲਦੀ ਰਵੇ, ਪਰ ਜਿਹੜਾ ਇੱਕ ਆਮ ਤੌਰ ਤੇ ਵੋਟਾਂ 'ਚ ਮੀਡੀਆ 'ਚ ਆਉਣੀਆਂ ਖਬਰਾਂ ਦੇ ਵਿੱਚ ਨੁਕਸਾਨ ਹੁੰਦਾ ਉਹ ਤੋਂ ਬਚਾਅ ਹੋ ਜੂ। ਮੈਨੂੰ ਇਸ ਕਰਕੇ ਲੱਗਦਾ, ਬਾਕੀ ਪਤਾ ਕੋਈ ਨਹੀਂ ਵੀਰ ਜੀ, ਅਸੀਂ ਕਿਹੜਾ ਆਪ ਡਿਸਾਈਡ ਕਰਨਾ। ਮੂੰਗਫਲੀ ਖਾਓਗੇ ਨਾਲ? ਹਾਂ, ਮੂੰਗਫਲੀ ਖਾਵਾਂਗੇ, ਪਰ ਤੁਸੀਂ ਮੈਨੂੰ ਵੀ ਪਤਾ ਤੁਸੀਂ ਜਿਹੜੀ ਕੌੜੀ ਹੋਈ ਉਹਦਾ ਅੱਧਾ ਹਿੱਸਾ ਮੈਨੂੰ ਦੇਣਾ ਹੀ। ਮਾਰੇ ਕਿਤੇ ਸਵਾਦ ਦੇਖਦੇ ਨਾ ਦੇਈ ਜਾਇਓ। ਹੁਣ ਸੰਧਾਲੀਆ ਸਾਹਿਬ ਹੁਣ ਤਾਂ ਇਦਾਂ ਕਰਨਾ ਵੀ ਉਹਨੂੰ ਐ ਤੋੜਨਾ, ਇੱਕ ਗਰੀਬ ਭਰਾ ਖਾਵੇਗਾ, ਇੱਕ ਮੈਂ ਖਾਵਾਂਗਾ। ਠੰਡ ਵੀ ਲੱਗੀ ਹੋ ਨਾ? ਹਾਂ, ਇਹ ਵੀ ਖਿਆਲ, ਠੰਡ ਵੀ ਲੱਗੀ ਹੋ। ਉਹ ਵੀ ਡਾਕਟਰ ਨੇ ਕਿਹਾ ਲੋਗੜ ਰੱਖਣਾ ਛਾਤੀ ਤੇ, ਤੱਤਾ ਕਰਕੇ ਲੋਗੜ ਰੱਖਣਾ। ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਦਿੱਲੀ ਨੇ ਨਿਤਿਨ ਗਡਕਰੀ ਸਾਹਿਬ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਕਿਹਾ ਸੀ ਕਿ ਚੰਡੀਗੜ੍ਹੋਂ ਪਠਾਨਕੋਟ ਤੱਕ ਜਿਹੜੀ ਸ਼ਿਵਾਲਿਕ ਐਕਸਪ੍ਰੈਸ ਕੋਈ ਰਸਤਾ ਜਾਂ ਕੱਢੋ। ਫਿਰ ਉਹਨਾਂ ਨੇ ਕਿਹਾ ਕਿ ਜਲੰਧਰੋਂ ਹੁਸ਼ਿਆਰਪੁਰ ਜਿਹੜਾ ਆਦਮਪੁਰ ਦੇ ਖਸਤਾ ਹਾਲ ਸੜਕ ਨੂੰ ਦਰੁਸਤ ਕਰਨਾ ਹੈ, ਕਈ ਕੁਛ ਹੋਰ। ਚੰਗੀ ਗੱਲ ਮੈਨੂੰ ਇਹ ਲੱਗੀ ਹੈ ਕਿ ਇੱਕ ਤਾਂ ਹੁੰਦਾ ਕਿ ਭਾਈ ਸਾਡਾ ਜੀ ਤੁਹਾਡੇ ਨਾਲ ਦਿਹਾਤੀ ਵਿਕਾਸ ਫੰਡ ਦਾ ਰੌਲਾ ਹੈ, ਰੂਰਲ ਹੈਲਥ ਮਿਸ਼ਨ ਵਾਲੇ ਫੰਡ ਦਾ ਰੌਲਾ ਹੈ, BBMB ਦਾ ਰੌਲਾ, ਅਸੀਂ ਨਹੀਂ ਆਉਂਦੇ, ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ। ਚੰਗੀ ਗੱਲ ਹੈ ਕਿ ਦੋਨੇ ਤਰ੍ਹਾਂ ਮਿਲ ਰਹੀਆਂ, ਬਹੁਤ ਵਧੀਆ। RK ਸਿੰਘ ਬਿਜਲੀ ਮੰਤਰੀ ਨਾਲ ਮੁਲਾਕਾਤ ਸੀ, ਅਮਿਤ ਸ਼ਾਹ ਸਾਹਿਬ ਨਾਲ ਮੁਲਾਕਾਤ ਸੀ, ਇਧਰਲੇ ਪਾਸੇ ਗਡਕਰੀ ਸਾਹਿਬ ਨਾਲ, ਹੁਣ ਹਰਦੀਪ ਸਿੰਘ ਪੁਰੀ ਸਾਹਿਬ ਨਾਲ। ਹੁਣ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਇੱਕ ਤਾਂ ਕਿਹਾ ਕਿ ਮੁਹਾਲੀ ਨੂੰ ਤੁਸੀਂ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਸ਼ਾਮਲ ਕਰ ਲਓ, ਚਾਹੀਦਾ ਵੀ ਹੈ, ਪਬਲਿਕ ਬਹੁਤ ਹੋ ਗਈ ਹੈ, ਡਿਵੈਲਪਮੈਂਟ ਚਾਹੀਦੀ ਮੁਹਾਲੀ ਦੀ। ਦੂਸਰਾ, ਸ਼ਹਿਰਾਂ ਦੇ ਵਿੱਚ ਸਫਾਈ ਦੇ ਬੁਰੇ ਹਾਲ ਹੁੰਦੇ ਆ, ਉਹਦੇ ਵੀ ਇੱਕ ਖਾਸ ਪ੍ਰੋਜੈਕਟ ਦੇ ਉੱਤੇ ਚਰਚਾ ਹਰਦੀਪ ਸਿੰਘ ਪੁਰੀ ਸਾਹਿਬ ਦੇ ਨਾਲ ਜਿਹੜੀ ਮੁੱਖ ਮੰਤਰੀ ਹੋਰਾਂ ਨੇ ਕੀਤੀ, ਉਹ ਵੀ ਵਧੀਆ। ਤੇ ਤੀਸਰਾ, ਬਾਕੀ ਬਹੁਤ ਸਾਰੇ ਸ਼ਹਿਰਾਂ ਨੂੰ ਵੀ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਲਿਆਉਣ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ ਭਾਈ ਆਪਾਂ ਸ਼ਾਮਲ ਕਰਾਈਏ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੇ ਦੱਖਣ ਭਾਰਤ ਦੇ ਸ਼ਹਿਰ ਡਿਵੈਲਪ ਹੋ ਗਏ ਕਿ ਕੇਂਦਰ ਸਰਕਾਰ ਇੱਕ ਪੈਸਾ ਦਿੰਦੀ ਹੈ, ਪੰਜਾਬ ਸਰਕਾਰ ਸੂਬਾ ਸਰਕਾਰ ਮੈਚਿੰਗ ਗ੍ਰਾਂਟ ਪਾਉਂਦੀ ਹੈ, ਫਿਰ ਥੋੜੀ ਜਿਹੀ ਡਿਵੈਲਪਮੈਂਟ ਕਰਕੇ ਵਰਤੋਂ ਸਰਟੀਫਿਕੇਟ ਦੇਣਾ ਹੁੰਦਾ ਤੇ ਉਹ ਅਗਲੇ ਗ੍ਰਾਂਟ ਦੇ ਦਿੰਦੇ ਆ। ਸਾਡੇ ਗ੍ਰਾਂਟਾਂ ਆਈਆਂ, ਵਰਤੋਂ ਸਰਟੀਫਿਕੇਟ ਕਿਸੇ ਨੇ ਦਿੱਤਾ ਹੀ ਨਾ, ਤੇ ਅਗਲੇ ਕਹਿੰਦੇ ਚਲੋ ਸਾਡੇ ਵੱਲੋਂ ਫਤਿਹ ਆ ਫਿਰ ਭਾਈ। ਹੁਣ ਜੇ ਜਦੋਂ ਮੇਰਾ ਗੱਲ ਮੈਂ ਐਡ ਕਰਾਂ ਇਹਦੇ 'ਚ, ਜਦੋਂ ਉਹ ਆਪਾਂ ਦੋਵੇਂ ਪੰਜਾਬ ਹੀ ਸੀ ਜਦੋਂ ਇਹ ਗੱਲ ਸ਼ੁਰੂ ਹੋਈ, ਤੇ ਜਦੋਂ ਪੰਜਾਬ ਦੇ 2-3 ਸ਼ਹਿਰਾਂ ਦਾ ਨਾਮ ਆ ਗਿਆ ਨਾ, ਵੀ ਵੱਡੇ ਵੱਡੇ ਹੋਰਡਿੰਗ ਇਸ ਤਰ੍ਹਾਂ ਲੱਗੇ ਹੁੰਦੇ, ਬਹੁਤ ਧੰਨਵਾਦ ਮੋਦੀ ਸਾਹਿਬ ਦਾ, ਉਹਨਾਂ ਨੇ ਫਲਾਨੇ ਸ਼ਹਿਰ ਨੂੰ ਸਮਾਰਟ ਸਿਟੀ ਪ੍ਰੋਜੈਕਟ ਯੋਜਨਾ 'ਚ ਸ਼ਾਮਲ ਕੀਤਾ। ਲੋਕਾਂ ਨੂੰ ਲੱਗਿਆ ਵੀ ਯਾਰ ਇਹ ਸਮਾਰਟ ਸਿਟੀ ਕਰ ਪਤਾ ਨਹੀਂ ਕੀ ਦੇਣਾ ਹੈ ਨਾ। ਫਿਰ ਕੁਝ ਕੁ ਸ਼ਹਿਰਾਂ 'ਚ ਆਪਾਂ ਦੇਖਿਆ ਵੀ ਹੋਰ ਤੇ ਕੁਝ ਲੋਕਾਂ ਨੂੰ ਨਜ਼ਰ ਭਾਵੇਂ ਆਇਆ ਭਾਵੇਂ ਨਹੀਂ ਆਇਆ, ਪਰ ਉਹ ਪੋਸਟਰ ਜ਼ਰੂਰ ਨਜ਼ਰ ਆਏ, ਸਫਾਈ ਇਹਦੀ ਰੱਖੋ, ਸਵੱਛ ਭਾਰਤ ਫਲਾਨਾ ਹੋ ਗਿਆ, ਇੱਥੇ 4 ਬੂਟੇ ਲਾ ਦੇ, ਉੱਥੇ 5 ਕਲੀਆਂ ਕਰ ਦੇ, ਫਿਰ ਉਸ ਤੋਂ ਬਾਅਦ ਧੰਨਵਾਦ ਵਾਲਾ ਕੰਮ। ਤੇ ਉਹ ਮੇਨ ਚੌਂਕਾਂ ਸੜਕਾਂ ਦੇ ਉੱਪਰ ਜਦੋਂ ਇਹ ਸਾਰਾ ਕੁਝ ਨਜ਼ਰ ਆਇਆ ਨਾ, ਤੇ ਜਿਹੜੇ ਬੰਦੇ ਵਿਚਾਰੇ ਅੰਦਰ ਆਮ ਸ਼ਹਿਰਾਂ ਜਿੱਥੇ ਅਸਲ 'ਚ ਸਮਾਰਟਨੈਸ ਦੀ ਲੋੜ ਸੀ, ਜਿੱਥੇ ਉਹ ਵਸਦੇ, ਉਹ ਕਹਿੰਦਾ ਯਾਰ ਆਪਣਾ ਤੇ ਠੇਲੇ ਵਾਲਾ ਉਦਾਂ ਹੀ ਤੁਰਿਆ ਫਿਰਦਾ ਯਾਰ, ਕੇਲੇ ਲਈ ਫਿਰਦਾ, ਇਹ ਸਮਾਰਟ ਸਿਟੀ ਪਤਾ ਨਹੀਂ ਕਿੱਥੇ ਰਹਿ ਰੂ ਗਿਆ ਹੈ ਨਾ। ਉਹਦੇ ਤੋਂ ਬਾਅਦ ਫਿਰ ਉਹ ਮੁੜ ਕੇ ਗੱਲ ਕਿਤੇ ਠੰਡੇ ਬਸਤੇ 'ਚ ਪੈ ਗਈ, ਤੇ ਫਿਰ ਜਾ ਕੇ ਨਿਕਲੀ ਵੀ ਜਦੋਂ ਮੈਂਚੀ ਗਰਾਂਟਾਂ ਹੀ ਨਹੀਂ ਪਾਈਆਂ, ਸਮਾਰਟ ਸਿਟੀ ਯੋਜਨਾ ਕਿਤੇ ਲਿਖਿਆ ਥੋੜਾ ਬਣ ਜਾਣੀ ਸੀ। ਹੁਣ ਮੈਂ ਨਾ ਵੀ ਚਲੋ ਜੇ ਮੁੱਖ ਮੰਤਰੀ ਸਾਹਿਬ ਨੇ ਆਪ ਜਾ ਕੇ ਮੰਗਿਆ ਵੀ ਸਾਡਾ ਨਾਂ ਪਾਓ ਉਹਦੇ ਯੋਜਨਾ 'ਚ, ਤੇ ਉਹ ਜਿਹੜੀ ਬਣਦੀ ਬਰਾਬਰ ਮੈਚਿੰਗ ਗ੍ਰਾਂਟ ਹੈ ਉਹਦਾ ਪ੍ਰਬੰਧ ਜ਼ਰੂਰ ਕਰ ਲਓ, ਇਹ ਨਾ ਹੋਵੇ ਪਿਛਲੀ ਵਾਰ ਵਾਂਗੂ ਪੋਸਟਰ ਹੀ ਲੱਗੇ ਰਹਿ ਜਾਣ। ਨਹੀਂ ਜ਼ਰੂਰੀ ਹੈ ਜੀ, ਉਮੀਦ ਹੈ ਕਿ ਕਰਨਗੇ, ਨਹੀਂ ਤਾਂ ਵਿਰੋਧੀ ਧਿਰ ਵਾਲੇ ਫੜਨਗੇ, ਫਿਰ ਔਖਾ ਹੋ ਜਾਊਗਾ। ਹਾਂ, ਹੈ ਨਾ। ਤੇ ਆਪਾਂ ਚਲੀਏ ਹੁਣ, ਬਹੁਤ ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।